ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਔ ਸਤਿਗੁਰ ਸੇਵੀ ਆਪਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਸ੍ਰੀ ਰਾਗ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 33 ਸ਼ਬਦ ਪਿੱਛੇ ਸਮਾਪਤ ਹੋ ਚੁੱਕੇ ਹੈ। ਹੁਣ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਅੰਮ੍ਰਿਤਮਈ ਬਾਣੀ, ਜਿਸ ਦੇ ਵੀ ਸਤਿਗੁਰਾਂ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਜਿਸ ਸ਼ਬਦ ਤੋਂ ਇਹ ਕਥਾ ਆਰੰਭ ਹੋ ਰਹੀ ਹੈ। ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਦੇ ਅੰਦਰ ਬਿਰਾਜਮਾਨ ਸਨ। ਜਿਸ ਪ੍ਰਕਾਰ ਇਹ ਸ਼ਬਦ ਦੀ ਵਿਚਾਰ ਤੇ ਸਤਿਗੁਰੂ ਮਹਾਰਾਜ ਸਾਹਿਬ ਨੇ 84 ਮੇਟਣ ਵਾਸਤੇ 84 ਪੌੜੀਆਂ ਬੌਲੀ ਸਾਹਿਬ ਤਿਆਰ ਕੀਤੀ, ਸੰਸਾਰ ਦਾ ਭਲਾ ਕਰਨ ਵਾਸਤੇ। ਸਤਿਗੁਰੂ ਜੀ ਇੱਕ ਥਾਂ ਤੇ ਰਹਿੰਦੇ ਸੀ, ਇਸ ਕਰਕੇ ਸੰਗਤਾਂ ਦੂਰ ਦਰਾਡੇ ਤੋਂ ਉਪਦੇਸ਼ ਸਰਵਣ ਕਰਨ ਵਾਸਤੇ ਮਹਾਰਾਜ ਦੇ ਕੋਲ ਆਇਆ ਕਰਦੀਆਂ। ਤੇ ਇੱਕ ਦਿਨ ਸਤਿਗੁਰੂ ਮਹਾਰਾਜ ਸਾਹਿਬ ਦੇ ਦੀਵਾਨ ਵਿੱਚ ਇੱਕ ਗੁਰਸਿੱਖ ਨੇ, ਸ਼ਰਧਾਲੂ ਨੇ ਬੇਨਤੀ ਕੀਤੀ, ਮਹਾਰਾਜ ਕਿ ਮਣੀਕਰਨ ਤੀਰਥ ਹੈ, ਜਿੱਥੇ ਇਸ਼ਨਾਨ ਕਰਨ ਦੇ ਨਾਲ ਮਨ ਦੀਆਂ ਕਾਮਨਾ ਪੂਰੀਆਂ ਹੁੰਦੀਆਂ ਨੇ। ਮੈਂ ਉੱਥੇ ਇਸ਼ਨਾਨ ਕਰਕੇ ਆਇਆ। ਉਹਦੀ ਬੜੀ ਮਹਿਮਾ ਕੀਤੀ ਉਸ ਨੇ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਮਣੀਕਰਨ ਤੀਰਥ ਹੈ ਜਿਹੜਾ, ਉਹ ਬੜੇ ਪੁਰਾਣੇ ਸਮੇਂ ਦੇ ਅੰਦਰ ਸ਼ਿਵ ਜੀ ਤੇ ਪਾਰਵਤੀ ਨੇ ਉੱਥੇ ਤਪ ਕੀਤਾ ਸੀ। ਇਸ਼ਨਾਨ ਕਰਨ ਦੇ ਲਈ ਸ਼ਿਵ ਜੀ ਦਾ ਠੰਡੇ ਪਾਣੀ ਦਾ ਚਸ਼ਮਾ ਹੈ, ਪਾਰਵਤੀ ਦਾ ਗਰਮ ਪਾਣੀ ਦਾ ਚਸ਼ਮਾ ਚੱਲਦਾ ਹੈ। ਉੱਥੇ ਇਸ਼ਨਾਨ ਕਰਨ ਦੇ ਨਾਲ ਬਹੁਤ ਵੱਡਾ ਮਹਾਤਮ ਪ੍ਰਾਪਤ ਹੁੰਦਾ ਹੈ। ਉਹ ਦੋਨੇ ਚਸ਼ਮੇ ਵਗਦੇ ਨੇ ਹੁਣ ਤੱਕ। ਇਸ਼ਨਾਨ ਕਰਦਿਆਂ ਹੋਇਆਂ ਪਾਰਵਤੀ ਦੇ ਕੰਨ ਦੇ ਵਿੱਚੋਂ ਮਣੀ ਡਿੱਗ ਪਈ ਸੀ। ਬਹੁਤ ਯਤਨ ਕਰਨ ਤੋਂ ਵੀ ਨਾ ਮਿਲੀ। ਫਿਰ ਸ਼ੇਸ਼ ਨਾਗ ਨੇ ਉਹ ਮਣੀ ਲੱਭ ਕੇ ਦਿੱਤੀ ਜਾਂ ਹੋਰ ਮਣੀ ਦਿੱਤੀ। ਇਸ ਕਰਕੇ ਉਹ ਤੀਰਥ ਦਾ ਨਾਮ ਫਿਰ ਇਹ ਪੈ ਗਿਆ। ਕਰਨ ਨਾਮ ਕੰਨ ਦਾ ਹੈ। ਸੰਸਕ੍ਰਿਤ ਦੇ ਕਰਨ ਕਹਿੰਦੇ ਕੰਨ ਨੂੰ। ਤੇ ਮਣੀ ਉਹਦੀ ਕੰਨ ਦੀ ਜਿਹੜੀ ਮਣੀ ਡਿੱਗਣ ਕਰਕੇ ਤੀਰਥ ਦਾ ਨਾਮ ਪੈ ਗਿਆ ਮਣੀਕਰਨ। ਇਸ ਕਰਕੇ ਮਹਾਰਾਜ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ। ਇਹ ਗੱਲਾਂ ਸੁਣ ਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਇਹ ਸ਼ਬਦ ਭਾਵ ਨੂੰ ਉਚਾਰਨ ਕੀਤਾ। ਇਹਦੇ ਚ ਮੰਗਲ ਵੀ ਆ ਰਿਹਾ ਹੈ। ਜਿਸ ਪ੍ਰਕਾਰ ਵਿਚਾਰ ਆ ਰਹੀ ਹੈ, ਸਰਵਣ ਕਰੋ ਜੀ। ਸ੍ਰੀ ਵਾਹਿਗੁਰੂ ਜੀ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਸ੍ਰੀ ਰਾਗ, ਜਿਸ ਰਾਗ ਦੇ ਵਿੱਚ ਬਾਣੀ ਚੱਲਦੀ ਹੈ, ਇਹਦੇ ਬਾਰੇ ਬੜੀ ਵਿਚਾਰ ਹੋ ਚੁੱਕੀ ਹੈ ਪਹਿਲਾਂ। ਸ੍ਰੀ ਰਾਗ ਮਹੱਲਾ ਤੀਜਾ। ਘਰ ਪਹਿਲਾ। ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਤੀਸਰੇ ਪਾਤਸ਼ਾਹ। ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਰਾਗ ਦੇ ਪਹਿਲੇ ਸੁਰਤਾਲ ਦੇ ਅੰਦਰ ਇਹ ਪਾਵਨ ਅੰਮ੍ਰਿਤ ਬਚਨ ਉਚਾਰਨ ਕੀਤਾ ਹੈ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਕਹਿੰਦੇ ਨੇ ਜਿਹੜਾ ਅਖੰਡ ਸਰੂਪ, ਜਿਹਦੇ ਚ ਦੂਆ ਪਣ ਨਹੀਂ ਹੈ। ਖੰਡਿਓ ਜੋ ਨਾ ਜਾਏ, ਸੋ ਅਖੰਡ ਜੋ ਕੋ ਖਿਆਲ ਕੀਜੇ। ਦਵੈਸ਼ ਨਹੀਂ ਹੈ ਜਿਹਦੇ ਵਿੱਚ ਦੂਆ ਪਣ ਨਹੀਂ ਹੈ। ਓੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਇਹ ਬ੍ਰਹਮ ਦੇ ਵਿਸ਼ੇਸ਼ਣ ਸਤ ਚੇਤਨ ਆਨੰਦ। ਇਸੇ ਨੂੰ ਵਿਦਾਂਤ ਮਤੇ ਅਸਤੀ ਪ੍ਰੰਤੀ ਪ੍ਰੇਤਾ ਕਿਹਾ ਜਾਂਦਾ ਹੈ। ਇਹ ਮੰਗਲ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਭ ਤੋਂ ਵੱਧ ਵਾਰ ਆਉਣ ਵਾਲਾ ਹੈ। 524 ਵਾਰ ਵੱਖਰੇ ਵੱਖਰੇ ਰਾਗਾਂ ਸ਼ਬਦਾਂ ਦੇ ਵਿੱਚ ਇਹ ਮੰਗਲ ਮਹਾਰਾਜ ਸਾਹਿਬ ਜੀ ਨੇ ਵਰਤਿਆ। ਇਸ ਮੰਗਲ ਤੋਂ ਉਪਰੰਤ ਫਿਰ ਉਹ ਮਣੀਕਰਨ ਦੀ ਜਿਹੜੀ ਗੱਲ ਪ੍ਰੇਮੀ ਨੇ ਕਹੀ ਸੀ, ਮਹਾਰਾਜ ਸਾਹਿਬ ਕਹਿੰਦੇ ਨੇ, ਭਾਈ ਸਭ ਤੋਂ ਵੱਡਾ ਤੀਰਥ ਹੈ ਜਿਹੜਾ ਤੈਨੂੰ ਉਹ ਦੱਸਦੇ ਹਾਂ।
ਗੁਰੂ ਘਰ ਦੇ ਵਿੱਚ ਤਾਂ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਜਾਂ ਫਿਰ ਤੀਰਥ ਪੂਰਾ ਸਤਿਗੁਰੂ ਹੈ। ਸੋ ਮਹਾਰਾਜ ਸਾਹਿਬ ਜੀ ਅੱਗੇ ਫਰਮਾਨ ਕਰਦੇ ਨੇ, ਸੁਣੋ। ਓ ਸਤਿਗੁਰ ਸੇਵੀ ਆਪਣਾ, ਹਾਂ ਅਸੀਂ ਭਾਵ ਮੈਂ ਤੇ ਆਪਣੇ ਸਤਿਗੁਰੂ ਕੌਣ? ਗੁਰੂ ਨਾਨਕ ਸਾਹਿਬ ਜੀ। ਆਪਣੇ ਸਤਿਗੁਰੂ ਕੌਣ? ਗੁਰੂ ਅੰਗਦ ਦੇਵ ਜੀ ਮਹਾਰਾਜ। ਅਸੀਂ ਤਾਂ ਉਹਨਾਂ ਨੂੰ ਇਹ ਸੇਵਦੇ ਹਾਂ, ਭਾਵ ਉਹਨਾਂ ਦੁਆਰਾ ਹੀ ਭਜਨ ਸਿਮਰਨ ਕਰਦੇ ਹਾਂ। ਜੋ ਉਹਨਾਂ ਨੇ ਮੂਲ ਮੰਤਰ ਗੁਰਮੰਤਰ ਦਿੱਤਾ ਉਹਦਾ ਆਰਾਧਨ ਕਰਦੇ ਹਾਂ। ਅਸੀਂ ਤੀਰਥਾਂ ਤੇ ਵਿਸ਼ਵਾਸ ਨਹੀਂ ਕਰਦੇ, ਅਸੀਂ ਤੀਰਥਾਂ ਦਾ ਖੰਡਨ ਵੀ ਨਹੀਂ ਕਰਦੇ, ਪਰ ਤੀਰਥ ਸਭ ਤੋਂ ਸ਼੍ਰੋਮਣ ਜਿਹੜਾ ਉਹ ਨਾਮ ਹੈ, ਜਾਂ ਨਾਮ ਦੇ ਦਾਤੇ ਸਤਿਗੁਰੂ ਹਨ। ਇਸ ਕਰਕੇ ਇੱਕ ਮਨ ਇੱਕ ਚਿਤ ਭਾਏ, ਇਹ ਮਨ ਦੇ ਚਿੱਤ ਦੀ ਇਕਾਗਰਤਾ, ਮਨ ਇਕਾਗਰ ਕਰਕੇ ਉਹਦਾ ਚਿੰਤਨ ਕਰਦੇ ਹਾਂ। ਤੇ ਚਿੰਤਨ ਵੀ ਦੋ ਤਰ੍ਹਾਂ ਦਾ, ਇੱਕ ਤਾਂ ਉਸ ਤਰ੍ਹਾਂ ਰਟਣ ਲਾ ਰਿਹਾ ਹੈ ਤਾਂ ਉਹ ਵੀ ਚੰਗਾ, ਇੱਕ ਪ੍ਰੇਮ ਦੇ ਸਹਿਤ ਰਟਿਆ ਜਾ ਰਿਹਾ, ਅੰਦਰ ਤੋਂ ਪ੍ਰੇਮ ਹੈ। ਇੱਕ ਤਾਂ ਆਪਾਂ ਸੁਤੇ ਸਿੱਧੇ ਕਿਸੇ ਨੂੰ ਆਵਾਜ਼ ਮਾਰਤੀ, ਇੱਕ ਬਹੁਤ ਪਿਆਰ ਜਿਹਦੇ ਨਾਲ ਬੁਲਾਇਆ। ਜਦੋਂ ਪਿਆਰ ਦੇ ਨਾਲ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ ਉਹਦੇ ਤੇ ਅਸਰ ਹੋ ਜਾ ਹੁੰਦਾ ਹੈ। ਸ਼ਬਦ ਉਹੀ ਹੈ, ਮੂੰਹ ਸਾਡਾ ਉਹੀ ਹੈ, ਕੰਨ ਅਗਲੇ ਦੇ ਉਹੀ ਨੇ। ਜਦੋਂ ਅਸੀਂ ਅੰਦਰ ਤੋਂ ਕੜਤਣ ਨਾਲ ਬੋਲਾਂਗੇ ਉਹਦੇ ਤੇ ਅਸਰ ਉਹੀ ਹੋ ਜਾਂਦਾ ਹੈ। ਇਸ ਤਰ੍ਹਾਂ ਪਰਮਾਤਮਾ ਨੂੰ ਜਦੋਂ ਵਾਹਿਗੁਰੂ ਪ੍ਰੇਮ ਦੇ ਨਾਲ ਕਹਾਂਗੇ, ਇਹ ਫਿਰ ਪਰਮਾਤਮਾ ਤੇ ਵੀ ਅਸਰ ਹੁੰਦਾ ਵੀ ਪ੍ਰੇਮ ਨਾਲ ਮੈਨੂੰ ਬੁਲਾ ਰਿਹਾ ਹੈ। ਭਾਏ ਪ੍ਰੇਮ ਦੇ ਨਾਲ ਧਿਆਉਣੇ ਆ। ਮਹਾਰਾਜ ਕਹਿੰਦੇ ਸਤਿਗੁਰ ਮਨ ਕਾਮਨਾ ਤੀਰਥ ਹੈ। ਭਾਈ ਸਾਡਾ ਤਾਂ ਮਨ ਕਾਮਨਾ ਮਨੀ ਕਰਨ ਤੀਰਥ, ਮਨ ਦੀ ਕਾਮਨਾ ਪੂਰੀ ਕਰਨ ਵਾਲਾ ਸਤਿਗੁਰੂ ਹੀ ਹੈ। ਉਹ ਮਨ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹੈ। ਤੇ ਤੀਰਥ ਨਾਮ ਪਵਿੱਤਰ ਦਾ ਹੁੰਦਾ ਹੈ। ਸਤਿਗੁਰੂ ਤੋਂ ਪਵਿੱਤਰ ਕੋਈ ਵੱਡਾ ਹੈ ਨਹੀਂ। ਸਤਿਗੁਰ ਪਾਇਆ ਪੂਰਾ ਨਹਾਵਣ, ਪਸ਼ੂ ਪ੍ਰੇਤੋਂ ਦੇਵ ਕਰੈ। ਸਤਿਗੁਰੂ ਦੇ ਉਪਦੇਸ਼ ਦੇ ਵਿੱਚ ਮਨ ਦਾ ਇਸ਼ਨਾਨ ਕਰਾਈਦਾ ਹੈ। ਇਸ ਕਰਕੇ ਭਾਈ ਸਤਿਗੁਰੂ ਮਨ ਕਾਮਨਾ ਤੀਰਥ ਹੈ, ਪਵਿੱਤਰਤਾ ਹੈ ਸਤਿਗੁਰੂ ਦੇ ਵਿੱਚ। ਤੀਰਥ ਦੇ ਦਰਸ਼ਨ ਕਰਨ ਦੇ ਨਾਲ ਮਹਾਤਮ ਨਹੀਂ ਲਿਖਿਆ ਹੋਇਆ, ਨਹਾਉਣ ਨਾਲ ਲਿਖਿਆ ਹੋਇਆ, ਪਰ ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਦੇ ਨਾਲ ਵੀ ਮਹਾਤਮ ਲਿਖਿਆ। ਹੋਵੇ ਸਿਵਤ ਖਸਾਮਦੀ ਨੂਰੇ ਅਰਸੋਂ ਕੁਰਸੋਂ ਝਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ। ਜਨਮ ਜਨਮ ਦੀ ਜਨਮਾਂ ਜਨਮਾਤਰਾਂ ਦੀ ਮੈਲ ਕੱਟੀ ਜਾਂਦੀ, ਕੋਈ ਤੀਰਥ ਜਨਮਾਂ ਜਨਮਾਤਰਾਂ ਦੀ ਮੈਲ ਨਹੀਂ ਕੱਢ ਸਕਦਾ। ਇਸ ਕਰਕੇ ਸਤਿਗੁਰੂ ਮਾਨ ਕਾਮਨਾ ਤੀਰਥ ਹੈ, ਮਨ ਦੀ ਕਾਮਨਾ ਪੂਰੀ ਕਰਨ ਵਾਲਾ। ਤੇ ਵੱਡਾ ਤੀਰਥ ਇਹੀ ਹੈ, ਜਾਨੀ ਪਵਿੱਤਰਤਾ ਵੱਡੀ ਹੈ, ਜਿਸਨੂੰ ਦੇ ਬੁਝਾਏ। ਪਰ ਸਤਿਗੁਰੂ ਜੀ ਦੀ ਮਹਿਮਾ ਉਹੀ ਜਾਣਦਾ ਹੈ ਜਿਸ ਨੂੰ, ਜਿਹਦੇ ਉੱਤੇ ਕਿਰਪਾ ਕਰਕੇ ਵਾਹਿਗੁਰੂ ਪਰਮੇਸ਼ਰ ਆਪ ਹੀ ਬੁਝਾਏ ਕਿ ਇਹ ਜਣਾ ਦੇਵੇ। ਮਨ ਚਿੰਦਿਆ ਵਰ ਪਾਵਣਾ, ਉਹ ਫਿਰ ਸਤਿਗੁਰਾਂ ਪਾਸੋਂ ਮਨ ਚਿੰਦਿਆ ਦਾ ਮਤਲਬ ਹੈ ਮਨ ਦੀ ਜੋ ਚਿਤ ਬਣੀ ਹੈ ਉਹਦੇ ਅਨੁਸਾਰ, ਮਨ ਇੱਛਤ ਉਹਦੇ ਅਨੁਸਾਰ ਉਹ ਵਰ ਵਰਦਾਨ ਪਾਵਣਾ ਪਾ ਲੈਂਦਾ, ਪਾਈਦਾ ਸਤਿਗੁਰੂ ਦੇ ਕੋਲੋਂ। ਤੇ ਪ੍ਰੇਮੀ ਸਿੱਖ ਜੋ ਵੀ ਕਿਸੇ ਪ੍ਰਕਾਰ ਦੀ ਇੱਛਾ ਕਰਦੇ ਹਨ, ਜੋ ਇੱਛਾ ਸੋ ਫਲ ਪਾਏ। ਜੋ ਸੇਵਕ ਇੱਛਾ ਕਰਦੇ ਹੈ ਸਤਿਗੁਰਾਂ ਪਾਸੋਂ, ਉਹੀ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇ ਨਾ। ਉਹ ਸਤਿਗੁਰਾਂ ਦੇ ਕੋਲੋਂ ਉਹੀ ਕੁਛ ਫਲ ਪ੍ਰਾਪਤ ਹੋ ਜਾਂਦਾ ਹੈ ਤੇ ਉਹ ਪਾ ਲਈਦਾ। ਭਾਵ ਧਰਮ ਅਰਥ ਕਾਮ ਮੋਖ ਦੀ ਇਹ ਪ੍ਰਾਪਤੀ ਹੋ ਜਾਂਦੀ ਹੈ, ਮਨ ਇੱਛਤ ਫਲ ਮਿਲ ਜਾਂਦੇ ਹਨ। ਨਾ ਧਿਆਈਐ ਨਾ ਮੰਗੀਐ। ਭਾਈ ਸਤਿਗੁਰੂ ਪਾਸੋਂ ਦੁਨਿਆਵੀ ਪਦਾਰਥ ਮੰਗਣ ਦੀ ਬਜਾਏ ਤੇ ਨਾਮ ਮੰਗੀਐ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੋ। ਦੇਹ ਨਾਮ ਸੰਤੋਖੀਆ ਕਿ ਦਾਤਾ ਮੈਨੂੰ ਨਾਮ ਦੇ, ਬਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਮੈਨੂੰ ਨਾਮ ਦੇਣਾ ਕਰੋ। ਇਹ ਮੰਗੀ ਹੈ, ਨਾਮ ਮੰਗੀ ਹੈ। ਜਦੋਂ ਮੰਗਣਾ ਸਤਿਗੁਰਾਂ ਤੋਂ, ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤਹਿ ਪੈ ਮੰਗੋ, ਦੇਹ ਆਪਣਾ ਨਾਮ। ਮੈਨੂੰ ਇਹੀ ਦਖਣਾ ਦੇ, ਆਪਣਾ ਨਾਮ ਦੇ ਮਹਾਰਾਜ ਜੀ।
ਇਸ ਕਰਕੇ ਨਾਮ ਧਿਆਈ ਹੈ। ਫਿਰ ਸਤਿਗੁਰੂ ਦੇ ਕੋਲੋਂ ਜਿਹੜਾ ਨਾਮ ਮੰਗਿਆ ਸੀ, ਇੱਕ ਤਾਂ ਹੁੰਦੀ ਹੈ ਵੀ ਕੋਈ ਬਹੁਤ ਕੀਮਤੀ ਚੀਜ਼ ਕਿਸੇ ਦੇ ਕੋਲੋਂ ਮੰਗ ਲਈ, ਲਿਜਾ ਕੇ ਉਹ ਰੱਖ ਦਿੱਤੀ, ਵਰਤੋਂ 'ਚ ਨਹੀਂ ਲਿਆਂਦੀ। ਉਹਦਾ ਜਿਹੀ ਜੀ ਲਿਆਂਦੀ, ਆਪਣੇ ਘਰ ਜਿਹੀ ਜੀ ਨਾ ਲਿਆਂਦੀ, ਵਰਤਣ ਵਾਸਤੇ ਸੀ। ਕਹਿੰਦੇ ਉਹ ਜੋ ਨਾਮ ਲਿਆ ਸਤਿਗੁਰੂ ਦੇ ਕੋਲੋਂ, ਜੇ ਇੰਨਾ ਔਖਾ ਹੋ ਕੇ ਮੰਗਿਆ ਤਾਂ ਫਿਰ ਉਹਨੂੰ ਧਿਆਕਾਰ ਬਿਰਤੀ ਦੁਆਰਾ ਧਿਆਉਣਾ ਵੀ ਕਰੀਏ, ਧਿਆਉਣਾ ਚਾਹੀਦਾ ਹੈ। ਨਾਮੇ ਸਹਿਜ ਸਮਾਏ, ਫਿਰ ਨਾਮ ਦੇ ਨਾਲ ਸਹਿਜ ਸੁਤੇ ਸਿੱਧ ਹੀ। ਸਹਿਜ ਨਾਮ ਗਿਆਨ ਦਾ, ਗਿਆਨ ਪ੍ਰਾਪਤ ਹੋ, ਨਾਮ ਤੋਂ ਬਾਅਦ ਫਿਰ ਗਿਆਨ ਪ੍ਰਾਪਤ ਹੋ ਜਾਂਦਾ ਹੈ। ਸਹਿਜ ਸਹਿਜੇ ਸ਼ਾਂਤੀ ਮਿਲ ਜਾਂਦੀ ਹੈ। ਇਸ ਕਰਕੇ ਫਿਰ ਸਰਵਣ ਮੰਨਣ ਅਧਿਆਸਨ ਕਰੀਏ। ਜਿਹੜਾ ਮੰਗਣਾ ਮੰਗ ਨੀਕਾ ਹਰਿ ਜਸ ਗੁਰ ਤੇ ਮੰਗਣਾ, ਜੇ ਮੰਗਿਆ ਵਾਹਿਗੁਰੂ ਦਾ ਨਾਮ, ਨਾਮ ਨੂੰ ਜਪਣ ਕਰਕੇ ਸਹਿਜ ਪਾਦੀ ਸੁਤੇ ਸਿੱਧ ਗਿਆਨ ਦੇ ਵਿੱਚ, ਗਿਆਨ ਦੇ ਸਰੂਪ ਦੇ ਵਿੱਚ ਸਮਾਈ ਹੋ ਜਾਂਦੀ ਹੈ, ਅਭੇਦ ਹੋ ਜਾਂਦਾ ਹੈ। ਗਿਆਨ ਹਿਰਦੇ ਵਿੱਚ ਆ ਗਿਆ, ਅਗਿਆਨ ਮਿਟ ਗਿਆ, ਗਿਆਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨ ਮੇਰੇ ਹਰਿ ਰਸ ਜਾਖ ਤਿਖ ਜਾਏ, ਆਪਣੇ ਮਨ ਨੂੰ ਸੰਬੋਧਨ ਕਰਕੇ, ਇਹ ਉੱਤਮ ਭਗਤੀ ਦੀ ਨਿਸ਼ਾਨੀ ਹੈ। ਜਿਹੜਾ ਮੱਧਮ ਭਗਤਾ ਹੈ, ਕਨਿਸ਼ਟ ਭਗਤਾ, ਕਨਿਸ਼ਟ ਭਗਤਾ ਦਾ ਉਹ ਹੈ ਜਿਹੜਾ ਗੁੱਸੇ ਦੇ ਵਿੱਚ ਘੂਰ ਘੂਰ ਕੇ ਉਪਦੇਸ਼ ਦੇਵੇ। ਉਪਦੇਸ਼ ਤਾਂ ਹੈਗਾ ਪਰ ਗੁੱਸੇ 'ਚ ਦੇ ਰਿਹਾ। ਤੇ ਜਦੋਂ ਕਨਿਸ਼ਟ ਭਗਤ ਦਾ ਰੂਪ ਦੇਖੋਗੇ, ਰੇ ਜੀ ਨਿਲਜ ਤੋਹੇ ਲਾਜ ਤੋਹੇ ਨਹੀਂ, ਤੈਨੂੰ ਸ਼ਰਮ ਨਹੀਂ ਆਉਂਦੀ। ਇਹਦੇ ਹੀ ਫਿਰ ਜਿਹੜਾ ਮੱਧਮ ਭਗਤਾ ਹੈ ਉਹ ਨਾਮ ਲੈ ਕੇ ਉਪਦੇਸ਼ ਦਿੰਦਾ ਹੈ। ਜਿਵੇਂ ਵਸਿਸ਼ਠ ਜੀ ਨੇ ਰਾਮ ਜੀ ਦਾ ਨਾਮ ਲੈ ਕੇ ਉਪਦੇਸ਼ ਦਿੱਤਾ, ਹੇ ਰਾਮ ਤੂੰ ਬ੍ਰਹਮ ਰੂਪ ਹੈ, ਹੇ ਰਾਮ ਤੂੰ ਇਸ ਤਰ੍ਹਾਂ। ਜਾਂ ਫਿਰ ਭਗਵਾਨ ਕ੍ਰਿਸ਼ਨ ਜੀ ਨੇ ਅਰਜਨ ਦਾ ਨਾਮ ਲੈ ਲੈ ਕੇ ਹੇ ਪਾਰਥ, ਹੇ ਅਰਜਨ, ਇਹ ਕਹਿ ਕੇ ਉਪਦੇਸ਼ ਦਿੱਤਾ। ਇਹ ਮੱਧਮ ਭਗਤੀ ਦੀ ਨਿਸ਼ਾਨੀ। ਉੱਤਮ ਭਗਤਾ ਸਿੱਖਿਆ ਤਾਂ ਦੂਸਰੇ ਦੇਊ, ਪਰ ਆਪਣੇ ਮਨ ਨੂੰ ਮੁਖਾਤਿਬ ਕਰਕੇ ਦੇਊਗਾ। ਮਨ ਮੇਰੇ ਹਰ ਰਸ ਚਾਖ, ਗੁਰਸਿੱਖ ਮੁਖ ਦੁਆਰਾ, ਗੁਰਸਿੱਖ ਨੂੰ ਉਪਦੇਸ਼ ਹੈ। ਤੇ ਆਪਣੇ ਮਨ ਨੂੰ ਸਮਝਾਈਏ ਕਿ ਹੇ ਮੇਰੇ ਮਨ, ਹਰ ਕੌਣ ਹੈ? ਪਰਮੇਸ਼ਰ ਵਾਹਿਗੁਰੂ। ਉਹਦੇ ਨਾਮ ਦੇ ਵਿੱਚ ਰਸ ਹੈ। ਜਦੋਂ ਤੂੰ ਚਿੰਤਨ ਕਰੇਗਾ ਰਸ ਤਾਂ ਪ੍ਰਗਟ ਹੋਣਾ। ਹੁਣ ਅੱਗ ਤਾਂ ਲੱਕੜਾਂ 'ਚ ਹੈਗੀ ਹੈ, ਜਿੰਨਾ 'ਚ ਤੀਲਾ ਨਹੀਂ ਘਸਾਉਂਦੇ ਅੱਗ ਥੋੜੀ ਜਿਹੀ ਪ੍ਰਗਟ ਨਹੀਂ ਹੁੰਦੀ। ਹੁਣ ਘੀ ਤਾਂ ਦੁੱਧ ਦੇ ਵਿੱਚ ਹੈਗਾ, ਪਰ ਆਪਣੇ ਆਪ ਤਾਂ ਕਿਸੇ ਨੂੰ ਨਹੀਂ ਪ੍ਰਾਪਤ ਹੋਇਆ। ਉਹ ਰਿੜਕਣਾ ਤਾਂ ਪਊਗਾ ਨਾ ਦਹੀਂ ਬਣਾ ਕੇ। ਇਸੇ ਤਰ੍ਹਾਂ ਹਰ ਕਾ ਬਲੋਭ ਨਾ ਬਲੋਭੋ ਮੇਰੇ ਭਾਈ, ਸਹਿਜ ਬਲੋਭੋ ਜੈਸੇ ਤਤ ਨਾ ਜਾਏ। ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਜਦੋਂ ਤੂੰ ਚਖਣਾ ਕਰੇਗਾ, ਤੇ ਉਹ ਰਸਨਾ ਮਨ ਦੀ ਜੀਭ ਨਾਲ ਚਖਣਾ ਕਰੇਗਾ, ਜਿਸ ਕਰਕੇ ਰਸਾਂ ਕਸਾਂ ਦੀ ਤਿੱਖ ਜਾਏ। ਜਿਹੜੀ ਤ੍ਰਿਸ਼ਨਾ ਖਾਣ ਦੀ, ਪਹਿਨਣ ਦੀ, ਭੋਗਣ ਦੀ, ਇਹ ਤੇਰੀ ਤ੍ਰਿਸ਼ਨਾ ਚਲੀ ਜਾਵੇਗੀ। ਜਿਵੇਂ ਗੁਰਮੁਖ ਚਾਖਿਆ, ਜਿਨ੍ਹਾਂ ਗੁਰਮੁਖਾਂ ਨੇ ਮੁਖੀ ਗੁਰੂ ਸਾਹਿਬ ਦੁਆਰਾ ਅੰਮ੍ਰਿਤ ਨਾਮ ਰਸ ਨੂੰ ਚਾਖਿਆ, ਚਖਣਾ ਕੀਤਾ ਹੈ, ਇਹਦੇ ਆਨੰਦ ਨੂੰ ਮਾਨਣਾ ਕੀਤਾ ਹੈ। ਸਹਜੇ ਰਹੇ ਸਮਾਏ, ਉਹ ਸੁਤੇ ਸਿੱਧ ਹੀ ਵਾਹਿਗੁਰੂ ਦੇ ਵਿੱਚ ਸਮਾਏ ਨਾਮ ਲੀਨ ਹੋਣ ਦਾ ਹੈ। ਉਹ ਰਹਿੰਦੇ ਨੇ, ਸਮਾਏ ਰਹਿੰਦੇ ਨੇ, ਮਸਤ ਹੋ ਕੇ ਵਾਹਿਗੁਰੂ ਦੇ ਅਭੇਦ ਹੋ ਜਾਂਦੇ ਹਨ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ ਜੀ, ਜਿਨੇ ਸਤਿਗੁਰ ਸੇਵਿਆ, ਜਿਨ੍ਹਾਂ ਗੁਰਮੁਖਾਂ ਨੇ ਸਤਿਗੁਰੂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਸੇਵਨ ਕੀਤਾ, ਪੂਜਨ ਕੀਤਾ, ਜਾਂ ਸਤਿਗੁਰਾਂ ਦਾ ਪੂਜਨ ਕੀਤਾ ਹੈ। ਜਿਨੇ ਪਾਇਆ ਨਾਮ ਨਿਧਾਨ, ਭਾਈ ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ, ਉਹਨਾਂ ਨੇ ਨਾਮ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਪ੍ਰਾਪਤ ਕਰ ਲਿਆ ਹੈ। ਅੰਤਰ ਹਰ ਰਸ ਰਵ ਰਹਿਆ, ਤੇ ਨਾਮ ਦਾ ਖਜ਼ਾਨਾ ਪ੍ਰਾਪਤ ਹੋ ਗਿਆ ਤੇ ਨਾਮੀ ਵੀ ਪਰਮਾਤਮਾ ਪ੍ਰਾਪਤ ਹੋ ਜਾਂਦਾ ਹੈ। ਅੰਤਰ ਹਰ ਰਸ ਰਵ ਰਿਹਾ, ਉਹਨਾਂ ਦੇ ਅੰਤਰ ਹਿਰਦੇ ਦੇ ਅੰਦਰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਆਨੰਦ ਰਵ ਰਿਹਾ, ਵਿਆਪਕ ਹੋ ਰਿਹਾ ਹੈ, ਅੰਦਰੋਂ ਹੀ ਰਸ ਆ ਰਿਹਾ ਹੈ। ਚੂਕਾ ਮਨ ਅਭਿਮਾਨ, ਤੇ ਜਿਸ ਕਰਕੇ ਉਹਨਾਂ ਦੇ ਮਨ ਦੇ ਵਿੱਚੋਂ ਅਭਿਮਾਨ, ਹੰਕਾਰ ਚੁੱਕਿਆ ਗਿਆ, ਭਾਵ ਦੂਰ ਹੋ ਗਿਆ ਹੈ। ਹਿਰਦੈ ਕਮਲ ਪ੍ਰਗਾਸਿਆ, ਉਹਨਾਂ ਦੇ ਹਿਰਦੇ ਦੇ ਅੰਦਰ ਕਮਲ, ਜਿਹੜਾ ਜਿਵੇਂ ਕਮਲ ਖਿੜਦਾ ਹੈ ਨਾ, ਉਹਦੀਆਂ ਪੰਖੜੀਆਂ ਖੁੱਲ ਜਾਂਦੀਆਂ ਸੂਰਜ ਨੂੰ ਦੇਖ। ਉਹਨਾਂ ਦਾ ਹਿਰਦਾ ਗੁਰੂ ਰੂਪ ਸੂਰਜ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਖੁੜ ਜਾਂਦਾ ਹੈ। ਤੇ ਇਸ ਕਰਕੇ ਅੰਤਰ ਉਹਨਾਂ ਦੇ, ਜਿਨ੍ਹਾਂ ਦੇ ਨਾਮ ਦਾ ਰਸ ਸੀ, ਹਿਰਦਾ ਕਮਲ ਗਿਆਨ ਦੇ ਵਿੱਚ ਪ੍ਰਕਾਸ਼ ਖਿੜ ਗਿਆ ਹੈ।
ਤੇ ਜਿਸ ਕਰਕੇ ਲਾਗਾ ਸਹਿਜ ਧਿਆਨ ਤੇ ਪ੍ਰਭੂ ਦਾ ਧਿਆਨ ਸੁਤੇ ਸਿੱਧੇ ਧਿਆਨ ਜੁੜਨ ਲੱਗ ਗਿਆ। ਧਿਆਕਾਰ ਬਿਰਤੀ ਪ੍ਰਾਪਤ ਹੋ ਗਈ ਹੈ। ਮਨ ਨਿਰਮਲ ਹਰ ਰਵ ਰਹਿਆ। ਉਹਨਾਂ ਦਾ ਮਨ ਮਾਇਆ ਤੇ ਵਿਸ਼ਿਆਂ ਦੀ ਮੈਲ ਤੋਂ ਰਹਿਤ ਹੋ ਕੇ ਸੁੱਧ ਹੋ ਗਿਆ। ਤੇ ਜਦੋਂ ਸੁੱਧ ਹੋ ਗਿਆ ਤੇ ਉਹਨਾਂ ਨੇ ਫਿਰ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜੋ ਹੈ ਉਸ ਨੂੰ ਰੱਬ ਰਿਹਾ ਸਰਬ ਵਿਆਪਕ ਜਾਣ ਲਿਆ ਕਿ ਸਾਰੀ ਜਗ੍ਹਾ ਹੀ ਹੈ। ਉਹ ਫਿਰ ਹਰ ਵਕਤ ਨਾਮ ਨੂੰ ਉਚਾਰਨ ਕਰਦੇ ਰਹਿੰਦੇ ਨੇ। ਨਾਮ ਦੇ ਉਚਾਰਨ ਕਰਨ ਕਰਕੇ ਫਿਰ ਉਹਨਾਂ ਨੂੰ ਇਹ ਅਵਸਥਾ ਮਿਲਦੀ ਹੈ। ਪਾਇਆ ਦਰਗਹਿ ਮਾਨ। ਦਰਗਾਹ ਪਰਲੋਕ ਸੱਚਖੰਡ ਉਹਦੇ 'ਚ ਫਿਰ ਉਹਨਾਂ ਨੂੰ ਮਾਣ ਇੱਜ਼ਤ ਮਿਲੇਗੀ ਤੇ ਉਹਨਾਂ ਦਾ ਸਤਿਕਾਰ ਹੋਏਗਾ। ਦਰਗਾਹ ਦੇ ਵਿੱਚ ਰੇਰੇ ਦਰਗਾਹ ਕਹੇ ਨਾ ਕੋਈ, ਆਓ ਬੈਠ ਆਦਰ ਸੁਭ ਦਿਓ, ਆਦਰ ਮਿਲਦਾ ਉਹਨਾਂ ਨੂੰ। ਜੋ ਦਰ ਅੰਦਰ, ਦਰ ਦਾ ਨਾਮ ਅੰਦਰ ਹੁੰਦਾ ਹੈ, ਅੰਤਸ ਕਰਨ ਰੂਪੀ ਗਹਿ ਜਗ੍ਹਾ ਦੇ ਵਿੱਚ ਤੇ ਪਾਇਆ, ਗੁਰਦੁਆਰੇ ਬੋਲੋ ਜੀ, ਪਾਇਆ ਪਾਇਆ ਦਰਗਹਿ ਮਾਨ। ਤੋ ਇਸ ਪ੍ਰਕਾਰ ਉਹ ਮਾਨ ਸਤਿਕਾਰ ਵੀ ਮਿਲਦਾ ਹੈ ਤੇ ਦਰ ਗਹਿ ਜਗ੍ਹਾ ਪਰਮੇਸ਼ਰ ਵਾਹਿਗੁਰੂ ਪਰਮੇਸ਼ਰ ਦਾ ਮਾਨ ਜਿਹੜਾ ਮੰਨਣ ਰੂਪ ਗਿਆਨ ਕਰ ਲਿਆ। ਸਰਵਣ ਗਿਆਨ, ਮੰਨਣ ਗਿਆਨ, ਨਿਧਿਆਸਨ ਗਿਆਨ ਤੇ ਗਿਆਨ ਪਾ ਕੇ ਕਿਰਤ ਹੋ ਜਾਂਦੇ ਹਨ। ਸਤਿਗੁਰ ਸੇਵਨ ਆਪਣਾ। ਜੋ ਆਪਣੇ ਸਤਿਗੁਰੂ ਪਰਮੇਸ਼ਰ ਸਰੂਪ ਜਾਣ ਕੇ ਜੋ ਸੇਵਦੇ ਹੈ, ਗੁਰੂ ਨਾਨਕ ਨੂੰ ਪਰਮੇਸ਼ਰ ਸਮਝ ਲਿਆ ਜਿਨ੍ਹਾਂ ਨੇ। ਗੁਰ ਪਰਮੇਸ਼ਰ ਇੱਕ ਹੈ, ਉਹ ਸੇਵਨ ਕਰਦੇ ਨੇ ਸਤਿਗੁਰੂ ਨੂੰ ਪਰਮੇਸ਼ਰ ਸਮਝ ਕੇ। ਤੇ ਵਿਰਲੇ ਸੰਸਾਰ। ਉਹ ਭਾਈ ਫਿਰ ਬਿਰਲੇ ਕੀ ਹੈ, ਸਿੱਧੇ ਸਿੱਧੇ ਕਿਤੇ ਕਿਤੇ ਹੀ ਹੈ। ਉਹ ਕਰੋੜਾਂ ਦੇ ਵਿੱਚ ਕੋਈ ਆ, ਥੋੜੇ ਨਾ ਬਹੁਤੇ ਨਹੀਂ ਹੈ। ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀਤ, ਹੈਨ ਬਿਰਲੇ ਨਾਹੀ ਕਣਿਓ ਬਹੁਤੇ ਨਹੀਂ ਹਨ। ਹਉਮੈ ਮਮਤਾ ਮਾਰ ਕੇ। ਉਹਨਾਂ ਨੇ ਹਉਮੈ ਦੇਹ ਦੀ ਹੰਗਤਾ ਜਿਹੜੀ ਸੀ, ਉਹਨਾਂ ਹੰਗਤਾ ਤੇ ਪਦਾਰਥਾਂ ਦੀ ਜਿਹੜੀ ਮਮਤਾ ਸੀ, ਮੇਰ ਸੀ, ਉਹਨਾਂ ਨੇ ਮਾਰ ਕੇ ਨਾਸ ਕਰਕੇ ਹਰ ਆਖਿਆ ਔਰ ਧਾਰ। ਹਰੀ ਪਰਮੇਸ਼ਰ ਵਾਹਿਗੁਰੂ ਨੂੰ ਉਰ ਹਿਰਦੇ 'ਚ ਧਾਰਨ ਕਰਕੇ ਰੱਖਿਆ ਹੈ। ਤਨ ਕੈ ਬਲਿਹਾਰਣੈ। ਮਾਰੇ ਕਹਿੰਦੇ ਭਾਈ ਅਸੀਂ ਤਾਂ ਉਹਨਾਂ ਗੁਰਸਿੱਖਾਂ ਤੋਂ, ਰੱਬ ਦੇ ਪਿਆਰਿਆਂ ਤੋਂ, ਰੱਬ ਨਾਲ ਪ੍ਰੇਮ ਕਰਨ ਵਾਲੇ ਪ੍ਰੇਮੀਆਂ ਤੋਂ, ਉਹਨਾਂ ਦੇ ਉੱਪਰੋਂ ਮੈਂ ਤਾਂ ਬਲਿਹਾਰ ਕੁਰਬਾਨ ਜਾਂਦਾ ਹਾਂ। ਜਿਨ੍ਹਾਂ ਨਾਮੇ ਲੱਗਾ ਪਿਆਰ। ਜਿਨ੍ਹਾਂ ਦਾ ਨਾਮ ਨਾਲ ਪਿਆਰ ਸਨੇਹ ਲੱਗ ਗਿਆ, ਕਹਿੰਦੇ ਮੈਂ ਤਾਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਸੇ ਸੁਖੀਏ ਚਾਹੋ ਜੋਗੀ। ਸੰਸਾਰ ਦੇ ਵਿੱਚ ਨਾਮ ਜਪਣ ਵਾਲੇ ਸੁਖੀ ਨੇ, ਨਾ ਸੰਤਾਨ ਵਾਲੇ ਸੁਖੀ ਨੇ ਤੇ ਨਾ ਹੀ ਧਨ ਵਾਲੇ ਸੁਖੀ ਨੇ, ਨਾ ਹੀ ਉੱਚੇ ਮਰਾਤਬਿਆਂ ਵਾਲੇ ਸੁਖੀ ਨੇ। ਸੁਖੀ ਤਾਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣ ਵਾਲੇ ਹੈ। ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ। ਪਰਮਾਤਮਾ ਦੇ ਨਾਮ ਦੀ ਸ਼ਰਨ ਵਿੱਚ ਸੁਖ ਹੈ। ਹਰ ਕੋ ਨਾਮ ਸਦਾ ਸੁਖਦਾਈ। ਸੁਖਦਾਇਕ ਨਾਮ ਹੈ ਵਾਹਿਗੁਰੂ ਦਾ। ਬਾਕੀ ਸਾਰੇ ਦੁੱਖ ਰੂਪ ਨੇ। ਤਿਲ ਜਿੰਨਾ ਉਹਨਾਂ ਦੇ ਵਿੱਚ ਜੇ ਸੁਖ ਹੈ ਨਾ, ਮਨ ਜਿੰਨਾ ਦੁੱਖ ਲੁਕਿਆ ਪਿਆ। ਇਸ ਕਰਕੇ ਇਹ ਸੁਖ ਖਿਨ ਭੰਗਰ ਸੁਖ ਨੇ। ਉਹ ਚਾਰੇ ਯੁੱਗਾਂ ਦੇ ਭਗਤ ਦੇਖ ਲਓ। ਧਰੂਮ ਪ੍ਰਹਲਾਦ ਸੀ, ਚਾਹੇ ਕਿੰਨੇ ਸੁਖੀ ਹੋ ਗਏ ਨਾਮ ਜਪ ਕੇ। ਚਾਰੇ ਯੁੱਗਾਂ ਦੇ ਭਗਤਾਂ ਵੱਲ ਵੇਖ ਲਓ, ਚਾਰ ਯੁੱਗਾਂ 'ਚ ਉਹ ਸੁਖੀ ਮੰਨੇ ਗਏ ਹਨ। ਸੇਈ ਸੁਖੀ ਚੌ ਜੁਗੀ। ਉਹ ਭਾਵੇਂ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਤੇ ਉਹਨਾਂ ਸੁਖੀ ਹਨ। ਜਿਨ੍ਹਾਂ ਨਾਮ ਅਖੁੱਟ ਅਪਾਰ। ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਦਾ ਅਪਾਰ, ਪਾਰਾਵਾਰ ਤੋਂ ਰਹਿਤ, ਅਖੁੱਟ ਨਾ ਮੁੱਕਣ ਵਾਲਾ ਜਿਹੜਾ ਖਜ਼ਾਨਾ ਹੈ ਉਹ ਪ੍ਰਾਪਤ ਹੋ ਗਿਆ ਹੈ। ਅਖੁੱਟ ਖਜ਼ਾਨਾ ਹੈ। ਪਿਓ ਦਾਦੇ ਤਾਂ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਪਿਆਰ ਦਾਨਾ। ਐਸਾ ਨਾਮ ਦਾ ਖਜ਼ਾਨਾ ਹੈ। ਗੁਰ ਮਿਲਿਆ ਨਾਮ ਪਾਈਐ। ਫੇ ਭਾਈ ਸਤਿਗੁਰਾਂ ਨੂੰ ਮਿਲੇ ਤੋਂ ਬਿਨਾ ਸੱਚਾ ਨਾਮ ਨਹੀਂ ਪਾਈਦਾ। ਸਤਿਗੁਰ ਮਿਲਿਆ ਨਾਮ ਪਾਈਏ। ਸਤਿਗੁਰੂ ਮਿਲ ਜਾਣ, ਜਿਹੜਾ ਸੱਚਾ ਸਤਿਗੁਰੂ ਹੈ ਭਾਈ, ਉਹ ਨਾਮ ਦਊਗਾ ਵਾਹਿਗੁਰੂ ਦਾ। ਉਹ ਨਾਮ ਨਾਲ ਜੋੜਦਾ ਹੈ, ਜਿਸ ਦੁਆਰਾ ਫਿਰ ਨਾਮ ਦੇ ਪ੍ਰਤਾਪ ਨਾਲ ਚੁੱਕੈ ਮੋਹ ਪਿਆਸ। ਤੇ ਮੋਹ ਪਦਾਰਥਾਂ ਦਾ ਤੇ ਪਿਆਸ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ। ਸਿਮਰਨ ਕਰਨ ਦੇ ਨਾਲ ਸਰੀਰ ਤੇ ਸੰਬੰਧੀਆਂ ਦਾ ਮੋਹ। ਹੁਣ ਤਾਂ ਆਪਾਂ ਨੂੰ ਪਹਿਲੇ ਨੰਬਰ ਤੇ ਸਰੀਰ ਦਾ ਮੋਹ ਹੈ ਸਾਨੂੰ। ਫਿਰ ਸਰੀਰ ਦੇ ਨਾਲ ਜਿਹੜੇ ਜੁੜੇ ਹੋਏ ਨੇ ਰਿਸ਼ਤੇ, ਉਹਨਾਂ ਦਾ ਮੋਹ ਹੈ। ਹੁਣ ਜਦੋਂ ਦਰਖਤ ਦੀਆਂ ਜੜਾਂ ਵੱਢਤੀਆਂ, ਟਾਹਣੀਆਂ ਕਿੱਥੋਂ ਫਿਰ ਰਹਿਣਗੀਆਂ ਹਰੀਆਂ। ਜਦੋਂ ਸਰੀਰ ਦਾ ਮੋਹ ਖਤਮ ਹੋ ਗਿਆ, ਸੰਬੰਧੀਆਂ ਦਾ ਤਾਂ ਆਪ ਹੀ ਖਤਮ ਹੋ ਜਾਣਾ। ਤੇ ਅੰਦਰ ਤੋਂ ਪਿਆਰ ਨਾਮ ਦੇ ਨਾਲ ਜੁੜੂਗਾ ਫਿਰ। ਤੇ ਇਸ ਕਰਕੇ ਅੰਦਰ ਤੋਂ ਫਿਰ ਉਹਨਾਂ ਦਾ ਮੋਹ ਜਿਹੜਾ ਸੀ ਸੰਬੰਧੀਆਂ ਦਾ, ਪਦਾਰਥਾਂ ਦਾ, ਸਰੀਰ ਦਾ,
ਉਹ ਰਹਿੰਦਾ ਨਹੀਂ ਹੈ, ਚੁੱਕਿਆ ਜਾਂਦਾ ਹੈ। ਤੇ ਤ੍ਰਿਸ਼ਨਾ ਉਹ ਵੀ ਨਿਵਰਤ ਹੋ ਗਈ। ਉਹ ਪਿਆਸ ਜਿਹੜੀ ਆਪਾਂ ਨੂੰ ਲੱਗਦੀ ਹੈ ਤਾਂ ਪਾਣੀ ਪੀ ਕੇ ਚਾਹੇ ਥੋੜੇ ਚਿਰ ਬਾਅਦ ਬੁਝਦਾ ਜਾਂਦੀ ਹੈ ਨਾ। ਜਿਹੜੀ ਧਨ ਦੀ ਪਿਆਸ ਲੱਗੀ ਹੈ ਵਿਸ਼ਿਆਂ ਦੀ, ਇਹ ਭੋਗ ਕੇ ਵੀ ਨਹੀਂ ਮਿਟਦੀ ਹੈ, ਜਿਉਂ ਦੀ ਤਿਉਂ ਰਹਿੰਦੀ ਹੈ। ਇਸ ਕਰਕੇ ਇਹ ਤ੍ਰਿਸ਼ਨਾ ਬੁਝੈ ਹਰਿ ਕੈ ਨਾਮ, ਇਹ ਤਾਂ ਨਾਮ ਹੀ ਹੈ ਜਿਹੜਾ ਅੱਗ ਹੈ ਤ੍ਰਿਸ਼ਨਾ। ਇਹ ਪਿਆਸ ਬੁਝਦੀ ਹੈ ਨਾਮ ਜਲ ਦੇ ਨਾਲ। ਹਰ ਸੇਤੀ ਮਨ ਰਬ ਰਹਿਆ, ਤੇ ਉਹਨਾਂ ਦਾ ਹਰ ਪਰਮੇਸ਼ਰ ਵਾਹਿਗੁਰੂ ਦੇ ਨਾਲ ਹਰ ਸਮੇਂ ਮਨ ਹਿਰਦਾ ਜਿਹੜਾ ਰਬ ਰਿਹਾ ਕਿ ਮਿਲਿਆ ਰਹਿੰਦਾ ਹੈ। ਕਿਸੇ ਵੇਲੇ ਵੀ ਉਹ ਹਿਰਦਾ ਨਾਮ ਤੋਂ ਇੱਧਰ ਉੱਧਰ ਨਹੀਂ ਜਾਂਦਾ। ਨਾਮ ਦਾ ਉਚਾਰਨ ਕਰਨ ਦੇ ਵਿੱਚ ਉਹ ਜੁੜੇ ਰਹਿੰਦੇ ਨੇ ਹਰ ਵੇਲੇ। ਘਰ ਹੀ ਵਾਹੇ ਉਦਾਸ, ਉਹ ਭਾਵੇਂ ਘਰ ਦੇ ਵਿੱਚ ਰਹਿਣ ਚਾਹੇ ਜੰਗਲਾਂ 'ਚ ਰਹਿਣ, ਉਹ ਗ੍ਰਸਤ ਦੇ ਵਿੱਚ ਰਹਿੰਦੇ ਆ ਘਰ ਦੇ ਵਿੱਚ। ਕਬੀਰ ਸਾਹਿਬ ਵਾਂਗੂ, ਰਵਿਦਾਸ ਜੀ ਵਾਂਗੂ, ਧੰਨੇ ਵਾਂਗੂ, ਸਾਰੇ ਭਗਤਾਂ ਵਾਂਗੂ ਉਹ ਵਿੱਚੇ ਉਦਾਸ ਉਪਰਾਮ ਹੋ ਕੇ ਰਹਿੰਦੇ ਵੀ ਹਮੇਸ਼ਾ ਤਾਂ ਰਹਿਣਾ ਨਹੀਂ। ਇਸ ਕਰਕੇ ਉਹ ਵਿਸ਼ਿਆਂ ਤੋਂ ਨਿਰਲੇਪ ਹੋ ਜਾਂਦੇ। ਜਿਵੇਂ ਕਮਲ ਫੁੱਲ ਹੈ, ਪਾਣੀ ਦੇ ਵਿੱਚ ਹੀ ਰਹਿੰਦਾ ਹੈ, ਜੜ ਉਹਦੀ ਚਿੱਕੜ ਦੇ ਵਿੱਚ ਹੈ, ਡੰਡੀ ਉਹਦੀ ਪਾਣੀ ਦੇ ਵਿੱਚ ਹੈ, ਪਰ ਜਿੱਥੇ ਖੜਾ ਆਇਆ ਉੱਥੇ ਚਿੱਕੜ ਵੀ ਨਹੀਂ ਹੈ, ਉੱਥੇ ਪਾਣੀ ਵੀ ਨਹੀਂ ਹੈ। ਜਿਹੜਾ ਸਾਡਾ ਸਰੀਰ ਹੈ ਇਹ ਮਾਤਾ ਪਿਤਾ ਦੇ ਚਿੱਕੜ ਤੋਂ ਹੀ ਪੈਦਾ ਹੋਇਆ। ਮੋਹ ਦੇ ਚਿੱਕੜ ਦੇ ਚ ਹੁਣ ਦੇਹ ਦੇ ਚਿੱਕੜ ਚ ਅਸੀਂ ਫਸੇ ਹੋਏ ਹਾਂ। ਤੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਜੀਵਨ ਕੀ ਹੈ? ਗ੍ਰਸਤ ਰੂਪੀ ਚਿੱਕੜ ਚ ਵੀ ਰਹਿੰਦੇ, ਪਦਾਰਥਾਂ ਰੂਪੀ ਪਾਣੀ ਦੇ ਸਰੀਰ ਉਹਨਾਂ ਦੀ ਡੰਡੀ ਘੁੰਮਦੀ ਰਹਿੰਦੀ ਹੈ। ਪਰ ਜਿਹੜੀ ਅਵਸਥਾ ਨਾਮ ਦੀ, ਉਹ ਫਿਰ ਫੁੱਲ ਵਾਂਗੂ ਉੱਚੇ ਜਾ ਕੇ ਉੱਚੀ ਅਵਸਥਾ ਖਿੜੀ ਰਹਿੰਦੀ ਹੈ। ਉਹਨਾਂ ਦੇ ਵਿਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉ ਕਮਲ ਰਹਿ ਵਿੱਚ ਪਾਣੀ ਹੈ। ਜਿਨ੍ਹਾਂ ਹਰਿ ਕਾ ਸਾਧ ਆਇਆ, ਜਿਨ੍ਹਾਂ ਨੂੰ ਭਾਈ ਹਰੀ ਪਰਮੇਸ਼ਰ ਦੇ ਨਾਮ ਦਾ ਸਾਧ, ਨਾਮ ਸਵਾਦ ਦਾ, ਆਨੰਦ ਦਾ ਆਇਆ ਹੈ। ਉਹ ਤਿਨ ਬਲਿਹਾਰੈ ਜਾਸ, ਬਈ ਮੈਂ ਤਾਂ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਵਾਂ ਜਿਨ੍ਹਾਂ ਨੂੰ ਨਾਮ ਦਾ ਰਸ ਆਉਣ ਲੱਗ ਗਿਆ ਹੈ। ਨਾਨਕ ਨਦਰੀ ਪਾਈਐ। ਸਤਿਗੁਰੂ ਮਹਾਰਾਜ ਜੀ ਫਰਮਾਨ ਕਰਦੇ ਹੈ ਕਿ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਅੰਤਰਜਾਮੀ ਦੀ ਨਜ਼ਰ ਕਿਰਪਾ ਦ੍ਰਿਸ਼ਟੀ ਹੋ ਗਈ, ਇਹ ਆਪਣੇ ਆਪ ਨਹੀਂ ਪਾਇਆ ਜਾਂਦਾ ਹੈ। ਸਤਿਨਾਮ ਗੁਣ ਤਾਸ, ਤੇ ਸੱਚੇ ਪਰਮੇਸ਼ਰ ਦੇ ਨਾਮ ਜਿਹੜਾ ਗੁਣਾ ਦਾ ਤਾਸ, ਗੁਣਾ ਦਾ ਖਜ਼ਾਨਾ ਹੈ, ਉਹ ਪੂਰੇ ਗੁਰੂ ਦੀ ਕਿਰਪਾ ਦੁਆਰੀ ਪਾਈਦਾ। ਆਪਣੇ ਆਪ ਕਿਵੇਂ ਮਿਲ ਜੂਗਾ? ਗੁਰ ਕਿਰਪਾ ਦੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਇਹ ਗੁਰੂ ਦੀ ਕਿਰਪਾ ਹੁੰਦੀ ਹੈ। ਸ੍ਰੀ ਰਾਗ ਮਹੱਲਾ ਤੀਜਾ। ਹੁਣ ਤੀਸਰੇ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ ਸ੍ਰੀ ਰਾਗ ਵਿੱਚ। ਬਹੁ ਭੇਖ ਕਰ ਪਰਮਾਈਐ, ਜਿਨ੍ਹਾਂ ਦੇ ਹਿਰਦੇ ਵਿੱਚ ਤਾਂ ਕਪਟ ਹੈ, ਛਾਲਾ ਤੇ ਫਰੇਬ ਹੈ, ਤੇ ਉੱਪਰ ਤੇ ਭੇਖ ਪਾਈ ਫਿਰਦੇ ਆ ਸਾਧੂਆਂ ਵਾਲਾ। ਲੋਕਾਂ ਨੂੰ ਲੁੱਟਣ ਵਾਸਤੇ ਦਿਖਾਉਣਾ, ਬਹੁਤ ਸਾਰੇ ਆਟਾ ਦਾਣਾ ਮੰਗਣ ਵਾਸਤੇ ਭਗਵੇਂ ਕੱਪੜੇ ਪਾ ਲੈਂਦੇ ਆ, ਟੋਲਿਆਂ ਦੇ ਟੋਲੇ ਫਿਰਦੇ ਦੇਖੇ ਗਏ ਆ ਪੰਜਾਬ ਦੇ ਵਿੱਚ। ਫਿਰ ਉਹ ਸਾਧੂ ਥੋੜੀ ਹੋ ਜਾਣਗੇ। ਕਈ ਜੇ ਚੋਰ ਸਾਧੂਆਂ ਦਾ ਕੱਪੜਾ ਪਾ ਲਵੇ, ਉਹ ਚੋਰੀ ਕਰਦਾ ਫੜਿਆ ਜਾਵੇ, ਫਿਰ ਇਹ ਅਣਜਾਣਪਣਾ ਨੇ ਕਹੀਏ ਵੀ ਸਾਧ ਚੋਰੀ ਕਰਦਾ ਸੀ ਫੜਿਆ ਗਿਆ। ਇਹ ਤਾਂ ਮੂਰਖਪਣਾ, ਸਾਧ ਵੀ ਕਿਤੇ ਚੋਰੀ ਕਰਦਾ ਹੁੰਦਾ। ਚੋਰ ਨੇ ਸਾਧ ਦੇ ਕੱਪੜੇ ਪਾਏ ਸੀ। ਇਸ ਕਰਕੇ ਇਹ ਨਿੰਦਿਆਜਨਕ ਸ਼ਬਦ ਨਹੀਂ ਕਹਿਣਾ ਚਾਹੀਦਾ। ਬਹੁ ਭੇਖ ਕਰ ਭਰਮਾਈ ਹੈ। ਤੇ ਦੁਆਰੇ ਪੜ੍ਹ ਦੋ ਜੀ। ਬਹੁ ਭੇਖ ਕਰ ਭਰਮਾਈਐ, ਜੇਕਰ ਬਹੁਤ ਹੀ ਤਰ੍ਹਾਂ ਦੇ ਭੇਖ ਲਿਬਾਸ ਕਰਕੇ ਭਰਮਾਈਏ, ਭਰਮਣ ਕਰੀਏ ਤੀਰਥਾਂ ਦੇ ਉੱਤੇ, ਇੱਧਰ ਉੱਧਰ ਭਰਮਣ ਕਰਦੇ ਫਿਰੇ ਜਾਈਏ ਭਾਵੇਂ। ਮਨ ਹਿਰਦਾ ਕਪਟ ਕਮਾਏ, ਇਹ ਲਿਬਾਸ ਵੀ ਪਾ ਲਿਆ ਸਾਧੂਆਂ ਵਾਲਾ, ਤੀਰਥਾਂ ਤੇ ਵੀ ਫਿਰਦਾ ਹੈ, ਪਰ ਹਿਰਦੇ ਵਿੱਚ ਛਲ ਹੈ, ਕਪਟ ਨਾਮ ਛਲ ਦਾ। ਉਹ ਛਲ ਦੀ ਕਮਾਈ ਕਰਦਾ ਹੈ। ਭੇਖ ਦਿਖਾਇਓ ਜਗਤ ਕੋ ਲੋਗਨ ਕੋ ਬਸਕੀਨ, ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀ। ਨਰਕਾਂ ਦੇ ਕੀੜੇ ਫਿਰ ਤਾਂ ਉਹ ਨਰਕਾਂ 'ਚ ਜਾਣਗੇ। ਹਰਿ ਕਾ ਮਹਿਲ ਨਾ ਪਾਵਈ, ਤੇ ਉਹ ਹਰੀ ਪਰਮੇਸ਼ਰ ਵਾਹਿਗੁਰੂ ਦਾ ਮਹਿਲ ਸਰੂਪ ਨੂੰ ਨਾ ਪਾਵੀ, ਨਹੀਂ ਪਾ ਸਕਦਾ ਹੈ, ਪ੍ਰਾਪਤ ਨਹੀਂ ਕਰ ਸਕਦਾ। ਬਲਕਿ ਉਹਨੂੰ ਤਾਂ ਇਹ ਪ੍ਰਾਪਤ ਹੋਊਗਾ ਅੱਗੇ ਦੱਸਦੇ ਨੇ। ਮਰ ਵਿਸ਼ਟਾ ਵਾਹੇ ਸਮਾਏ, ਉਹ ਮਰ ਕੇ ਜਾਂ ਤਾਂ ਨਰਕਾਂ 'ਚ ਜਾਊਗਾ। ਗਰਭ ਦਾ ਜਿੱਥੇ ਵਿਸ਼ਟਾ ਗੰਦਗੀ ਹੈ, ਜਿੱਥੇ ਬੱਚੇ ਦਾ ਸਰੀਰ ਪਲਦਾ ਮਾਤਾ ਦੇ ਪੇਟ ਵਿੱਚ, ਬਰੀਕ ਜਿਹੀ ਪੜਦਾ ਹੈ ਚਮੜੀ ਦਾ, ਜਿਹਦੇ ਮੂੰਹ ਦੇ ਉੱਤੇ ਮਾਤਾ ਦਾ ਮਲ ਮੂਤਰ ਲੰਘਦਾ ਹੈ ਮੂੰਹ ਦੇ ਉੱਤੇ ਨੂੰ, ਉਹ ਹਰ ਵਕਤ ਗੰਦਗੀ ਦੇ ਵਿੱਚ ਪਿਆ ਹੈ। ਇਹਦੇ ਵਿੱਚ ਇਹ ਸਮਾਇਆ ਰਹਿੰਦਾ। ਬਿਸਟਾ ਮਾਹੇ ਸਮਾਏ, ਉਹ ਗੰਦਗੀ ਦੇ ਕੀੜੇ ਹੋ ਕੇ ਗੰਦਗੀ ਦੇ ਵਿੱਚ ਸਮਾ ਜਾਂਦੇ। ਇੱਕ ਵਾਰੀ ਫੇਰ ਬੋਲ ਦਿਓ ਜੀ। ਮਰ ਬਿਸਟਾ ਮਾਹੇ ਸਮਾਏ, ਤੇ ਉਹ ਬਿਸਟਾ ਗੰਦਗੀ ਵਿਸ਼ੇ ਵਿਕਾਰਾਂ ਦੀ ਵਿੱਚ ਹੀ ਸਮਾ ਜਾਂਦੇ ਆ। ਸਾਰੀ ਜ਼ਿੰਦਗੀ ਵਿਸ਼ੇ ਭੋਗਦੇ ਰਹਿੰਦੇ, ਨਾਮ ਦਾ ਰਸਤਾ ਆਇਆ ਨਹੀਂ।
ਪਰਮੇਸ਼ਰ ਵਾਹਿਗੁਰੂ ਦਾ ਮਹਿਲ ਸਰੂਪ ਨੂੰ ਤਾਂ ਜਾਣਿਆ ਹੀ ਨਹੀਂ। ਹਰ ਕਾ ਮਹਿਲ ਨਾ ਪਾਵੇ, ਵਾਹਿਗੁਰੂ ਦੇ ਸਰੂਪ ਨੂੰ ਨਹੀਂ ਪਾਇਆ ਹੈ। ਤੇ ਇਸ ਕਰਕੇ ਫਿਰ ਉਹ ਗੰਦਗੀ ਦੇ ਕੀੜੇ ਬਣਦੇ ਆ, ਅਜਿਹੀਆਂ ਜੂਨਾਂ ਮਿਲ ਜਾਂਦੀਆਂ ਨੇ। ਤੇ ਇਹ ਮਨ ਨੂੰ ਸਿੱਖਿਆ ਦਿੱਤੀ ਹੈ, ਮਨ ਰੇ ਗ੍ਰਹਿ ਮਾਹੇ ਉਦਾਸ। ਇਹਦਾ ਵਿਸਰਾਮ ਪਾਈ ਰੇਤ ਹੀ ਰੱਖਣਾ। ਜਿਵੇਂ ਸੁਣਿਆ ਤੁਸੀਂ, ਮਨ ਰੇ ਗ੍ਰਹਿ ਮਾਹੇ ਉਦਾਸ। ਜੇ ਕਹਤਾ ਮਨ ਰੇ ਗ੍ਰਹਿ, ਉਹ ਫਿਰ ਵਿਸਰਾਮ ਗਲਤ ਹੋ ਜਾਊਗਾ। ਮਨ ਰੇ ਰੇ ਹੇ ਮਨਾ, ਗ੍ਰਹਿ ਗ੍ਰਸਥ ਵਿੱਚ ਰਹਿੰਦਿਆਂ ਹੋਏ ਉਦਾਸ ਕਿਉਂ? ਉਪਰਾਮ ਰਿਹਾ ਕਰ। ਉਪਰਾਮ ਰਹਿਣ ਦੇ ਨਾਲ ਤੈਨੂੰ ਵਿਸ਼ੇ ਵਿਕਾਰ ਨਹੀਂ ਤੰਗ ਕਰਨਗੇ। ਤੈਨੂੰ ਇਹ ਪਤਾ ਹੋਣਾ ਚਾਹੀਦਾ ਵੀ ਸੰਸਾਰ 'ਚ ਸਦਾ ਨਹੀਂ ਰਹਿਣਾ। ਉਪਰਾਮ ਤਾਂ ਜ਼ਿਆਦਾ ਆਊਗੀ ਜਦੋਂ ਮੌਤ ਚੇਤੇ ਆਊਗੀ ਵੀ ਇੱਕ ਦਿਨ ਚਲੇ ਜਾਣਾ ਛੱਡ ਕੇ। ਦੇਖਿਆ ਨਹੀਂ ਜਦੋਂ ਕਿਸੇ ਦੀ ਅਰਥੀ ਜਾਂਦੀ ਹੈ, ਕਿਸੇ ਪਿਆਰੇ ਸੰਬੰਧੀ ਦੀ, ਉਦੋਂ ਕਿਹਾ ਜਾ ਸੰਸਾਰ ਲੱਗਦਾ ਹੈ। ਕਹਿੰਦਾ ਕੁਝ ਨਹੀਂ ਹੈ ਵੀ ਸੰਸਾਰ 'ਚ, ਤਾਂ ਐਵੇਂ ਝੂਠਾ ਹੀ ਹੈ। ਉਪਰਾਮ ਹੋਇਆ ਉਸ ਵੇਲੇ। ਜੇ ਹਰ ਵਕਤ ਇਹ ਉਪਰਾਮ ਰਹੇ ਨਾਮ ਨਾਲ ਜੁੜਿਆ ਰਹਿੰਦਾ ਹੈ, ਘਰ ਦੇ ਵਿੱਚ ਰਹਿ ਕੇ ਵੀ ਉਦਾਸ ਰਹਿ ਪਾਵੇਂ ਤੋਂ ਸਚ ਸੰਜਮ ਕਰਨੀ ਸੋ ਕਰੇ। ਸੱਚ ਸੱਚਾ ਸੰਜਮ ਇੰਦਰੀਆਂ ਦਾ ਦਮਨ ਕਰਨਾ ਤੇ ਭਗਤੀ ਰੂਪੀ ਕਰਨੀ, ਕਮਾਈ ਕਰਨੀ। ਇਹ ਮਨੁੱਖ ਜਿਹੜਾ ਕਰਦਾ ਹੈ ਨਾ, ਸੋ ਉਹ ਕਰਦਾ ਹੈ। ਕੌਣ? ਅੱਗੇ ਦੱਸਦੇ ਨੇ, ਗੁਰਮੁਖ ਹੋਏ ਪ੍ਰਗਾਸ। ਜਿਨ੍ਹਾਂ ਦੇ ਹਿਰਦਿਆਂ ਵਿੱਚ ਗੁਰਮੁਖ ਮੁਖੀ ਗੁਰੂ ਸਾਹਿਬ ਦੁਆਰਾ ਗਿਆਨ ਦਾ ਪ੍ਰਕਾਸ਼ ਹੋ ਗਿਆ, ਗਿਆਨ ਦਾ ਚਾਨਣਾ ਹੋ ਗਿਆ। ਜਿਨ੍ਹਾਂ ਨੂੰ ਰਹਾਉ ਅਸਾਈ ਦੇ ਕੇ ਫਰਮਾਉਂਦੇ ਨੇ, ਜੇ ਗੁਰ ਕੈ ਸ਼ਬਦ ਮਨ ਜੀਤਿਆ। ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਸ਼ਬਦ ਦੁਆਰਾ ਮਨ ਨੂੰ ਜਿੱਤਿਆ। ਕੀ ਹੈ? ਮਨ ਦੇ ਮੰਦੇ ਸੁਭਾਅ ਨੂੰ ਕਾਬੂ ਕਰ ਲਿਆ। ਇਹੀ ਮਨ ਦਾ ਜਿੱਤਣਾ। ਤੇ ਹੋਰ ਕੋਈ ਪ੍ਰਤੱਖ ਤਾਂ ਇਹ ਖੇਡ ਨਹੀਂ ਹੈ ਵੀ ਕੌਡੀ ਬਾਡੀ ਖੇਡਦਾ ਵੀ ਇੱਕ ਜਿੱਤ ਗਿਆ ਇੱਕ ਹਾਰ ਗਿਆ, ਜਾਂ ਕੋਈ ਐਸਾ ਨਹੀਂ। ਇਹ ਮੰਦੇ ਸੁਭਾਅ ਦੇ ਨਾਲ ਲੜਾਈ ਹੈ। ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਤ, ਮਨ ਹੀ ਮੰਝ ਸੁਭਾਏ। ਮਨ ਵਸਿਆ ਆਵੇ ਨਾਨਕ ਜੇ ਪੂਰਨ ਕਿਰਪਾ ਹੋਏ। ਮਨ ਜੀਤਾ ਜਗ ਜੀਤ। ਸੰਸਾਰ ਨੂੰ ਜਿੱਤਣਾ ਤੇ ਆਪਣੇ ਮਨ ਨੂੰ ਜਿੱਤਣਾ। ਜਿਹਨੇ ਮਨ ਨੂੰ ਜਿੱਤ ਲਿਆ, ਦੂਜੇ ਜਿੱਤਣ ਦੀ ਇੱਛਾ ਹੀ ਨਹੀਂ ਰੱਖਦਾ। ਉਹ ਕਹਿੰਦੇ ਇੱਕ ਮਹਾਤਮਾ ਬੈਠਾ ਵਿਚਾਰ ਕਰਦਾ ਸੀ। ਉਹ ਕਹਿੰਦਾ ਵੀ ਅੱਜ ਤੱਕ ਮੈਂ ਕਦੇ ਹਾਰਿਆ ਨਹੀਂ ਹੈ, ਕਿਸੇ ਤੋਂ ਨਹੀਂ ਹਾਰਿਆ। ਕਹਿੰਦਾ ਉਹ ਸਾਰੇ ਹੈਰਾਨ ਹੋ ਗਏ, ਇਹੋ ਜਿਹਾ ਤਾਂ ਕੋਈ ਬੰਦਾ ਹੀ ਨਹੀਂ ਜਿਹੜਾ ਕਿਤੇ ਨਾ ਕਿਤੇ ਤਾਂ ਹਾਰ ਹੀ ਜਾਂਦਾ। ਕਹਿੰਦੇ ਕਦੇ ਵੀ ਨਹੀਂ ਹਾਰੇ? ਕਹਿੰਦੇ ਨਹੀਂ। ਕਹਿੰਦੇ ਜੀ ਕੀ ਰਾਜ ਹੈ ਇਹਦੇ 'ਚ? ਕਹਿੰਦਾ ਮੈਂ ਇਸ ਕਰਕੇ ਨਹੀਂ ਹਾਰਿਆ ਵੀ ਮੈਂ ਕਦੇ ਜਿੱਤਣ ਦੀ ਇੱਛਾ ਹੀ ਨਹੀਂ ਕਰੀ। ਇਸ ਕਰਕੇ ਮੈਂ ਕਦੇ ਬਹਿਸ ਹੀ ਨਹੀਂ ਕਰੀ। ਬਹਿਸ ਉਹ ਕਰੂਗਾ ਜਿਹੜਾ ਜਿੱਤਣ ਦੀ ਇੱਛਾ ਹੋਊਗੀ। ਕਹਿੰਦਾ ਮੈਂ ਇਸ ਕਰਕੇ ਨਹੀਂ ਹਾਰਿਆ। ਇਹ ਸਾਧ ਸੰਗਤ ਗੁਰਮੁਖਾਂ ਦੇ ਇਹ ਕਰਤੱਵ ਨੇ ਐਸੇ। ਇਸ ਕਰਕੇ ਜਿਨ੍ਹਾਂ ਨੂੰ ਭਾਈ ਮਨ ਦੇ ਵਿੱਚ ਉਪਰਾਮ ਰਹਿੰਦੇ, ਮਨ ਨੂੰ ਕਿਸ ਤਰ੍ਹਾਂ ਜਿੱਤੇ ਨੇ? ਗੁਰ ਕੈ ਸ਼ਬਦ ਮਨ ਜੀਤਿਆ। ਉਹਨਾਂ ਨੇ ਗੁਰੂ ਦੇ ਸ਼ਬਦ ਦੇ ਉਪਦੇਸ਼ ਦੁਆਰਾ ਮਨ ਦੇ ਮੰਦੇ ਸੁਭਾਅ ਨੂੰ ਮਾਰ ਲਿਆ, ਮਨ ਦੇ ਮੰਦੇ ਸੰਕਲਪਾਂ ਨੂੰ ਕਾਬੂ ਕਰਕੇ ਨਾਮ ਦੇ ਵਿੱਚ ਜੋੜ ਦਿੱਤਾ ਹੈ। ਇਹ ਮਨ ਦਾ ਜਿਤਨਾ ਹੋ ਗਿਆ ਹੈ। ਗਾਤ ਮੁਕਤ ਘਰੈ ਵਹਿ ਪਾਏ। ਉਹਨਾਂ ਨੇ ਮੁਕਤੀ ਦੀ, ਗਾਤ ਨਾਮ ਪ੍ਰਾਪਤੀ ਦਾ, ਮੁਕਤੀ ਦੀ ਪ੍ਰਾਪਤੀ ਘਰ ਦੇ ਵਿੱਚ ਬੈਠਿਆਂ ਪਾ ਲਈ ਹੈ, ਜਾਂ ਸਤਸੰਗਤ ਰੂਪੀ ਘਰ ਦੇ ਵਿੱਚ ਬੈਠੇ ਹਾਂ, ਜਿੱਥੇ ਆਪ ਜੀ ਹੁਣ ਸਤਸੰਗ ਕਰਦੇ ਹੋ ਮਾਈ ਭਾਈ, ਜਾਂ ਫਿਰ ਅੰਤਸਕਰ ਰੂਪੀ ਘਰ ਦੇ ਵਿੱਚ ਮੁਕਤੀ ਪਾ ਲਈ ਹੈ। ਕਿਉਂਕਿ ਗਿਆਨ ਦੁਆਰਾ ਹੀ ਮੁਕਤੀ ਮਿਲਣੀ ਹੈ। ਗੁਰੂ ਦੇ ਸ਼ਬਦ ਦੇ ਵਿੱਚ ਉਪਦੇਸ਼, ਗੁਰੂ ਦੇ ਸ਼ਬਦ ਵਿੱਚ ਗਿਆਨ ਹੈ। ਇਸੇ ਕਰਕੇ ਉਪਨਿਸ਼ਦਾਂ ਵਿੱਚ ਇਹ ਸੂਤਰ ਆਉਂਦੇ ਆ, ਰਿਤੇ ਗਿਆਨਾਤ ਨ ਮੁਕਤੀ ਨਾਨਿਆ ਪੰਥੈ ਵਿਦਿਆ ਤੇ ਇਹਨਿਆ। ਜਿੰਨੀ ਦੇਰ ਤੱਕ ਗਿਆਨ ਨਹੀਂ ਪ੍ਰਾਪਤ ਹੁੰਦਾ, ਮੁਕਤੀ ਨਹੀਂ ਹੋਊਗੀ। ਮੁਕਤੀ ਜਿਹੜਾ ਮੰਨੈ ਪਾਵ ਹੈ ਮੋਖ ਦੁਆਰ। ਇਸ ਕਰਕੇ ਉਹ ਘਰ ਦੇ ਵਿੱਚ ਹੀ ਪਾ ਲੈਂਦਾ। ਫਿਰ ਹਿਰਦੇ ਦੇ ਘਰ ਵਿੱਚ, ਸੰਗਤ ਰੂਪੀ ਘਰ ਦੇ ਵਿੱਚ, ਪ੍ਰਤੱਖ ਘਰ ਦੇ ਵਿੱਚ ਪਾ ਲੈਂਦਾ ਹੈ ਮੁਕਤੀ। ਹਰਿ ਕਾ ਨਾਮ ਧਿਆਈਐ। ਇਹ ਭਾਈ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਹੜਾ ਨਾ, ਉਹ ਅੰਮ੍ਰਿਤ ਰੂਪ ਹੈ। ਉਹਨੂੰ ਧਿਆਈਐ, ਧਿਆਕਾਰ ਬਿਰਤੀ ਦੁਆਰਾ ਧਿਆਉਣਾ ਕਰ ਬਨ। ਸਤ ਸੰਗਤ ਮੇਲ ਮਿਲਾਏ। ਪਰ ਨਾਮ ਜੇ ਤੂੰ ਕਹੇ ਵੀ ਇਕੱਲਾ ਹੀ ਕਾਮਯਾਬ ਹੋ ਜਾਏਗਾ, ਭੁੱਲ ਜਾ ਇਹ ਗੱਲ ਨੂੰ। ਨਾਮ ਜਿਹੜਾ ਸਤ ਸੰਗਤ ਦੁਆਰਾ ਹੀ ਤੈਨੂੰ ਕਾਮਯਾਬੀ ਮਿਲੇਗੀ। ਸਤ ਸੰਗਤ ਕਰਿਆ ਕਰ, ਫਿਰ ਤੂੰ ਨਾਮ ਦੇ ਕਾਮਯਾਬ ਹੋ ਜਾਏਗਾ। ਇਹ ਸਤ ਸੰਗਤ ਮੇਲ ਮਿਲਾਏ। ਆਪਣੇ ਮਨ ਨੂੰ ਸਤ ਸੰਗਤ ਦੇ ਮੇਲ ਵਿੱਚ ਮਿਲਾਉਣਾ ਕਰ। ਇਹ ਮੁਕਤੀ ਦਾ ਸਾਧਨ ਹੈ। ਪਰ ਇਸ ਤੋਂ ਉਲਟ ਜਿਹੜੇ ਐਸੇ ਹਨ, ਸਤ ਸੰਗਤ ਨਹੀਂ ਕਰਦੇ, ਵਿਸ਼ੇ ਵਿਕਾਰਾਂ ਵੱਲ ਰੁਖ ਹੈ ਜਿਨ੍ਹਾਂ ਦਾ। ਜੇ ਲੱਖ ਇਸਤਰੀਆ ਭੋਗ ਕਰਹਿ। ਮਹਾਰਾਜ ਕਹਿੰਦੇ ਨੇ, ਇਹ ਇੱਥੇ ਕਈ ਵਾਰ ਬੰਦੇ ਦੇ ਮਨ ਦੇ ਵਿੱਚ ਸ਼ੰਕਾਵਾਦੀ ਦੇ ਸ਼ੰਕਾ ਪੈਦਾ ਹੁੰਦਾ ਹੈ ਵੀ ਮਹਾਰਾਜ ਜਦੋਂ ਵੀ ਕੋਈ ਵਿਸ਼ੇ ਵਿਕਾਰਾਂ ਦੀ ਗੱਲ ਕਰਦੇ ਹੈ, ਉਹ ਔਰਤ ਨੂੰ ਕਦੇ ਨਹੀਂ ਕਹਿੰਦੇ, ਉਹ ਬੰਦੇ ਨੂੰ ਕਹਿੰਦੇ ਨੇ।
ਅਸਲ ਦੇ ਸਾਧ ਸਿੰਘ ਜੀ ਸ਼ਰਾਰਤੇ ਪਹਿਲਾਂ ਬੰਦਾ ਕਰਦਾ ਹੈ। ਚਲੋ ਕਲਯੁਗ ਦਾ ਸਮਾਂ ਹੈ, ਔਰਤ ਜਾਤੀ ਵੱਲੋਂ ਵੀ ਹੋ ਸਕਦੀ ਹੈ, ਹੋ ਰਹੀਆਂ ਨੇ, ਐਸੀ ਨਹੀਂ ਕੋਈ ਬਾਤ। ਪਰ ਬਹੁਤੇ ਬਲਾਤਕਾਰ ਦੇ ਕੇਸ ਜਿੰਨੇ ਹੋਣਗੇ ਨਾ, 99% ਬੰਦੇ ਦੀ ਗਲਤੀ ਦੇ ਨਾਲ ਜਾਂ ਬੰਦੇ ਵੱਲੋਂ ਜ਼ਿਆਦਤੀ ਹੋ ਰਹੀ ਹੈ। ਧੱਕਾ ਜੇ ਕਰਦਾ ਬੰਦਾ ਕਰਦਾ ਹੈ। ਪੁਰਾਣੇ ਸਮੇਂ ਦੇ ਵਿੱਚ ਬਹੁਤ ਹੀ ਜ਼ਿਆਦਾ ਧੱਕਾ ਜੋਰੀ ਹੈ ਹੀ ਬੰਦਿਆਂ ਵੱਲੋਂ ਸੀ। ਇਸ ਕਰਕੇ ਤੇ ਤਾਂ ਇਹ ਕਿਹਾ ਸਾਧ ਜੀ ਇੱਥੇ ਵੀ ਕਹਿੰਦੇ ਜੇ ਲੱਖ ਇਸਤਰੀਆਂ ਭੋਗ ਕਰਹਿ ਤੇ ਇੱਕ ਦੋ ਦੀ ਤਾਂ ਬਾਤ ਛੱਡ, ਕਹਿੰਦੇ ਜੇਕਰ ਲੱਖਾਂ ਇਸਤਰੀਆਂ ਔਰਤਾਂ ਦੇ ਨਾਲ ਤੂੰ ਵਿਸ਼ੇ ਦੀ ਤ੍ਰਿਪਤੀ ਵਾਸਤੇ ਸੰਬੰਧ ਵੀ ਬਣਾ ਲਵੇਂ, ਨਵਖੰਡ ਰਾਜ ਕਮਾਹੇ, ਤੇ ਉਹਨਾਂ ਦੇ ਨਾਲ ਭੋਗ ਕਿਰਿਆ ਕਰ ਵੀ ਲਵੇਂ ਤੇ 9 ਖੰਡਾਂ ਦਾ ਤੈਨੂੰ ਰਾਜ ਵੀ ਮਿਲ ਜਵੇ, 9 ਖੰਡਾਂ ਦੇ ਉੱਤੇ ਤੇਰੀ ਹਕੂਮਤ ਚੱਲੇ। ਇਹ ਛੋਟੀ ਜੀ ਬਾਤ ਨਹੀਂ, 9 ਖੰਡਾਂ 'ਚ ਕਿਸੇ ਇੱਕ ਦਾ ਰਾਜ ਹੋ ਜਾਣਾ ਤੇ ਲੱਖਾਂ ਸਰੀਰ ਕਾਮ ਦੀ ਤ੍ਰਿਪਤੀ ਵਾਸਤੇ ਮਿਲ ਜਾਣੇ। ਐਦੋਂ ਵੱਡਾ ਪ੍ਰਵਾਨ ਕੋਈ ਨਹੀਂ। ਕਹਿੰਦੇ ਜੇ ਐਸਾ ਕੁਝ ਕਰ ਲਵੇਂ ਹੈ ਤਾਂ ਅਸੰਭਵ, ਪਰ ਹੋ ਸਕਦਾ ਹੈ। ਜੇ ਐਸਾ ਕਰ ਲਵੇਂ, ਪੁਰਾਣੇ ਸਮੇਂ ਦੀ ਹੋਇਆ, ਇਹ 1 ਲੱਖ ਪੂਤ 1.25 ਲੱਖ ਨਾਤੀ, ਉਹ ਆਕਾਸ਼ ਤੋਂ ਤਾਂ ਡਿੱਗੇ ਨਹੀਂ ਸੀ ਜਿਹਦੇ ਲੱਖ ਪੁੱਤਰ ਸੀ, ਔਰਤਾਂ ਦੇ ਜੰਮੇ ਸੀ ਉਹ। ਸੋ ਕਈ ਇਹਦੇ ਅਰਥ ਹੁਣ ਵਿੰਗੀ ਟੇਢੇ ਕਰਨਗੇ, ਘੁਮਾ ਘੁਮਾ ਕੇ ਕਰਨਗੇ। ਤੋ ਇਸ ਕਰਕੇ ਹੁਣ ਅੱਜ ਦੀ ਸਾਇੰਸ ਦੇ ਨਾਲ ਜਿਹੜੇ ਚੱਲਦੇ ਆ ਪ੍ਰਚਾਰਕ ਸਟੇਜਾਂ ਤੇ, ਉਹ ਕਹਿਣਗੇ ਲਹੂ ਕਸ਼ੂ ਜੀ ਜੁੜਵੇਂ ਪੁੱਤ ਜੰਮੇ ਸੀ ਦੋਨੇ। ਉਹ ਹੁਣ ਵਾਲਿਆਂ ਨੂੰ ਤਾਂ ਖੁਸ਼ ਕਰ ਲੈਣਗੇ, ਪਰ ਇਤਿਹਾਸ ਨੂੰ ਕਿਵੇਂ ਖੁਸ਼ ਕਰਨਗੇ, ਲਿਖਤ ਨੂੰ ਕਿਵੇਂ ਖੁਸ਼ ਕਰਨਗੇ? ਫਿਰ ਕਹਿਣਗੇ ਜੀ ਇਹ ਮਿਥਿਹਾਸ ਹੈ, ਹੁਣ ਨਹੀਂ ਹੋ ਸਕਦਾ। ਤੇ ਕੀ ਨਹੀਂ ਹੋ ਸਕਦਾ ਭਾਈ? ਪਰਮੇਸ਼ਰ ਵਾਹਿਗੁਰੂ ਬੜਾ ਬੇਅੰਤ ਹੈ। ਤੋ ਇਸ ਕਰਕੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਸਤਿਗੁਰੂ ਦੇ ਨਾਮ ਤੋਂ ਬਿਨਾ ਜੇ ਐਸਾ ਤੂੰ ਕਰ ਲਵੇਂ, ਪਰ ਇੱਕ ਚੇਤੇ ਰੱਖੀ ਸਜਣਾ, ਬਿਨ ਸਤਿਗੁਰ ਸੁਖ ਨਾ ਪਾਵੇ। ਇਹ ਲੱਖਾਂ ਵਿਸ਼ੇ ਭੋਗ ਕੇ 9 ਖੰਡਾਂ ਦਾ ਰਾਜ ਪ੍ਰਾਪਤ ਕਰਕੇ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, 9 ਖੰਡਾਂ ਵਿੱਚ ਜਾਣੀਆਂ ਨਾਲ ਚੱਲੇ ਸਭ ਕੋਈ। ਚੰਗਾ ਨਾਮ ਰਖਾਇ ਕੇ ਜਸ ਕੀ ਹਿਤ ਜਗਲੇ, ਜੇ ਤਿਸ ਨਜ਼ਰ ਨਾ ਆਵੀ ਤਾਂ ਬਾਤ ਨਾ ਪੁੱਛੈ ਕੇ। ਨਾਮ ਦੀ ਗੱਲ ਵੱਡੀ ਹੈ। ਬਿਨ ਸਤਿਗੁਰ ਸੁਖ ਨਾ ਪਾਵੇ। ਸਤਿਗੁਰੂ ਦੇ ਉਪਦੇਸ਼ ਤੋਂ ਬਿਨਾਂ ਆਤਮ ਸੁਖ ਨਹੀਂ ਪ੍ਰਾਪਤ ਹੋਏਗਾ, ਬਲਕਿ ਫਿਰ ਜੋਨੀ ਪਾਹੇ, ਸਗੋਂ ਕਰਮ ਦਾ ਫਲ ਭੋਗਣ ਲਈ ਫਿਰ ਮੁੜ ਮੁੜ ਕੇ ਬਾਰ-ਬਾਰ ਜੂਨੀਆਂ ਪਾਹੇ ਪ੍ਰਾਪਤ ਹੋਣਗੀਆਂ, ਪਏਗਾ ਉਹਨਾਂ 'ਚ। ਬੀਜ ਬੋਵਸ ਭੋਗ ਭੋਗੈ ਕੀਆ ਆਪਣਾ ਪਾਵੇ, ਇਹ ਹਾਲਤ ਰਹੇਗੀ ਤੇਰੀ। ਹਰ ਹਾਰ ਕੰਠ ਜਿਨੀ ਪਹਿਰਿਆ, ਜਿਨ੍ਹਾਂ ਨੇ ਹਰੀ ਪ੍ਰਭੂ ਪਰਮੇਸ਼ਰ ਦੇ ਨਾਮ ਰੂਪੀ ਹਾਰ ਨੂੰ ਆਪਣੇ ਹਿਰਦੇ ਦੇ ਰੂਪੀ ਗਲ ਦੇ 'ਚ ਪਹਿਨਿਆ ਹੋਇਆ ਹੈ। ਗੁਰ ਚਰਣੀ ਚਿਤ ਲਾਏ, ਭਾਵ ਕਿ ਇਹ ਜਿਹੜਾ ਹਾਰ ਹੈ ਹਿਰਦੇ ਵਿੱਚ ਨਾਮ ਨੂੰ ਵਸਾਉਣਾ ਹੀ ਹਾਰ ਦਾ ਪਹਿਨਣਾ ਹੈ। ਗੁਰਾਂ ਦੇ ਚਰਨੀ ਚਰਨ ਕਮਲਾਂ ਵਿੱਚ ਚਿੱਤ ਗੁਰੂ ਨਾਨਕ ਦੇ ਚਿੱਤ ਚਰਨ ਕਮਲ ਸੰਗ ਜੋੜੀਐ। ਐ ਉਹਨਾਂ ਦੇ ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਉਹ ਚਰਨਾਂ ਦੀ ਮਾਈ ਗੁਰ ਚਰਨ ਮੀਠੇ, ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰੂ ਡੀਠੇ। ਇਹ ਉਹਨਾਂ ਨੂੰ ਗੁਰੂ ਦੇ ਚਰਨਾਂ ਦਾ ਹੀ ਪਿਆਰ ਹੈ ਜਿਨ੍ਹਾਂ ਨੂੰ, ਤੇ ਉਹਨਾਂ ਦੇ ਇਹ ਕੰਠ ਦੇ ਵਿੱਚ, ਮਨ ਰੂਪੀ ਕੰਠ ਦੇ ਵਿੱਚ, ਅੰਤਸ਼ਕਰਨ ਰੂਪੀ ਕੰਠ ਦੇ ਜੀ ਨਾਮ ਦੇ ਹਾਰ ਨੂੰ ਪਹਿਨਿਆ। ਗੁਰ ਚਰਣੀ ਚਿਤ ਲਾਏ, ਜਿਨ੍ਹਾਂ ਦੇ ਗੁਰੂ ਦੇ ਚਰਨਾਂ ਨੂੰ ਚਿੱਤ ਲਾਇਆ ਹੋਇਆ, ਗੁਰੂ ਦੇ ਚਰਨ ਹਿਰਦੇ 'ਚ ਵਸਾ ਲਏ ਨੇ ਜਿਨ੍ਹਾਂ ਨੇ, ਉਹਨਾਂ ਨੂੰ ਫਿਰ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਕੰਠ ਦੇ 'ਚ ਪਹਿਰਿਆ ਹੈ। ਜਿਨ੍ਹਾਂ ਪਿੱਛੇ ਰਿੱਧ ਸਿੱਧ ਫਿਰੈ, ਉਹਨਾਂ ਦੇ ਪਿੱਛੇ ਰਿੱਧੀਆਂ ਸਿੱਧੀਆਂ ਭਾਈ ਦਾਸੀਆਂ ਰੂਪ ਹੋ ਕਰਕੇ ਤੁਰੀਆਂ ਫਿਰਦੀਆਂ ਵੀ ਸਾਡੇ ਤੋਂ ਕੋਈ ਕੰਮ ਲਓ ਜੀ। ਰਿੱਧ ਅੰਨ ਦੀ ਅਤੋੜਤਾ ਹੁੰਦੀ ਹੈ, ਸਿੱਧ ਜਿਹੜਾ ਭਾਵ ਧਨ ਦੀ ਕਮੀ ਨਾ ਆਉਣੀ, ਸਿੱਧੀ ਦਾ ਬਲ ਹੋਣਾ, ਅਣਮਾ ਮਹਿਮਾ ਗਰਮਾ ਸ਼ਕਤਾ ਆਦਿ ਇਹ ਸ਼ਕਤੀਆਂ ਪ੍ਰਾਪਤ ਹੋ ਜਾਣੀਆਂ। ਉਹਨਾਂ ਨੂੰ ਫਿਰ ਇੰਨੀਆਂ ਸ਼ਕਤੀਆਂ ਪ੍ਰਾਪਤ ਕਰਕੇ ਵੀ ਉਹਨਾਂ ਤਿਲ ਨਾ ਤਮਾਏ, ਉਹਨਾਂ ਨੂੰ ਰਿੱਧੀਆਂ ਸਿੱਧੀਆਂ ਦੀ ਤਿਲ ਜਿੰਨੀ ਵੀ ਤਮਾ ਇੱਛਾ ਨਹੀਂ ਹੁੰਦੀ ਵਰਤਣ ਦੀ। ਉਹ ਤਿਲ ਮਾਤਰ ਵੀ ਤਮਾਂ ਦਾ ਲਾਲਚ ਨਹੀਂ ਕਰਦੇ, ਭਾਵ ਤਮਾਏ ਤਮਹਿ ਭਰਵੇ ਲਾਲਚ ਨਹੀਂ ਕਰਦੇ। ਤੇ ਕਿਉਂਕਿ ਵਾਹਿਗੁਰੂ ਵੱਲੋਂ ਸੋਤੇ ਸਿੱਧ ਦਿੱਤੀਆਂ ਹੋਈਆਂ ਦਾਤਾਂ ਵਿੱਚ ਖੁਸ਼ੀ ਰਹਿੰਦੇ ਆ। ਉਹ ਤਿਲ ਜਿੰਨਾ ਵੀ ਤਮਾਏ ਤਮ ਆਏ, ਤਮ ਕ੍ਰੋਧ ਨਹੀਂ ਹੈ ਉਹਨਾਂ ਵਿੱਚ। ਉਹਨਾਂ ਨੂੰ ਤਿਲ ਜਿੰਨਾ ਵੀ ਤਮ ਅੰਧਕਾਰ ਨਹੀਂ ਹੈ ਕਿ ਰੰਚਕ ਮਾਤਰ ਵੀ ਅੰਧਕਾਰ ਨਹੀਂ ਹੈ। ਜੋ ਪ੍ਰਭ ਭਾਵੈ ਸੋ ਥੀਐ, ਭਾਈ ਜੋ ਵਾਹਿਗੁਰੂ ਪ੍ਰਮਾਤਮਾ ਨੂੰ ਭਾਉਂਦਾ ਹੈ ਨਾ, ਥੀਐ ਉਹੀ ਹੁੰਦਾ ਹੈ। ਔਰ ਨਾ ਕਰਨਾ ਜਾਏ, ਤੇ ਅਵਰ ਭਾਈ ਅਲਪਗ ਜੀ ਕੋਲੋਂ ਹੋਰ ਕੁਝ ਕਰਨਾ ਕੀਤਾ ਨਹੀਂ ਜਾ ਸਕਦਾ।
ਮੇਰਾ ਕੀਆ ਕਛੁ ਨਾ ਹੋਏ, ਕਰੇ ਰਾਮ ਹੋਏ ਹੈ ਸੋਏ, ਉਹੀ ਹੁੰਦਾ ਹੈ। ਜਨ ਨਾਨਕ ਜੀਵੈ ਨਾ ਮਿਲੈ। ਮਹਾਰਾਜ ਕਹਿੰਦੇ ਭਾਈ ਉਸ ਪ੍ਰਭੂ ਦੇ ਅੱਗੇ ਬੇਨਤੀ ਕਰੀਏ, ਹੇ ਪ੍ਰਭੂ ਜੀ, ਹੇ ਵਾਹਿਗੁਰੂ ਜੀ, ਅਸੀਂ ਜਨ ਦਾਸ ਤੇਰੇ ਨਾਮ ਨੂੰ ਲੈ ਕੇ ਭਾਵ ਜਪ ਕੇ ਜਿਉਂਦੇ ਹਾਂ। ਹਰ ਦੇਵ ਹੋ ਸਹਿਜ ਸੁਭਾਏ। ਇਸ ਲਈ ਹੇ ਹਰੀ ਪਰਮੇਸ਼ਰ ਵਾਹਿਗੁਰੂ ਜੀਓ, ਆਪ ਕਿਰਪਾ ਕਰਕੇ ਸਹਿਜ ਸੁਭਾਏ ਸੁਤੇ ਸਿੱਧੀ ਨਾਮ ਦੀ ਦਾਤ ਦੇਵੋ ਦੇਣਾ ਕਰੋ ਜੀ। ਅੱਠੇ ਪਹਿਰ ਅਜਪਾ ਜਾਪ ਜਿਹੜਾ ਹੈ ਉਹ ਹੁੰਦਾ ਰੇ, ਰੋਮ ਰੋਮ ਦੇ ਵਿੱਚ ਵਸਦਾ ਹੈ ਮਹਾਰਾਜ। ਐਸੀ ਸਾਨੂੰ ਅਵਸਥਾ ਬਖਸ਼ ਦਿਓ। ਸ੍ਰੀ ਰਾਗ ਮਹੱਲਾ ਤੀਜਾ ਘਰ ਪਹਿਲਾ। ਸ੍ਰੀ ਰਾਗ ਦੇ ਅੰਦਰ ਇਹ ਤੀਸਰੇ ਪਾਤਸ਼ਾਹ ਰਾਗ ਦੇ ਪਹਿਲੇ ਸੁਰਤਾਲ ਦੇ ਅੰਦਰ ਇਹ ਜਿਹੜਾ ਸ਼ਬਦ ਹੈ, ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਬਿਰਾਜਮਾਨ ਸਨ। ਸਿੱਖਾਂ ਨੇ ਬੇਨਤੀ ਕੀਤੀ, ਕੁਝ ਪ੍ਰਸ਼ਨ ਪੁੱਛੇ, ਮਹਾਰਾਜ ਸਾਹਿਬ ਜੀ ਉੱਤਰ ਦਿਓ ਇਹਨਾਂ ਦੇ। ਉਹ ਪ੍ਰਸ਼ਨਾਂ ਦੇ ਉੱਤਰਾਂ ਦੇ ਵਿੱਚ ਇਹ ਸ਼ਬਦ ਹੈ, ਉਹ ਇਸ ਤਰ੍ਹਾਂ ਹੈ ਕਿ ਸਤਿਗੁਰੂ ਜੀ ਸਾਰੇ ਜੀਵਕਾਰ ਕੰਮ ਤਾਂ ਕਰਦੇ ਐ, ਪਰ ਸਫਲੀਕਾਰ ਕਿਹੜੀ ਹੈ? ਕੰਮ ਤਾਂ ਸਾਰੀ ਕਰਦੇ ਆ। ਕਹਿੰਦਾ ਮੈਂ ਕਿਹੜਾ ਕੋਈ ਮਾੜਾ ਕੰਮ ਕਰਦਾ, ਖੇਤੀ ਕਰਦਾ, ਨੌਕਰੀ ਬਣ ਜੇ, ਵਪਾਰ ਕਰਦਾ। ਤੇ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਦੂਸਰਾ ਪ੍ਰਸ਼ਨ ਹੈ, ਪਰਮੇਸ਼ਰ ਤੋਂ ਵਿਛੜਿਆਂ ਦਾ ਮਿਲਾਪ ਕਿਵੇਂ ਹੋ ਸਕਦਾ ਹੈ? ਹੁੰਦਾ ਹੈ ਜਾਂ ਨਹੀਂ ਹੁੰਦਾ? ਇਹ ਤੀਸਰਾ ਵੀ। ਚੌਥਾ ਸੀ ਪਰਮੇਸ਼ਰ ਕਿੱਥੇ ਵਸਦਾ ਹੈ? ਪੰਜਵਾਂ ਸੀ ਭੁਲੇਖਿਆਂ 'ਚ ਪਏ ਵਿਦਵਾਨ ਆਦਿਕਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਕਿ ਨਹੀਂ? ਤੇ ਇਹ ਪ੍ਰਕਾਰ ਦੇ ਜਿਹੜੇ ਨਾ 5-6 ਪ੍ਰਸ਼ਨ ਪੁੱਛੇ ਮਹਾਰਾਜ ਨੂੰ। ਫਿਰ ਮਹਾਰਾਜ ਸਾਹਿਬ ਜੀ ਨੇ ਫਿਰ ਸ੍ਰੀ ਰਾਗ ਦੇ ਵਿੱਚ ਪਹਿਲੇ ਸੁਰਤਾਲ 'ਚ ਸ਼ਬਦ ਉਚਾਰ ਕੇ ਇਉਂ ਫਰਮਾਨ ਕੀਤਾ ਹੈ, ਜਿਸੇ ਕੀ ਸਿਰ ਕਾਰ ਹੈ। ਇਹ ਭਾਈ ਪੋਥੀਆਂ ਵਾਲੇ ਧਿਆਨ ਰੱਖਿਓ। ਹੁਣ ਸਿਰ ਤੇ ਕਾਰ ਵੱਖਰਾ ਵੱਖਰਾ ਮੁੱਖ ਪਾਠ ਹੈ। ਸਿਰਕਾਰ ਇਹ ਅੰਮ੍ਰਿਤਸਰ ਸੰਪਰਦਾ ਦਾ ਪਾਠ ਹੈ। ਸਿਰਕਾਰ ਵੀ ਕਰ ਲੈਂਦੇ ਆ, ਅਰਥ ਦੋਨਾਂ ਦਾ ਹੀ ਬਣਦਾ, ਪਰ ਦਮਦਮੇ ਸਾਹਿਬ ਦਾ ਮੁੱਖ ਪਾਠ ਇਹੀ ਮੰਨਣਾ। ਤੋ ਮਹਾਂਪੁਰਖਾਂ ਨੇ ਇਹੀ ਕਰਾਇਆ ਦੱਸਿਆ। ਵਿਦਿਆ ਦਾਤੇ ਮਹਾਂਪੁਰਸ਼ਾਂ ਨੇ ਤੇ ਅਰਥ ਦਾਤੇ ਮਹਾਂਪੁਰਸ਼ਾਂ ਦੇ ਕੋਲੋਂ ਜੋ ਸੁਣਿਆ ਹੈ। ਤੇ ਹੇ ਭਾਈ ਪਰਮੇਸ਼ਰ ਦੀ ਕੀ ਦਾ ਅਰਥ ਹੁੰਦਾ? ਦੀ ਸਾਰਿਆਂ ਜੀਵਾਂ, ਜਿੰਨੇ ਵੀ ਜੀਵਨ ਸਿਰ ਦੇ ਉੱਤੇ, ਸਿਰ ਦੇ ਉੱਤੇ ਹੁਕਮ ਰੂਪੀ ਕਾਰ ਹੈ। ਸਿਰ ਕਾਰ, ਸਿਰ ਦੇ ਉੱਤੇ ਹੁਕਮ ਰੂਪੀ ਕਾਰ ਹੈ। ਅਥਵਾ ਰਜੋ ਗੁਣ, ਤਮੋ ਗੁਣ, ਸਤੋ ਗੁਣ ਦੀ ਕਾਰ ਸਾਰੇ ਜੀਵਾਂ ਦੇ ਸਿਰ ਤੇ ਹੈ। ਜਿਸ ਅਨੁਸਾਰ ਜੀਵ ਜਿਹੜੇ ਨੇ ਵਿਭਿੰਨ ਪ੍ਰਕਾਰ ਦੇ ਕਰਮਾਂ 'ਚ ਲੱਗੇ ਹੋਏ ਨੇ, ਵਿਭਿੰਨ ਪ੍ਰਕਾਰ ਦੇ ਫਲਾਂ ਦੀ ਕਾਮਨਾ ਵੀ ਰੱਖਦੇ ਹਨ। ਤਿਸੇ ਕਾ ਸਭ ਕੋਏ, ਤਿਸ ਉਸ ਪਰਮੇਸ਼ਰ ਦਾ ਹੀ ਸਭ ਕੋਏ ਕੋਈ ਪੈਦਾ ਕੀਤਾ ਹੋਇਆ ਹੈ, ਜਿਹਦਾ ਸਿਰ ਤੇ ਹੁਕਮ ਹੈ ਸਾਰਿਆਂ ਦੇ। ਅਥਵਾ ਜਿਸ ਪਰਮੇਸ਼ਰ ਦੀ ਸਾਰਿਆਂ ਜੀਵਾਂ ਦੇ ਉੱਤੇ ਸਰਕਾਰ ਕੀ ਹੈ, ਹਕੂਮਤ ਹੈ। ਇਹ ਜਿਹੜਾ ਅੰਮ੍ਰਿਤਸਰ ਸੰਪਰਦਾ ਦਾ ਪਾਠ ਹੈ ਨਾ, ਅਰਥ ਉਹਦੇ ਅਨੁਸਾਰ ਵੀ ਹੈ। ਤੇ ਇਸ ਕਰਕੇ ਹਕੂਮਤ ਕਿਸੇ ਨੇ ਇਹ ਪਸੰਦ ਕਰ ਲਿਆ, ਉਹਨਾਂ ਨੇ ਇਹ ਪ੍ਰਚਲਿਤ ਕਰ ਲਏ। ਸਭ ਕੋਈ ਉਸੇ ਤਰ੍ਹਾਂ ਬਣਾਇਆ ਹੋਇਆ ਹੈ। ਮਹਾਂਪੁਰਖਾਂ ਨੂੰ ਪੁੱਛਿਆ ਸੀ, ਵਿਦਿਆ ਮਾਰਤੰਡ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੂੰ, ਕਹਿੰਦੇ ਜੀ ਜਦੋਂ ਸੰਪਰਦਾ ਦਮਦਮਾ ਸਾਹਿਬ ਤੋਂ ਤਾਂ ਇੱਕੋ ਹੀ ਚੱਲੀ ਹੈ, ਪਾਠਾਂ ਦਾ ਫਰਕ ਕਿਉਂ ਪੈ ਗਿਆ? ਕਹਿੰਦੇ ਭਾਈ ਅੰਮ੍ਰਿਤਸਰ ਸਾਹਿਬ ਬਹੁਤ ਬੜੇ ਬੜੇ ਸਨਾਤਨ ਮਤ ਦੇ ਵਿਦਵਾਨ ਆ ਕੇ ਰਿਹਾ ਕਰਦੇ ਸੀ, ਤੇ ਉਹ ਗੁਰੂ ਘਰ ਦੇ ਵਿਦਵਾਨਾਂ ਦੇ ਉੱਤੇ ਫਿਰ ਆਪਣੇ ਵਿਦਿਆ ਦੇ ਕਟਾਕਸ਼ ਦਿਖਾ ਕੇ ਵੀ ਆਹ ਦੇਖੋ ਜੀ ਇਹਦੇ ਅਨੁਸਾਰ ਅਰਥ ਇਉਂ ਜ਼ਿਆਦਾ ਵਧੀਆ ਬਣਦਾ ਹੈ। ਉਹ ਫਿਰ ਥੋੜਾ ਬਹੁਤ ਅੰਤਰ ਹੈ ਤੇ ਅਰਥ ਦਾ ਬਣਾ ਹੀ ਲਿਆ। ਉਹਨਾਂ ਦਾ ਮਤਭੇਦ ਨਹੀਂ ਕਰਨਾ, ਮੁੱਖ ਪਾਠ ਹੈ। ਪਾਠ ਦਰਪਣ ਦੇ ਵਿੱਚ ਤੇ ਮਹਾਂਪੁਰਖਾਂ ਦੇ ਅਰਥਾਂ ਦੇ ਵਿੱਚ ਉਹ ਗੁਰਸਿੱਖ ਨੇ ਲਿਖੇ, ਕਰਤਾਰ ਸਿੰਘ ਪ੍ਰੇਮੀ ਨੇ ਲਿਖੀ ਪਾਠ ਦਰਸ਼ਨ ਪੋਥੀ ਸੀ ਪਹਿਲਾਂ। ਇਹ ਫਰਕ ਇਸ ਤਰ੍ਹਾਂ ਪੈ ਜਾਂਦਾ ਹੈ। ਤੇ ਕਿਸੇ ਗਿਆਨੀ ਮਹਾਂਪੁਰਖ ਨੇ ਉਹਦੇ ਅਨੁਸਾਰ ਕਰ ਲਿਆ, ਪਰ ਮੁੱਖ ਰੂਪ ਦੇ ਵਿੱਚ ਪਾਠ ਇੱਕੋ ਹੀ ਰੱਖਣੇ ਚਾਹੀਦੇ ਆ। ਗੁਰੂ ਕਿਰਪਾ ਕਰੇ ਇਹ ਤਿਸ ਹੀ ਕਾ ਸਭ ਕੋਏ, ਤੇ ਉਸ ਪਰਮੇਸ਼ਰ ਦੇ ਸਾਰੇ ਜੀਵ ਸਰਕਾਰ, ਉਹਦੀ ਹਕੂਮਤ ਦਾ ਨਾਮ ਹੈ ਸਰਕਾਰ। ਤੇ ਕਹਿੰਦੇ ਨੇ ਫਲਾਨਿਆਂ ਦੀ ਸਰਕਾਰ ਬਣ ਗਈ, ਢਿਮਕਿਆਂ ਦੀ ਸਰਕਾਰ ਬਣ ਗਈ। ਉਹ ਸਿਰ ਦੇ ਉੱਤੇ ਕਾਰ ਦਾ ਅਰਥ ਮੁੱਖ ਹੋਣ ਕਰਕੇ, ਨਿਗਰ ਅਰਥ ਹੋਣ ਕਰਕੇ ਦਮਦਮਾ ਸਾਹਿਬ ਦਾ ਪਾਠ ਇਹ ਮੰਨਿਆ ਗਿਆ। ਤੇ ਉਹ ਪਰਮੇਸ਼ਰ ਦੀ ਹਕੂਮਤ ਹੈ ਸਾਰਿਆਂ ਤੇ, ਉਸੇ ਦਾ ਹੁਕਮ ਬਣਾਇਆ ਹੋਇਆ ਹੈ। ਗੁਰਮੁਖ ਕਾਰ ਕਮਾਵਣੀ, ਗੁਰਮੁਖਾਂ ਨੇ ਭਾਈ ਭਗਤੀ ਰੂਪੀ ਕਾਰ ਕਮਾਉਣੀ ਹੈ। ਜੋ ਗੁਰੂ ਸਾਹਿਬ ਮੁਖੀ ਹਨ ਉਹਨਾਂ ਦੀ ਕਾਰ ਸੇਵਾ ਕਰਨੀ ਹੈ, ਜੋ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਮਾਉਣੀ ਹੈ। ਇਹ ਕਰਦੇ ਰਹੀਏ, ਇਹ ਫਿਰ ਸਫਲੀ ਕਾਰ ਹੈ। ਤੇ ਇਸ ਕਰਕੇ ਜਿਸ ਦੁਆਰਾ ਸੱਚਾ ਪਰਮੇਸ਼ਰ ਵਾਹਿਗੁਰੂ ਸੱਚ ਘਟ ਪ੍ਰਗਟ ਹੋਏ, ਉਹ ਜਿਸ ਸੇਵਾ ਨਿਸ਼ਕਾਮ ਸੇਵਾ ਦੁਆਰਾ ਸੱਚਾ ਵਾਹਿਗੁਰੂ ਘਟ ਹਿਰਦੇ ਦੇ ਵਿੱਚੋਂ ਪ੍ਰਗਟ ਹੋ ਜਾਊਗਾ, ਫਿਰ ਪ੍ਰਾਪਤ ਹੋ ਜਾਊਗਾ। ਜੋ ਗੁਰਮੁਖਾਂ ਵਾਲੀ ਕਾਰ ਉਹ ਸਫਲੀ ਹੈ, ਜਿਸ ਦੁਆਰਾ ਹਿਰਦੇ ਵਿੱਚੋਂ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਗੁਰਮੁਖ ਸੇਵਾ ਤੇ ਸਿਮਰਨ ਕਰਕੇ
ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ। ਦੂਸਰਿਆਂ ਦੇ ਦੁੱਖਾਂ ਨੂੰ ਦੇਖ ਕੇ ਦੁਖੀ ਹੁੰਦੇ ਆ, ਗੁਰਮੁਖ ਉਹੀ ਹੁੰਦਾ ਹੈ। ਦੂਸਰੇ ਦੁੱਖ ਨੂੰ ਦੇਖ ਕੇ ਢਲ ਜਾਂਦਾ ਹੈ, ਸੁੱਖ ਨੂੰ ਦੇਖ ਕੇ ਖੁਸ਼ ਹੁੰਦਾ, ਕਹਿੰਦਾ ਵਾਹਿਗੁਰੂ ਨੇ ਬੜੀ ਕਿਰਪਾ ਕੀਤੀ ਹੈ ਭਾਈ, ਇਹਦੇ ਤੇ ਖੁਸ਼ ਹੁੰਦਾ ਹੈ। ਕਿਸੇ ਦਾ ਪ੍ਰਤਾਪ ਵੱਧਦਾ ਦੇਖ ਕੇ ਨਾ ਦੁਖੀ ਨਹੀਂ ਹੁੰਦਾ, ਪ੍ਰਸੰਨ ਹੁੰਦਾ ਹੈ। ਤੇ ਜਿਹੜਾ ਗੱਲ ਨਹੀਂ ਮੰਨਦਾ ਉਹਦੇ ਨਾਲ ਹੱਠ ਨਹੀਂ ਕਰਦੇ, ਕਹਿੰਦੇ ਚੰਗਾ ਤੇਰੀ ਪਰਾਲਬਤ ਨਹੀਂ ਹੈ, ਜਦੋਂ ਹੋਊਗੀ ਭਾਈ ਮੰਨ ਜਾਏਗਾ। ਇਹ ਗੁਰਮੁਖਾਂ ਦੀ ਕਰਨੀ ਕਾਰ ਜਿਹੜੀ ਪ੍ਰਭੂ ਨੂੰ ਮਿਲਾਉਣ ਵਾਲੀ ਹੈ। ਫਿਰ ਹਿਰਦੇ 'ਚ ਤਾਂ ਵਾਹਿਗੁਰੂ ਪ੍ਰਗਟ ਹੁੰਦਾ ਹੈ। ਅੰਤਰ ਜਿਸ ਕੈ ਸੱਚ ਵਸੈ, ਜਿਹਦੇ ਹਿਰਦੇ ਦੇ ਅੰਦਰ ਸੱਚ ਵਸਦਾ ਰਸਨਾ ਤੇ ਵੀ ਸੱਚ ਹੀ ਆਊਗਾ, ਜਿਹਦੇ ਅੰਦਰ ਝੂਠ ਵਸਦਾ ਰਸਨਾ ਤੇ ਵੀ ਝੂਠ ਹੀ ਆਊਗਾ। ਜਿਨ੍ਹਾਂ ਦੇ ਅੰਦਰ ਪ੍ਰਭੂ ਦਾ ਸੱਚਾ ਨਾਮ ਹਿਰਦੇ ਵਿੱਚ ਵਸਦਾ ਹੈ, ਸੱਚਾ ਪ੍ਰਭੂ ਦਾ ਨਾਮ, ਉਹ ਰਸਨਾ ਤੇ ਵੀ ਵਾਹਿਗੁਰੂ ਵਾਹਿਗੁਰੂ ਮੂੰਹ ਤੋਂ ਵੀ ਨਿਕਲ ਜੂਗਾ। ਹਿਰਦੇ ਦੇ ਵਿੱਚ ਨਾਮ ਵਸਦਾ ਹੈ, ਉਹ ਦੂਸਰੇ ਨੂੰ ਵੀ ਨਾਮ ਦੀ ਉਹ ਗੱਲ ਕਰੂਗਾ ਜਿਆਦੇ। ਸੋ ਇਸ ਕਰਕੇ ਜਿਹੜਾ ਸਰਵਣ ਮੰਨਣ ਨਿਧਿਆਸਨ ਆਦ ਹੈ, ਤੇ ਇਹ ਉਹਨਾਂ ਨੇ ਕੀਤਾ ਹੈ। ਸੱਚੇ ਸੱਚੀ ਸੋਏ, ਉਹਨਾਂ ਨੇ ਸੱਚ ਨੂੰ ਸਿਖਿਆਤਾਕਾਰ ਹਿਰਦੇ ਦੇ ਵਿੱਚ ਸਰਵਣ ਮੰਨਣ ਨਿਧਿਆਸਨ ਦੀ ਸੱਚ ਰੂਪੀ ਸਿਖਿਆਤਾਕਾਰ ਵਸਦੀ ਹੈ। ਉਹ ਸੱਚੇ ਪੁਰਸ਼ ਲੋਕ ਪਰਲੋਕ ਦੇ ਵਿੱਚ ਸੱਚੀ ਸੋਏ ਸੋਭਾ ਦੇ ਮਾਲਕ ਹੋ ਜਾਂਦੇ ਹਨ। ਸੱਚ ਮਿਲੇ ਸੇ ਨਾ ਵਿਛੜੈ ਹੈ, ਜਿਹੜੇ ਸੱਚੇ ਵਾਹਿਗੁਰੂ ਦੇ ਨਾਮ ਦੇ ਨਾਲ ਮਿਲ ਗਏ ਉਹ ਕਦੇ ਪਰਮੇਸ਼ਰ ਨਾਲੋਂ ਨਹੀਂ ਵਿਛੜਦੇ, ਨਾਮ ਦੁਆਰਾ ਜੁੜੀ ਦਿਆ ਪਰਮੇਸ਼ਰ ਦੇ ਨਾਲ। ਤੇ ਇਸ ਕਰਕੇ ਉਹ ਕਦੇ ਵਿਛੜਦੇ ਨਹੀਂ ਹਨ। ਤਿਨ ਨਿਜ ਘਰ ਵਾਸਾ ਹੋਏ, ਨਿਜ ਘਰ ਸਵੈ ਸਰੂਪ ਤੁਰਿਆ ਪਦ ਰੂਪੀ ਘਰ ਅੰਤਸ਼ਕਰਨ ਜਿਹੜੇ ਇਹਦੇ ਵਿੱਚ ਤੁਰਿਆ ਪਦ ਪ੍ਰਾਪਤ ਹੋ ਜਾਣਾ, ਉਹਦੇ ਹੀ ਨਿਵਾਸ ਹੋਏ ਹੋ ਜਾਂਦਾ ਹੈ। ਮੇਰੇ RAM ਮੈਂ ਹਰ ਦਿਨ ਅਵਰ ਨ ਕੋਏ, ਤੇ ਮੇਰੇ RAM ਇੱਥੇ ਵਿਸਰਾਮ ਭਾਈ ਸਮਝਿਆ, ਹੇ ਭਾਈ ਸਾਡਾ ਤਾਂ ਇੱਕ ਪ੍ਰਭੂ ਹੀ ਹੈ। ਮੈਂ ਹਰ ਦਿਨ ਅਵਰ ਨ ਕੋਏ, ਮੇਰੇ ਲਈ ਪ੍ਰਭੂ ਤੋਂ ਬਿਨਾਂ ਹੋਰ ਕੋਈ ਦੇਵੀ ਦੇਵਤਾ ਜਾਂ ਕੋਈ ਹੋਰ ਕੋਈ ਮੇਰਾ ਰੱਖਿਅਕ ਨਹੀਂ ਹੈ, ਕਿਹੜੇ ਵਾਹਿਗੁਰੂ ਹੈ। ਸਤਿਗੁਰ ਸੱਚ ਪ੍ਰਭ ਨਿਰਮਲਾ, ਸਾਡੇ ਲਈ ਸਤਿਗੁਰੂ ਸੱਚੇ ਪ੍ਰਭੂ ਦਾ ਰੂਪ, ਮੈਲ ਤੋਂ ਰਹਿਤ ਕਰਨ ਵਾਲੇ ਪਵਿੱਤਰ ਸਰੂਪ, ਉਜਲ ਤੀਰਥਾਂ ਤੋਂ ਵੀ 68 ਤੀਰਥ ਜਿਨ੍ਹਾਂ ਦੀ ਚਰਨਾਂ ਦੇ ਇੱਕ ਧੂੜ ਦੇ ਕਣ ਵਿੱਚ ਰਹਿੰਦੇ ਹਨ, ਉਹ ਨਿਰਮਲੇ ਸੁੱਧ ਸਰੂਪ ਹਨ। ਸ਼ਬਦ ਮਿਲਾਵਾ ਹੋਏ, ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਗਿਆਨ ਦੀ ਕਮਾਈ ਕਰਕੇ ਸੱਚ ਸਰੂਪ ਦਾ ਮਿਲਾਵਾ ਮੇਲ ਹੋ ਜਾਂਦਾ ਹੈ, ਪ੍ਰਾਪਤ ਹੋ ਜਾਂਦਾ ਹੈ। ਅਸਥਾਈ ਦੇ ਕੇ ਫਰਮਾਉਂਦੇ ਜੀ, ਸ਼ਬਦ ਮਿਲੇ ਸੋ ਮਿਲ ਰਹੇ, ਜਿਹੜੇ ਭਾਈ ਮਨ ਬਾਣੀ ਕਰਕੇ ਨਾ ਸਤਿਗੁਰਾਂ ਦੇ ਸ਼ਬਦ ਉਪਦੇਸ਼ ਵਿੱਚ ਮਿਲ ਗਏ ਨੇ, ਨਾਮ ਮੂਲ ਮੰਤਰ ਗੁਰਮੰਤਰ ਵਿੱਚ ਮਿਲ ਗਏ ਹਨ ਜਿਹੜੇ, ਸੋ ਉਹ ਜਿਸ ਨੂੰ ਆਪੇ ਲੈ ਮਿਲਾਏ, ਉਹ ਵਾਹਿਗੁਰੂ ਨਾਲ ਵੀ ਮਿਲ ਰਹੇ। ਕਿਹਦੇ ਨਾਲ? ਵਾਹਿਗੁਰੂ ਨਾਲ ਮਿਲ ਰਹੇ, ਮਿਲੇ ਰਹਿੰਦੇ ਨੇ। ਉਹ ਸੰਸਾਰਕ ਲੋਕਾਂ ਨੂੰ ਜਿਸ ਨੂੰ ਆਪੇ ਲੈ ਮਿਲਾਏ, ਉਹ ਸੰਸਾਰਕ ਲੋਕਾਂ ਨੂੰ ਚਾਹੇ ਮਿਲੀ ਵੀ ਜਾਣ, ਪਰ ਉਹਨਾਂ ਦੇ ਬਿਰਤੀ ਦੁਆਰਾ ਨਹੀਂ ਮਿਲਦੇ, ਉਹਨਾਂ ਦਾ ਸੰਸਾਰੀ ਬਿਰਤੀ ਨਹੀਂ ਰਹੀ, ਸੰਸਾਰ ਵੱਲੋਂ ਮਿਲਣ ਤੋਂ ਰਹਿ ਜਾਂਦੇ ਨੇ, ਲੋਕਾਂ ਨੂੰ ਮਿਲਣ ਦੀ ਇੱਛਾ ਹੀ ਨਹੀਂ ਰੱਖਦੇ। ਹੋ ਸ਼ਬਦ ਦੇ ਨਾਲ ਉਹ ਮਿਲਦੇ ਰਹਿੰਦੇ ਨੇ। ਜਿਨ੍ਹਾਂ ਨੂੰ ਨਾਮ ਪਰਮੇਸ਼ਰ ਵਾਹਿਗੁਰੂ ਦਾ ਕਿਰਪਾ ਕਰਕੇ ਮਿਲਾਏ, ਉਹ ਫਿਰ ਵਾਹਿਗੁਰੂ ਕਹਿੰਦਾ ਵੀ ਹੁਣ ਇਹ ਨਾਮ ਨਾਲ ਮਿਲ ਗਿਆ, ਹੁਣ ਮੇਰੇ ਨਾਲ ਮਿਲਣ ਦੇ ਯੋਗ ਹੋ ਗਿਆ। ਉਹ ਮਿਲਾ ਲੈਂਦਾ ਵਾਹਿਗੁਰੂ ਹੈ ਆਪਣੇ ਨਾਲ। ਦੂਜੇ ਭਾਏ ਕੋ ਨਾ ਮਿਲੇ, ਜਿਹੜਾ ਦਵੈਸ਼ ਭਾਵਨਾ ਵਿੱਚ ਹੈ, ਦੂਜੇ ਚੀਜ਼ਾਂ ਜਿਹੜੀਆਂ ਪਦਾਰਥਾਂ ਦੇ ਵਿੱਚ ਭਾਏ ਪ੍ਰੇਮ ਕਰਨ ਲੱਗਿਆ, ਦੂਜੇ ਕੌਣ? ਦੇਵੀ ਦੇਵਤਿਆਂ ਦੀ ਉਪਾਸਨਾ ਕਰਨ ਲੱਗਿਆ। ਕੋਈ ਵੀ ਉਹ ਫਿਰ ਪ੍ਰਭੂ ਵਾਹਿਗੁਰੂ ਨੂੰ ਨਾ ਮਿਲੇ, ਉਹ ਮਿਲ ਨਹੀਂ ਸਕਦਾ। ਬਲਕਿ ਮਿਲਣਾ ਤਾਂ ਇੱਕ ਪਾਸੇ ਰਿਹਾ, ਆਹ ਹਾਲਤ ਹੁੰਦੀ ਹੈ। ਫਿਰ ਆਵੇ ਜਾਏ, ਉਹ ਸਗੋਂ 84 ਦੇ ਫੇਰਿਆਂ ਵਿੱਚ ਫਿਰਦਾ ਘੁੰਮਦਾ ਹੀ ਰਹਿੰਦਾ ਹੈ, ਜਾਏ ਆਉਂਦਾ ਜਾਂਦਾ ਰਹਿੰਦਾ ਹੈ, ਜੰਮਦਾ ਮਰਦਾ ਰਹਿੰਦਾ ਹੈ। ਸਮਹ ਇੱਕ ਵਰਤਦਾ, ਇਹ ਭਾਈ ਇੱਕ ਅਦਵੈਤ ਸਰੂਪ, ਅਖੰਡ ਸਰੂਪ ਵਾਹਿਗੁਰੂ ਸਾਰਿਆਂ ਦੇ ਮਹਿ ਕੀ ਇਹ ਵਿੱਚ ਵਰਤ ਰਿਹਾ ਹੈ। ਉਹੀ ਵਰਤ ਰਿਹਾ ਹੈ, ਪ੍ਰਤਕ ਜੋਤ ਰੂਪ ਹੋ ਕਰਕੇ ਇੱਕੋ ਰਹਿਆ ਸਮਾਏ। ਉਹ ਸਾਰੇ ਖੰਡਾਂ ਬ੍ਰਹਮੰਡ 'ਚ ਇੱਕ ਵਾਹਿਗੁਰੂ ਹੀ ਸਮਾ ਰਿਹਾ, ਉਹ ਤੋਂ ਬਿਨਾਂ ਹੋਰ ਕੋਈ ਨਹੀਂ। ਜਿਸਨੂੰ ਆਪ ਦਇਆਲ ਹੋਏ, ਜਿਸ ਨੂੰ ਜਿਹਦੇ ਤਾਈਂ ਵਾਹਿਗੁਰੂ ਆਪ ਦਿਆਲੂ ਕੇ ਕਿਰਪਾਲੂ ਹੋ ਜਾਵੇ। ਗੁਰਮੁਖ ਨਾਮ ਸਮਾਏ, ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਸਮਾਏ ਰਹਿੰਦੇ ਆ, ਪ੍ਰਭੂ ਦੇ ਨਾਮ ਦੇ ਵਿੱਚ ਲੀਨ ਹੋ ਜਾਂਦੇ ਨੇ। ਉਹ ਨਾਮ ਦੇ ਵਿੱਚ ਜਿਹੜੇ ਲੀਨ ਹੋਏ ਹਨ ਉਹਨਾਂ ਦੀ ਅਵਸਥਾ ਹੈ ਇਹ। ਪੜ ਪੜ ਪੰਡਤ ਜੋਤ ਕੀ, ਜਿਹੜੇ ਭਾਈ ਕਮਾਈ ਤੋਂ ਹੀਣੇ ਨੇ, ਬੜੇ ਬੜੇ ਪੰਡਤ ਜੋਤ ਕੀ, ਜੋਤ ਸਲਾਉਣ ਵਾਲੇ ਵੀ ਫਲਾਣੇ ਟਾਈਮ ਆ ਹੋਊਗਾ, ਫਲਾਣੇ ਟਾਈਮ ਆ ਹੋਊਗਾ।
ਤੇ ਉਹ ਪੜ ਕੇ ਆਪਸ ਵਿੱਚ ਵਿਦਵਾਨ ਬੜੇ ਝਗੜੇ ਵੀ ਕਰਦੇ ਹਨ। ਵਾਦ ਕਰਹਿ ਵਿਚਾਰ, ਉਹ ਕਹਿੰਦਾ ਮੇਰਾ ਜੋਤ ਸਹੀ ਹੈ, ਤੂੰ ਗਲਤ ਹੈ। ਦੂਜੇ ਜੋਤਸ਼ੀ ਨੂੰ ਕਹਿੰਦਾ, ਉਹ ਕਹਿੰਦਾ ਮੇਰਾ ਸਹੀ ਹੈ, ਮੇਰੀ ਭਵਿੱਖਬਾਣੀ ਸਹੀ ਹੈ ਆਖੇ। ਤੇ ਹੋਣਹਾਰ ਜਿਹੜੀ ਆ ਉਹਦਾ ਉਹਨਾਂ ਨੂੰ ਕੋਈ ਪਤਾ ਨਹੀਂ ਲੱਗ ਸਕਦਾ। ਉਹ ਆਪੋ ਆਪਣੀ ਬੁੱਧ ਦੇ ਅਨੁਸਾਰ ਬਾਤ ਕਰੇ ਵਿਚਾਰ, ਸ਼ਾਸਤਰਾਂ ਦੇ ਗ੍ਰਹਿਾਂ ਨਛੱਤਰਾਂ ਦੀ ਝਗੜਿਆਂ ਦੀ ਬਹਿਸ ਤਾਂ ਜ਼ਰੂਰ ਕਰਦੇ ਹਨ, ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੈ। ਮਤ ਬੁੱਧ ਭਵੀ ਨਾ ਬੁੱਝਈ। ਦੂਸਰਾ, ਉਹਨਾਂ ਦੀ ਮਤ ਜਾਂ ਬੁੱਧੀ ਭਵੀ ਉਲਟ ਗਈ ਹੈ, ਜੋ ਪਰਮਾਰਥੀ ਸੱਚ ਨੂੰ ਨਾ ਬੁੱਝੀ ਨਹੀਂ ਸਮਝਦੀ, ਸਗੋਂ ਸੰਸਾਰਕ ਗਿਆਨ 'ਚ ਹੀ ਉਲਝੇ ਰਹਿੰਦੇ ਹੈ। ਕਿਉਂਕਿ ਉਹਨਾਂ ਦੇ ਅੰਦਰ ਅੰਤਰ ਲੋਭ ਵਿਕਾਰ, ਕਿਉਂਕਿ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਟਿਕਿਆ ਹੋਇਆ ਹੈ। ਭਾਵ ਕੀ ਹੈ ਵੀ ਉਹ ਲੋਭ ਵਸ ਜਿਸ ਤੋਂ ਕੁਝ ਮਿਲੇ ਵੀ ਇੱਥੋਂ ਮਿਲੇ, ਕੁਝ ਇੱਥੋਂ ਮਿਲੇ, ਉਸ ਦੇ ਪੱਖ ਦੀ ਗੱਲ ਕਰਦੇ ਆ। ਜਿਸ ਤੋਂ ਨਾ ਮਿਲੇ ਤੇ ਉਹਦੇ ਸੱਚ ਪੱਖ ਨੂੰ ਤਿਆਗ ਕੇ ਵਿਗਾੜ ਪੈ ਲੈਂਦੇ ਹਨ। ਉਹਨਾਂ ਦੀ ਮੱਤ ਉਲਟੀ ਹੋ ਗਈ, ਵਿਸ਼ੇ ਵਿਸ਼ੈਣੀ ਹੋ ਗਈ। ਇਸ ਕਰਕੇ ਉਹਨਾਂ ਨੂੰ ਮੱਤ ਸਿੱਖਿਆ ਉਲਟੀ ਹੋ ਗਈ, ਵਿਸ਼ੇ ਵਿਕਾਰਾਂ ਵਾਲੀ। ਬੁੱਧ ਉਹਨਾਂ ਦੀ ਵਿਸ਼ੇ ਵਿਸ਼ੈਣੀ ਹੋ ਗਈ, ਫਿਰ ਭਰਮਣੇ ਕਰਦੀ ਫਿਰੂਗੀ, ਸੱਚ ਨੂੰ ਤਾਂ ਬੁੱਝੇ ਹੀ ਨਹੀਂ, ਜਾਣਿਆ ਨਹੀਂ ਉਹਨੇ। ਲੋਭ ਰੂਪੀ ਵਿਕਾਰ, ਕਾਮ ਆਦਿ ਵਿਕਾਰ ਉਹਦੇ ਵਿੱਚ ਹੋਣ ਕਰਕੇ ਫਿਰ ਉਹ ਵਿਗਾੜ ਹੀ ਪਾਉਂਦੇ ਫਿਰਦੇ ਹਨ। 184 ਭਰਮ ਦੇ, ਤੇ ਉਹ 84 ਲੱਖ ਜੂਨਿਆਂ 'ਚ ਭਰਮਣ ਕਰਦੇ ਫਿਰਦੇ, ਭਟਕਦੇ ਫਿਰਦੇ ਹਨ ਜੂਨਾਂ ਦੇ ਵਿੱਚ। ਭ੍ਰਮ ਹੋਏ ਖਵਾਰ, ਇਹਨੂੰ ਭਾਈ ਭ੍ਰਮ ਕਹਿਣਾ ਕਿ ਉਹ ਪੈਰ ਦਾ ਰਾਰਾ, ਭਰਮ ਨਹੀਂ ਕਹਿਣਾ। ਇਹ ਧਿਆਨ ਰੱਖਣਾ, ਵੱਡਾ ਰਾਰਾ ਨਾ ਲੱਗ ਜਾਵੇ, ਸਾਬਤ ਰਾਰਾ ਲੱਗੂਗਾ ਉਹਦੇ। ਭ੍ਰਮ ਤੇ ਇਉਂ ਭ੍ਰਮਣ ਕਰਦੇ ਕਰਦੇ ਖੁਆਰ ਖੱਜਲ ਹੁੰਦੇ ਫਿਰਦੇ ਨੇ ਸੰਸਾਰ ਦੇ ਵਿੱਚ। ਪੂਰਬ ਲਿਖਿਆ ਕਮਾਵਣਾ, ਤੇ ਜਿਹੜੇ ਭਾਈ ਪੂਰਬਲੇ ਕਰਮ ਕੀਤੇ ਹੋਏ ਨੇ ਉਹਨਾਂ ਦੇ ਅਨੁਸਾਰ ਲਿਖੇ ਹੋਣ ਸੇ ਕਮਾਵਣਾ, ਕਮਾਉਂਦੇ ਨੇ। ਇਸ ਕਰਕੇ ਉਹ ਇੱਕ ਕਰਮਾਂ ਦੀ ਬਾਤ ਹੀ ਹੈ। ਕੋਈ ਨਾ ਮੇਟਣ ਹਾਰ, ਕਰਮ ਗਤੀ ਨੂੰ ਕੋਈ ਮੇਟਣ ਵਾਲਾ ਨਹੀਂ ਹੈ। ਇਸ ਕਰਕੇ ਕੋਈ ਸਮਰੱਥ ਨਹੀਂ ਹੈ, ਤੇ ਇਹ ਸਮਰੱਥ ਜੇ ਹੈ ਤਾਂ ਸਤਿਗੁਰੂ ਹੈ। ਇਸ ਕਰਕੇ ਅਵਸ਼ਮੇ ਭੁਗਤਿਅੰ ਕਿਰਤੰ ਕਰਮੰ ਸੁਭਾ ਸਮੂਹ ਅਭੁਗਤੂ ਨਾ ਖੀਅਤੇ। ਕੋਟ ਜਨਮ ਜਦੀਪ ਤੇ ਕਹਿੰਦੇ ਚਾਹੇ ਕਰੋੜਾਂ ਜਨਮ ਲੰਘ ਜਾਣ ਤਾਂ ਵੀ ਜਿਹੜਾ ਕਰਮ ਫਲ ਉਹ ਭੁੱਲਣਾ। ਜੈਸੀ ਕਲਮ ਬੂੜੀ ਹੈ ਵਸਤਕ ਤੈਸੀ ਜੀੜੇ ਪਾਸ। ਤੇ ਇਸ ਕਰਕੇ ਫਿਰ ਕੋਈ ਨਾ ਮੇਟਣ, ਦੁਬਾਰੇ ਬੋਲਦੇ ਜੀ, ਕੋਈ ਨਾ ਮੇਟਣ ਹਾਰ। ਤੇ ਉਹ ਕੋਈ ਮੇਟਣ ਵਾਲਾ ਨਹੀਂ, ਪਰ ਹਾਂ ਸਤਿਗੁਰੂ ਹੈ ਕਹਿੰਦੇ ਮੇਟਣ ਵਾਲੇ। ਉਹ ਕਿਸ ਤਰ੍ਹਾਂ ਜੀ? ਸਤਿਗੁਰੂ ਕਿਵੇਂ ਮੇਟਦੇ ਆ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਮੰਡੀ ਸਕੇਤ ਵਾਲਾ ਰਾਜਾ ਸੀ ਜਿਹੜਾ, ਤੇ ਉਹ ਮਹਾਰਾਜ ਦੇ ਚਰਨੀ ਆਇਆ। ਉਹਨੇ ਸ਼ੰਕਾ ਕੀਤੀ ਸੀ ਵੀ ਮਹਾਰਾਜ ਲੇਖ ਨਾ ਮਿਟੀ ਹੈ ਸਖੀ, ਜੋ ਲਿਖਿਆ ਕਰਤਾਰ, ਜੋ ਮਿਟਣੀ ਫਿਰ ਤੁਹਾਡੇ ਚਰਨਾਂ 'ਚ ਆਉਣ ਦਾ ਕੀ ਲਾਭ ਹੈ? ਮਹਾਰਾਜ ਕਹਿੰਦੇ ਫੇਰ ਦੱਸਾਂਗੇ। ਉਹ ਜਿੱਥੇ ਗੁਰੂ ਕੇ ਬਾਗ ਵਾਲੀ ਜਗ੍ਹਾ ਨਾ, ਅੰਮ੍ਰਿਤਸਰ ਸਾਹਿਬ ਦੇ ਬਾਹਰਲੇ ਪਾਸੇ, ਉਸ ਜਗ੍ਹਾ ਦੀ ਘਟਨਾ ਹੈ। ਫਿਰ ਉਹਨੂੰ ਸੁਪਨੇ ਦੇ ਵਿੱਚ 50 ਸਾਲ ਦੀ ਜ਼ਿੰਦਗੀ ਭੁਗਤਾਈ ਮਹਾਰਾਜ ਨੇ। 50 ਸਾਲ ਦੀ ਜ਼ਿੰਦਗੀ ਤੋਂ ਬਾਅਦ ਮਜ਼੍ਹਬੀਆਂ ਦੇ ਘਰ ਸੂਰਾਂ ਦੀ ਰਾਖੀ ਕਰਦਾ ਹੋਇਆ ਉਹ ਜਿਸ ਵੇਲੇ ਮਰ ਕੇ ਕਬਰ ਵਿੱਚ ਦੱਬਿਆ ਗਿਆ, ਸਾਰਾ ਕੁਝ ਦਿਖਾਇਆ ਦ੍ਰਿਸ਼। ਜਦੋਂ ਜਾਗਦਾ ਉਹ ਕਹਿੰਦਾ ਵੀ ਮਹਾਰਾਜ ਉਹਨੂੰ ਲੈ ਗਏ ਨਾਲ, ਤੇ ਉਹ ਸ਼ਿਕਾਰ ਨੂੰ ਜਦੋਂ ਚੜਿਆ ਸੀ ਉਹਨਾਂ ਨੇ ਕਾਬੂ ਕਰ ਲਿਆ ਸੀ। ਮਹਾਰਾਜ ਨੇ ਛਡਾਇਆ ਜਾ ਕੇ। ਉਹ ਕਹਿੰਦਾ ਮਹਾਰਾਜ ਬਣਿਆ ਕੀ? ਜੇ ਸੁਪਨਾ ਝੂਠਾ ਹੁੰਦਾ ਤਾਂ ਇਹ ਤਾਂ ਪ੍ਰਤੱਖ ਫੜ ਕੇ ਮੈਨੂੰ ਲੈ ਗਏ ਸੀ ਸਾਰੇ। ਕਹਿੰਦੇ ਕੁਝ ਨਹੀਂ ਹੈ, ਇਹ ਵੀ ਐਵੇਂ ਸੀ ਗੱਲ। ਇਹ 50 ਸਾਲ ਤਾਂ ਉਹਨਾਂ ਦੇ ਘਰ ਜਾ ਕੇ ਦੁੱਖ ਭੋਗਣਾ ਸੀ। ਤੂੰ ਸੰਗਤ 'ਚ ਆ ਗਿਆ ਗੁਰੂ ਨਾਨਕ ਦੇਵ ਜੀ, ਤੈਨੂੰ ਉਹ ਇੰਨੇ ਕੁ ਚਿਰ ਦੇ ਸੁਪਨੇ 'ਚ ਭੁਗਤਾਤੇ ਸਾਰੇ। ਸਮਰੱਥ ਹੈ ਨਾ ਗੁਰੂ, ਹੋਰ ਨਹੀਂ ਕੋਈ ਮਿਟਣ ਵਾਲਾ। ਭਾਈ ਸ਼ਮੀਰ ਨੂੰ ਸੈਂਕੜੇ ਜਾਨੂੰ ਸੁਪਨੇ ਦੇ ਇੱਕ ਰਾਤ 'ਚ ਭੁਗਤਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਗੁਰੂ ਸਮਰੱਥ ਹੈ, ਉਹ ਭੁਗਤਾ ਸਕਦਾ ਹੈ। ਸਤਿਗੁਰ ਕੀ ਸੇਵਾ ਗਾਖੜੀ, ਸਤਿਗੁਰਾਂ ਦੀ ਸੇਵਾ ਟਹਿਰ ਜਿਹੜੀ ਗਾਖੜੀ ਨਾ, ਉਹ ਕਠਨ ਦਾ ਹੈ। ਇਹ ਕਠਨ ਹੈ ਬਹੁਤ ਕਰਨੇ। ਸਿਰ ਦੀਜੈ ਆਪ ਗਵਾਏ, ਕਿਉਂਕਿ ਆਪਣੀ ਮੱਤ ਵਿੱਚ ਫਸਿਆ ਹੋਇਆ ਜੀਵ ਗੁਰਾਂ ਦੀ ਸੇਵਾ ਨਹੀਂ ਕਰ ਸਕਦਾ। ਉਹ ਸੇਵਾ ਆਪਣੀ ਮੱਤ ਨੂੰ ਦੂਰ ਕਰਕੇ ਕਰੂ ਤਾਂ ਥਾਂ ਪਊਗੀ। ਤੇ ਇਸ ਕਰਕੇ ਸਿਰ ਦੀਜੈ, ਬੋਲੇ ਜੀ ਦੁਬਾਰੇ, ਸਿਰ ਦੀਜੈ ਆਪ ਗਵਾਏ। ਸਿਰ ਦਾ ਦੇਣਾ ਕੀ ਆ? ਆਪਾ ਭਾਵ ਖਤਮ ਕਰਕੇ ਗਵਾ ਹੁੰਦੀ ਹੈ। ਸੇਵਾ ਤਾਂ ਹੁੰਦੀ ਤਾਂ ਹੈ ਜਿਵੇਂ ਗੁਰੂ ਅਮਰਦਾਸ ਸੇਵਾ ਕਰਦੇ ਸੀ। ਇੱਥੇ ਤਾਂ ਮਾੜੀ ਜਿਹੀ ਗੱਲ ਤੇ ਭੜਕ ਜਾਂਦੇ ਆ ਸਾਧ ਸਿੰਘ, ਸਾਡੇ ਮਨ ਇਹ ਜਿਹੇ ਨੇ। ਗੁਰੂ ਅਮਰਦਾਸ ਮਹਾਰਾਜ ਨੂੰ ਕੋਈ ਕਹਿੰਦਾ ਕੁੜਮਾਂ ਦਾ ਪਾਣੀ ਭਰਦਾ ਫਿਰਦਾ ਹੈ, ਕੋਈ ਕਹਿੰਦਾ ਘਰਦਿਆਂ ਨੇ ਕੱਢਤਾ ਬੁੱਢੇ ਨੂੰ, ਕੋਈ ਕਹਿੰਦਾ ਦੇਖੋ ਗੁਰਸਿੱਖਾਂ ਤੇ ਸਾਤੋਂ ਤਾਂ ਡਰਦਾ ਹੈ
ਵੀ ਕਿਤੇ ਸਾਨੂੰ ਗੁਰੂ ਸਾਹਿਬ ਨੂੰ ਕਹਿ ਕੇ ਕਢਾ ਨਾ ਦੇਣ। ਮਹਾਰਾਜ ਸਭ ਕੁਝ ਜਰ ਕੇ ਬੁੱਲੇ ਦੇ ਨਾਲ ਦੇਖੋ ਕੀ ਹੁੰਦੀ ਰਹੀ ਹੈ, ਕਿਵੇਂ ਕਿਵੇਂ ਆਪਣੇ ਮੁਰਸ਼ਿਦ ਦੀ ਸੇਵਾ ਕੀਤੀ, ਕਿਵੇਂ ਉਹਦੇ ਨਾਲ ਰੋਟੀ ਤੱਕ ਦੀ ਉਹਦੇ ਵਿੱਚ ਖਾਣੇ ਦੇ ਵਿੱਚ ਕਿਵੇਂ ਕਿਵੇਂ ਮਿਲਾਵਟ ਕਰਕੇ ਵੀ ਦਿੰਦੇ ਰਹੇ ਗੁਰ ਭਾਈ। ਇਹ ਗਾਖੜੀ ਹੈ। ਤਾਂ ਥਾਵੇ ਕਾਮ ਨਾ ਵਿਰਸਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁਟੀ, ਨੇਫਲ ਪਈ ਸਭ ਸੇਵਾ। ਇਹ ਨੇਫਲ ਹੋ ਜਾਂਦੀ ਹੈ, ਗਾਖੜੀ ਹੈ। ਸਿਰ ਦੀਜੈ ਆਪ ਗਵਾਏ, ਆਪਾ ਗਵਾ ਕੇ ਸੇਵਾ ਕਰੋ, ਫੇ ਥਾਂ ਪੈਂਦੀ ਹੈ। ਸ਼ਬਦ ਮਿਲਹਿ ਤਾਂ ਹਰ ਮਿਲੈ, ਜਿਹੜੇ ਗੁਰੂ ਦੇ ਸ਼ਬਦ ਉਪਦੇਸ਼ ਨਾਲ ਮਿਲੇ ਨੇ ਉਹਨਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਮਿਲ ਜਾਂਦਾ ਹੈ। ਸੇਵਾ ਪਵੈ ਸਭ ਥਾਏ, ਉਹਨਾਂ ਦੀ ਸੇਵਾ ਟਹਿਲ ਕੀਤੀ ਹੋਈ ਥਾਂ ਪੈ ਜਾਂਦੀ ਹੈ। ਥਾਂ ਪੈਣ ਦਾ ਮਤਲਬ ਗੁਰੂ ਨੂੰ ਪ੍ਰਵਾਨ ਹੋ ਜਾਂਦੀ ਹੈ। ਪਾਰਸ ਪਰਸੈ ਪਾਰਸ ਹੋਏ, ਸਤਿਗੁਰੂ ਜੀ ਪਾਰਸ ਰੂਪ ਹਨ, ਪਰ ਫਿਰ ਵੀ ਬੜਾ ਅੰਤਰ ਹੈ। ਪਾਰਸ ਹੈ ਜਿਹੜਾ ਪਾਰਸ ਰੂਪ ਸਤਿਗੁਰੂ ਨੇ, ਕਿਉਂਕਿ ਪਾਰਸ ਨਾਲ ਪਰਸਿਆਂ 8 ਧਾਤਾਂ ਸੋਨਾ ਬਣ ਜਾਂਦੀਆਂ ਨੇ, ਪਰ ਪਾਰਸ ਤਾਂ ਨਹੀਂ ਬਣ ਸਕਦਾ। ਉਹ ਜਿਹੜੀਆਂ ਧਾਤਾਂ ਸੋਨਾ ਬਣ ਗਈਆਂ, ਪਾਰਸ ਤਾਂ ਨਹੀਂ ਬਣੀਆਂ। ਸਤਿਗੁਰੂ ਮਹਾਰਾਜ ਕੈਸੇ ਨੇ? ਸਤਿਗੁਰੂ ਮਹਾਰਾਜ ਪਾਰਸੇ ਨਾਲ ਛੋਹਿਆਂ ਉਹ ਗੁਰੂ ਸਰੂਪ ਹੀ ਬਣਾ ਦਿੰਦੇ ਆ, ਪਾਰਸ ਰੂਪ ਬਣਾ ਦਿੰਦੇ ਨੇ। ਜਿਵੇਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਨਾਲ ਮਿਲ ਕੇ ਗੁਰੂ ਸਰੂਪ ਹੋ ਗਏ, ਬਾਬਾ ਅਮਰਦਾਸ ਜੀ गुरु अंगद देव जी नाल मिल के गुरु स्वरूप हो गए। पारस में और संत में बड़ो अंतरो जान, बह लोहा कंचन करे बह करें आप समान। वो अपने वर्गा बना लेंदे है। ये फर्क है पारस दे नालों तो गुरु दा, पर प्रमाण दा एक पक्ष लईदा है। पारस वर्गे जे कह दीए फिर तां न्यूनता पारस दे विच तां, चंद वर्गे कह दीए वाधा घटदा है, सूरज वर्गे कह दीए तपश है। एक पक्ष लईदा हुंदा है जिहड़ा ਉਹਦਾ ਪ੍ਰਮਾਣ ਦਾ ਹੁੰਦਾ ਹੈ। ਜੋਤੀ ਜੋਤ ਸਵਾਏ, ਜੋਤੀ ਪ੍ਰੂਦ ਅਦਵੈਤ ਸਰੂਪ ਹੈ ਜਿਹੜੀ, ਇਹ ਦੋ ਤਰ੍ਹਾਂ ਦੀ ਜੋਤ ਹੈ। ਜਿਹੜੇ ਤਾਂ ਵਾਹਿਗੁਰੂ ਦੀ ਜੋਤ ਹੈ ਉਹ ਤਾਂ ਅਦਵੈਤ ਸਰੂਪ ਜੋਤ ਹੈ। ਜਿਹੜੀ ਜੀਵ ਦੀ ਜੋਤ ਹੈ ਇਹ ਪਰਤਕ ਜੋਤ ਹੈ। ਪਰਤਕ ਜੋਤ ਜਿਹੜੀ ਭਿੰਨ ਭਿੰਨ ਸਰੀਰਾਂ ਦੇ ਵਿੱਚ ਪ੍ਰਕਾਸ਼ੇ ਉਹਨੂੰ ਕਹਿੰਦੇ ਪਰਤਕ ਜੋਤ। ਸਾਰਿਆਂ ਦੇ, ਉਹਦਾ ਕੀੜੀ ਦੇ ਵਿੱਚ ਵੀ ਹੈ, ਹਾਥੀ 'ਚ ਵੀ ਹੈ। ਇਹ ਪਰਤਕ ਜੋਤ ਹੈ, ਵੱਖਰੀ ਵੱਖਰੀ ਹੈ। ਜਿਹੜੀ ਪਰਤਕ ਜੋਤ ਹੈ ਉਹ ਅਦਵੈਤ ਸਰੂਪ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹਦੇ ਸਰੂਪ ਵਿੱਚ ਫਿਰ ਲੀਨ ਹੋ ਜਾਂਦੀ ਹੈ। ਜੋਤੀ ਜੋਤ ਸਮੈ ਉਹਦੇ ਵਿੱਚ ਲੀਨ ਹੋ ਜਾਂਦਾ ਹੈ। ਜਿਨ ਕੋ ਪੂਰਵ ਲਿਖਿਆ, ਜਿਨ੍ਹਾਂ ਨੂੰ ਮਸਤਕ ਦੇ ਉੱਤੇ, ਜਿਹਨਾਂ ਮਸਤਕ ਧੁਰ ਹਰ ਲਿਖਿਆ ਤੇ ਨਾ ਸਤਿਗੁਰੂ ਮਿਲਿਆ ਰਾਮ ਰਾਜੇ। ਪੂਰਵ ਦੀ ਲਿਖਤ ਨਿਸ਼ਕਾਮ ਕਰਮਾਂ ਦਾ ਪ੍ਰੇਰਿਆ ਹੋਇਆ ਪਰਮੇਸ਼ਰ, ਉਹਨਾਂ ਨੇ ਉਹ ਲਿਖਤ ਪਾ ਦਿੱਤੀ ਵੀ ਇਹਨੂੰ ਗੁਰੂ ਪੂਰੇ ਦੀ ਪ੍ਰਾਪਤੀ ਹੋ ਜਾਏ। ਜਿਨ ਸਤਿਗੁਰ ਮਿਲਿਆ ਆਏ, ਉਹ ਪ੍ਰਾਪਤੀ ਦੇ ਲੇਖ ਅਨੁਸਾਰ ਮਨੁੱਖਾ ਜਨਮ ਚ ਉਹਨਾਂ ਨੂੰ ਪੂਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੂਰੇ ਗੁਰੂ, ਗੁਰੂ ਗ੍ਰੰਥ ਸਾਹਿਬ ਦੇ ਪੂਰਾ ਗੁਰੂ, ਉਹਨਾਂ ਨੂੰ ਇਹ ਲੱਭਦਾ ਹੈ। ਇਹ ਵੀ ਪੂਰਵ ਲਿਖਤ ਹੈ। 3 ਸਤਿਗੁਰੂ, ਉਹਨਾਂ ਨੂੰ ਸਤਿਗੁਰੂ ਮਹਾਰਾਜ ਸਾਹਿਬ ਜੀ ਮਿਲਦੇ ਆ, ਜਣੇ ਖੜੇ ਨੂੰ ਨਹੀਂ ਮਿਲ ਸਕਦੇ ਹਨ। ਮਨ ਭੁੱਖਾ ਭੁੱਖਾ ਮਤ ਕਰਹਿ, ਹੇ ਮਨਾ ਆਸਾ ਤ੍ਰਿਸ਼ਨਾ ਦੀ ਭੁੱਖ ਦੇ ਅਧੀਨ ਹੋ ਕੇ ਭੁੱਖਾ ਭੁੱਖਾ, ਮੈਨੂੰ ਭੁੱਖ ਲੱਗੀ ਹੈ, ਮੈਨੂੰ ਪਿਆਸ ਲੱਗੀ ਹੈ, ਮਤਾਂ ਕਰਿਆ ਕਰੇ। ਕਿਉਂਕਿ ਤੇਰੇ ਮਤ ਵਿੱਚ ਇਸ ਪ੍ਰਕਾਰ ਦੀ ਜਿਹੜੀ ਤੂੰ ਇਹ ਭੁੱਖ ਜ਼ਾਹਰ ਕਰਦਾ ਹੈ, ਜਿਹੜਾ ਪ੍ਰਲਬ ਦੇ ਵਿੱਚ ਤਾਂ ਮਿਲੂਗਾ ਤੈਨੂੰ। ਮਤ ਤੂੰ ਕਰੇ ਇਸ ਤਰ੍ਹਾਂ ਦੀ, ਮਤਾਂ ਤੂੰ ਇਸ ਤਰ੍ਹਾਂ ਦੀ ਪੁਕਾਰ ਨਾ ਕਰਿਆ ਕਰ। ਮਤ ਤੂੰ ਕਰਹਿ ਪੁਕਾਰ, ਭੁੱਖਾ ਭੁੱਖਾ ਮਤ ਕਰਕੇ ਤੂੰ ਮਤਾਂ ਕਿਸੇ ਕੋਲ ਜਾ ਕੇ ਪੁਕਾਰ ਨਾ, ਫਰਿਆਦ ਹੈ। ਆਪਣੇ ਭੁੱਖ ਜ਼ਾਹਰ ਕਰਦਾ, ਫਰਿਆਦ ਕਰਦਾ, ਭੁੱਖ ਮਿਟ ਜਾਵੇ ਮੇਰੀ, ਨਹੀਂ ਮਿਟਣੀ ਏਕਣ। ਤ੍ਰਿਸ਼ਨਾ ਦੀ ਭੁੱਖ, ਤ੍ਰਿਸ਼ਨਾ ਭੁੱਖ ਦੇ ਅਧੀਨ ਜੀਵਾਂ ਦੀ ਕਦੇ ਤ੍ਰਿਪਤੀ ਨਹੀਂ ਹੁੰਦੀ। ਇਹ ਸੰਸਾਰ ਦੇ ਬਲਕਿ ਇੱਕ ਪਾਸੇ ਰਹੇ ਬਰਮਪੁਰੀ ਸਵਰਗਪੁਰੀ ਪਦਾਰਥਾਂ ਨੂੰ ਪਾ ਕੇ ਵੀ ਭੁੱਖਾ ਹੀ ਰਹੂਗਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਇਸ ਦੀ ਤ੍ਰਿਪਤੀ ਕੇਵਲ ਨਾਮ ਤੇ ਸੰਤੋਖ ਦੁਆਰਾ ਹੀ ਹੋ ਸਕਦੀ ਹੈ। ਬਿਨਾਂ ਸੰਤੋਖ ਨਹੀਂ ਕੂ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਸੁਪਨੇ ਦੀ ਨਿਆਈ ਹਨ ਸਭ ਬੇਅਰਥ। ਲੱਖ 84 ਹੈ ਜਿਨ ਸ੍ਰੀ, ਜਿਸ ਪ੍ਰਭੂ ਨੇ 84 ਲੱਖ ਜੋਨਾਂ ਸਿਰਜੀ, ਇਹ ਸ੍ਰਿਸ਼ਟੀ ਪੈਦਾ ਕੀਤੀ ਹੈ। ਸਭ ਦੇ ਆਧਾਰ, ਉਹ ਸਾਰਿਆਂ ਨੂੰ ਆਧਾਰ ਆਸਰਾ ਦੇ ਰਿਹਾ ਹੈ। ਫਿਰ ਤੈਨੂੰ ਕਿਉਂ ਨਹੀਂ ਦੇਊ? ਪੱਥਰਾਂ 'ਚ ਤਾਂ ਕੀੜਿਆਂ ਨੂੰ ਦਿੰਦਾ। ਜਿਹੜਾ ਸਿੱਖ ਰੋਜ਼ ਰਹਿ ਰਸਤਾ ਪੜ੍ਹਦਾ ਹੈ, ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਰੀ ਆਗੇ ਕਰ ਧਰਿਆ, ਤੇ ਖਾਣੇ ਪਿੱਛੇ ਲੜਦਾ ਹੈ, ਜਾਂ ਤਾਂ ਰਹਿ ਰਾਸ ਨਹੀਂ ਪੜ੍ਹਦਾ, ਜਾਂ ਸਿੱਖੀ ਤੋਂ ਦੂਰ ਹੈ ਇਹਦੇ, ਜਾਂ ਫਿਰ ਬਾਣੀ ਦੀਆਂ ਕੁਰਲੀਆਂ ਕਰਦਾ, ਅਮਲ ਨਹੀਂ ਹੋਇਆ। ਕੁਛ ਨਾ ਕੁਛ ਤਾਂ ਹੈਗਾ ਹੀ ਨਾ ਫਿਰ। ਤੋ ਇਸ ਕਰਕੇ ਸਾਧ ਸੰਗਤ ਜੀ, ਸਭ ਸੇ ਦੇ ਆਧਾਰ ਉਹਦੇ ਤੇ ਯਕੀਨ ਕਰ।
ਉਹ ਐਸਾ ਦਇਆਲੂ ਕਿਰਪਾਲੂ ਹੈ। ਨਿਰਭਉ ਸਦਾ ਦਇਆਲ ਹੈ। ਭੈ ਤੋਂ ਰਹਿਤ ਹੈ ਤੇ ਦਿਆਲੂ ਹੈ ਸਦਾ ਹੀ। ਸਭਨਾ ਕਰਦਾ ਸਾਰ। ਉਹ ਤਾਂ ਸਾਰਿਆਂ ਦੀ ਸੰਭਾਲ ਕਰਦਾ, ਤੇਰੀ ਕਿਉਂ ਨਹੀਂ ਕਰੂਗਾ ਭਾਈ। ਉਹ ਤਾਂ ਕਿਰਤ ਘਣਾ ਨੂੰ ਵੀ ਪਾਲਦਾ, ਅਕਿਰਤ ਘਰਾਂ ਨੂੰ ਪਾਲਦਾ, ਪਰ ਨਾਨਕ ਸਦ ਬਖਸ਼ਿੰਦ ਜਿਹੜੇ ਉਹਨੂੰ ਗਾਲਾਂ ਕੱਢਦੇ ਉਹਨਾਂ ਨੂੰ ਵੀ ਪਾਲਦਾ ਹੈ। ਨਾਨਕ ਗੁਰਮੁਖ ਬੁੱਝਿਆ ਤੇ ਗੁਰੂ ਮੁਖ ਦੁਆਰਾ ਭਾਈ ਉਹਨੂੰ ਜਾਣੀਦਾ ਹੈ। ਪਾਈਐ ਮੁਖ ਦੁਆਰ। ਗੁਰੂ ਦੇ ਮੁਖ ਦੁਆਰਾ ਹੀ ਪ੍ਰਭੂ ਨੂੰ ਬੁੱਝੀਏ ਸਮਝੀਦਾ ਤੇ ਫਿਰ ਸੰਸਾਰ ਰੂਪੀ ਦੁਆਰ ਦਰਵਾਜ਼ੇ ਤੇ ਮੋਖ ਮੁਕਤੀ ਪਾ ਲਈਦੀ ਹੈ। ਦੁਆਰਿਆਂ ਵਾਲੇ ਸਰੀਰ ਤੋਂ ਮੁਕਤੀ ਪਾ ਲਈਦੀ ਹੈ। ਦੁਆਰ ਸਤਸੰਗਤ ਰੂਪੀ ਦਰ, ਗਿਆਨ ਰੂਪੀ ਦਰ, ਦਰਵਾਜ਼ਾ ਜਿਹੜਾ ਦੁਆਰਾ ਤੇ ਇਹਦੇ ਮੋਖ ਮੁਕਤੀ ਪਾ ਲਈਦੀ ਹੈ। ਤੇ ਇਸ ਕਰਕੇ ਜਿਹੜਾ ਉਹ ਮੁਕਤੀ ਇਸ ਪ੍ਰਕਾਰ ਹੀ ਮਿਲਦੀ ਆ ਸਤਿਗੁਰਾਂ ਦੇ। ਸ੍ਰੀ ਰਾਗ ਮਹੱਲਾ ਤੀਜਾ। ਤੀਸਰੇ ਪਾਤਸ਼ਾਹ ਹੋਰ ਅੱਗੇ ਸ਼ਬਦ ਉਚਾਰਨ ਕਰਦੇ ਨੇ ਸ੍ਰੀ ਰਾਗ ਵਿੱਚ। ਜਿਨੇ ਸੁਣ ਕੇ ਮੰਨਿਆ। ਭਾਈ ਜਿਨ੍ਹਾਂ ਨੇ ਸੁਣ ਕੇ ਵਾਹਿਗੁਰੂ ਦੇ ਨਾਮ ਨੂੰ ਮੰਨਣਾ ਕੀਤਾ ਹੈ, ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣਿਆ ਤੇ ਮੰਨਿਆ, ਉਹਨਾਂ ਨੂੰ ਮੰਨਣ ਦੇ ਜਿਹੜੇ ਨਿਯਮ ਉਹਨਾਂ ਦੇ ਅਨੁਸਾਰ ਉਹ ਜਿਹੜੇ ਐਸੇ ਹਨ। ਜਿਨ੍ਹਾਂ ਨਿਜ ਘਰ ਵਾਸ। ਭਾਈ ਉਹਨਾਂ ਦਾ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਜਾਂ ਸੱਚਖੰਡ ਰੂਪੀ ਘਰ ਦੇ ਵਿੱਚ ਜਾਂ ਤੁਰਿਆ ਪਦ ਰੂਪੀ ਬਾਸ ਕਹੀਏ ਨਿਵਾਸ ਹੋ ਜਾਂਦਾ ਹੈ। ਗੁਰਮਤਿ ਸਾਰਾਹਿ ਸੱਚ। ਇਹ ਭਾਈ ਜੇ ਤੂੰ ਚਾਹੁੰਦਾ ਹੈ ਕਿ ਸਰੂਪ ਰੂਪੀ ਘਰ ਦੇ ਵਿੱਚ ਨਿਵਾਸ ਕਰਨਾ ਹੈ ਤਾਂ ਗੁਰਮਤੀਆ ਬਣ ਕੇ ਸੱਚੇ ਨਾਮ ਦੀ ਸਲਾਹ ਸਿਫਤ ਕਰਿਆ ਕਰ। ਹਰ ਪਾਇਆ ਗੁਣ ਤਾਸ। ਜਿਨ੍ਹਾਂ ਨੇ ਸਲਾਹਿਆ ਉਹਨਾਂ ਨੇ ਸਾਰਿਆਂ ਨੇ ਗੁਣਾਂ ਦਾ ਤਾਸ ਖਜ਼ਾਨਾ ਪ੍ਰਭੂ ਵਾਹਿਗੁਰੂ ਪਾ ਲਿਆ ਹੈ। ਸ਼ਬਦ ਰਤੇ ਸੇ ਨਿਰਮਲੇ। ਜਿਹੜੇ ਸ਼ਬਦ ਉਪਦੇਸ਼ ਗੁਰੂ ਦੇ ਵਿੱਚ ਰੰਗੇ ਗਏ ਨੇ ਉਹ ਨਿਰਮਲੇ ਉਜਲੇ ਹੋ ਗਏ, ਮੈਲ ਰਹਿਤ ਹੋ ਗਏ, ਰਾਗ ਦਵੇਸ਼ ਦੀ ਮੈਲ ਨਹੀਂ ਰਹੀ। ਜਨਮਾਂ ਜਨਮਾਤਰਾਂ ਦੀ ਪਾਪਾਂ ਦੀ ਮੈਲ ਵੀ ਧੋਤੀ ਗਈ, ਉਹਨਾਂ ਦੀ ਪਵਿੱਤਰ ਹੋ ਗਏ ਹਨ। ਸਦ ਬਲਿਹਾਰੈ ਜਾਸ। ਮੈਂ ਉਹਨਾਂ ਤੋਂ ਸਦ ਸੈਂਕੜੇ ਵਾਰੀ ਹਮੇਸ਼ਾ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ। ਹਿਰਦੈ ਜਨ ਕੈ ਹਰਿ ਵਸੈ। ਜਿਨ੍ਹਾਂ ਦੇ ਹਿਰਦੇ ਅੰਤਸਕਰਨ ਵਿੱਚ ਹਰੀ ਪਰਮੇਸ਼ਰ ਵਾਹਿਗੁਰੂ ਦਾ ਵਾਸਾ ਹੋ ਗਿਆ, ਨਾਮ ਵਸਦਾ ਹੈ। ਜਿਤ ਘਟ ਹੈ ਪ੍ਰਗਾਸ। ਉਹਨਾਂ ਦੇ ਘਟ ਹਿਰਦਿਆਂ 'ਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਗਿਆ, ਚਾਨਣਾ ਹੋ ਗਿਆ ਹੈ। ਮਨ ਮੇਰੇ ਹਰ ਹਰ ਨਿਰਮਲ ਧਿਆਏ। ਹੇ ਮੇਰੇ ਮਨ ਹਰੀ ਪਰਮੇਸ਼ਰ ਵਾਹਿਗੁਰੂ ਜੋ ਸਭ ਨੂੰ ਹਰੇ ਭਰੇ ਕਰਨ ਵਾਲਾ ਹੈ, ਉਹ ਨਿਰਮਲ ਉਜਲ ਹੈ, ਉਹਨੂੰ ਧਿਆਉਣਾ ਕਰ। ਧੁਰਮਸਤਕ ਜਨ ਕੋ ਲਿਖਿਆ। ਜਿਨ੍ਹਾਂ ਨੇ ਧੁਰਾ ਮੱਥੇ ਦੇ ਉੱਤੇ ਧੁਰੋਂ ਹੀ ਪ੍ਰਭੂ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਇਆ ਹੈ, ਉਹ ਗੁਰਮੁਖ। ਗੁਰਮੁਖ ਰਹੇ ਲਿਵ ਲਾਏ। ਉਹ ਗੁਰਮੁਖ ਵਾਹਿਗੁਰੂ 'ਚ ਲਿਵ ਨਾਮ ਬਿਰਤੀ ਦਾ ਹੈ ਤੇ ਉਹ ਮਨ ਦੀ ਬਿਰਤੀ ਜਿਹੜੀ ਆ ਲਾ ਰਹੇ ਹਨ ਵਾਹਿਗੁਰੂ ਵਿੱਚ। ਰਹਾਉ ਅਸਥਾਈ ਦੇ ਕੇ ਫਰਮਾਉਂਦੇ ਆ। ਹਰ ਸੰਤੋ ਦੇਖੋ ਨਦਰ ਕਰ। ਤੇ ਮਹਾਰਾਜ ਸਾਹਿਬ ਹੇ ਹਰ ਪ੍ਰਭੂ ਦੇ ਸੰਤ ਜਨੋ ਗਿਆਨ ਦ੍ਰਿਸ਼ਟੀ ਦੁਆਰਾ ਦੇਖੋ, ਬੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਸੰਤ ਜਨੋ ਦੇਖੋ ਤੇ ਉਹ ਹਰ ਪ੍ਰਭੂ ਵਾਹਿਗੁਰੂ ਉਹ ਗਿਆਨ ਦ੍ਰਿਸ਼ਟੀ ਦੁਆਰਾ ਦੇਖਣਾ ਕਰੋ। ਜਦੋਂ ਦੇਖੋਗੇ ਨਿਕਟ ਵਸੈ ਭਰਪੂਰ। ਉਹ ਤਾਂ ਭਾਈ ਪਰਿਪੂਰਨ ਹੈ, ਸਾਰਿਆਂ ਦੇ ਨਿਕਟ ਨੇੜੇ ਤੋਂ ਨੇੜੇ ਵਸਦਾ ਹੈ, ਨਿਕਟੀ ਪਰ ਭੇਦ ਨਾ ਪਾਇਆ। ਗੁਰਮਤਿ ਜਿਨੀ ਪਛਾਣਿਆ। ਜਿਨ੍ਹਾਂ ਨੇ ਗੁਰੂ ਦੀ ਮੱਤ ਦੁਆਰਾ ਵਾਹਿਗੁਰੂ ਨੂੰ ਪਛਾਣ ਲਿਆ, ਪਹਿਚਾਣ ਲਿਆ ਬੈਰਾਗ ਵਿਵੇਕ ਦੇ ਨੇਤਰਾਂ ਦੁਆਰਾ, ਉਹ ਪ੍ਰਭੂ ਸਦਾ ਹੀ ਹਮੇਸ਼ਾ ਕਿਵੇਂ ਹੈ ਉਹਨਾਂ ਨੂੰ ਉਹਨਾਂ ਦੀ ਅਵਸਥਾ ਇਹ ਬਣਦੀ ਹੈ। ਦੇਖੈ ਸਦਾ ਹਦੂਰ। ਉਹ ਸਦਾ ਹੀ ਹਮੇਸ਼ਾ ਹੀ ਹਦੂਰ ਨੇੜੇ ਦੇਖਦੇ ਨੇ। ਉਹ ਦ੍ਰਿਸ਼ਟਾ ਰੂਪ ਹੋ ਕੇ ਚੇਤਨ ਸਰੂਪ ਨੂੰ ਸਦਾ ਨੇੜੇ ਦੇਖਦਾ ਹੈ। ਜਿਨ ਗੁਣ ਤਿਨ ਸਦ ਮਨ ਵਸੈ। ਕਿਉਂਕਿ ਵਾਹਿਗੁਰੂ ਦ੍ਰਿਸ਼ਟਾ ਰੂਪ ਹੋ ਕੇ ਚੇਤਨ ਸੱਤਾ ਸਰੂਪ ਹੋ ਕੇ ਨੇੜੇ ਤੇ ਨੇੜੇ ਹੋ ਕੇ ਸਭ ਨੂੰ ਦੇਖਦਾ, ਸਭ ਦੇ ਗੁਣਾਗੁਣ ਸਦ ਸੁਣਦਾ, ਸਦ ਵੇਖਦਾ। ਜਿਨ ਗੁਣ ਤਿਨ ਸਦ ਮਨ ਵਸੈ। ਜਿਨ੍ਹਾਂ ਦੇ ਚ ਹਿਰਦੇ ਸ਼ਰਧਾ, ਪ੍ਰੇਮ, ਭਗਤੀ, ਸਤ ਸੰਤੋਖ ਆਦਿ ਸ਼ੁਭ ਗੁਣ ਹਨ ਤੇ ਤਿੰਨ ਉਹਨਾਂ ਦੇ ਸਦ ਹਮੇਸ਼ਾ ਹੀ ਪ੍ਰਭੂ ਮਨ ਦੇ ਵਿੱਚ ਆ ਕੇ ਵਸ ਜਾਂਦਾ ਹੈ। ਅਤੇ ਜਿਹੜੇ ਔਗੁਣਾ ਵਾਲੇ ਹਨ, ਔਗਣਵੰਤਿਆਂ ਦੂਰ। ਔਗੁਣਾ ਵਾਲਿਆਂ ਨੂੰ ਭਾਈ ਉਹ ਦੂਰ ਹੈ ਪਰਮੇਸ਼ਰ, ਤੇ ਉਹ ਉਹਨਾਂ ਤੇ ਦੂਰ ਰਹਿੰਦਾ, ਸਖਿਆਤਾਕਾਰ ਨਹੀਂ ਹੁੰਦਾ। ਮਨਮੁਖ ਗੁਣ ਤੈ ਵਾਹਰੇ। ਜਿਹੜੇ ਮਨਮੁਖ ਨੂੰ ਸ਼ਰਧਾ, ਭਾਵਨਾ, ਪ੍ਰੇਮ ਆਦਿ ਗੁਣਾਂ ਤੇ ਬਾਹਰੇ ਕੀ ਸਖਣੇ ਹੀ ਤੁਰੇ ਫਿਰਦੇ ਨੇ। ਬਿਨ ਨਾਵੇ ਮਰਦੇ ਝੂਰ। ਉਹ ਨਾਮ ਤੋਂ ਬਿਨਾਂ ਫਿਰ ਝੁਰ ਝੁਰ ਕੇ ਮਰਦੇ ਹੈ। ਝੁਰ ਝੁਰ ਕੇ ਮਰਨਾ, ਜਿਹੜਾ ਪਛਤਾਵਾ ਕਰ ਕਰਕੇ ਮਰਨਾ, ਇਉਂ ਮਰਨਗੇ। ਜਿਨ ਸ਼ਬਦ ਗੁਰੂ ਸੁਣ ਮੰਨਿਆ। ਜਿਨ੍ਹਾਂ ਨੇ ਗੁਰੂ ਦਾ ਉਪਦੇਸ਼ ਸ਼ਬਦ ਸੁਣ ਕੇ ਸ਼ਰਧਾ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਸੁਣ ਕੇ ਫਿਰ ਅਭੇਦ ਦੀਆਂ ਸਾਧਕ ਜੁਗਤੀਆਂ, ਭੇਦ ਦੀਆਂ ਵਾਧਕ ਜੁਗਤੀਆਂ ਦੁਆਰਾ
ਸੁਣ ਕੇ ਉਹਨੂੰ ਮੰਨਣਾ ਕੀਤਾ ਹੈ। ਜਨ ਮਨ ਧਿਆਇਆ ਹਰਿ ਸੋਏ, ਉਹਨਾਂ ਨੇ ਮਨ 'ਚ ਸੋਏ ਸ਼੍ਰੋਮਣੀ ਹਰੀ ਪਰਮੇਸ਼ਰ ਨੂੰ ਧਿਆਇਆ ਹੈ। ਉਲਟ ਕੇ ਹਰੀ ਦਾ ਰੂਪੇ ਹੋ ਗਏ ਨੇ, ਹਰ ਸੋਏ ਉਹਦਾ ਰੂਪ ਹੀ ਹੋ ਗਏ ਹਨ। ਫਿਰ ਅਨ ਦਿਨ ਭਗਤੀ ਰਤਿਆ, ਅਨ ਦਿਨ ਰਾਤ ਦਿਨ ਉਹ ਰੱਬੀ ਭਗਤੀ 'ਚ ਰੰਗੇ ਰਹਿੰਦੇ ਨੇ, ਹਰ ਵਕਤ ਰਾਤ ਦਿਨ। ਮਨ ਤਨ ਨਿਰਮਲ ਹੋਏ, ਉਹਨਾਂ ਦਾ ਮਨ ਵੀ ਤਨ ਵੀ ਪਾਪਾਂ ਦੀ ਮੈਲ ਤੋਂ ਉਜਲ ਹੋ ਗਿਆ, ਪਾਪਾਂ ਦੀ ਕਾਲਸ਼ ਰਹਿ ਗਈ ਹੈ। ਪਾਪਾਂ ਵੱਲੋਂ ਹਟ ਕੇ ਫਿਰ ਮਨ ਤਨ ਪੜ੍ਹਦੇ ਹੋ ਜੀ। ਮਨ ਤਨ ਨਿਰਮਲ ਹੋਏ, ਉਹਨਾਂ ਦਾ ਮਨ ਤੇ ਤਨ ਵੀ ਐਂ ਪਵਿੱਤਰ ਹੋ ਗਿਆ ਭਾਈ। ਮਨ ਦੇ ਵਿੱਚ ਵੀ ਵਿਕਾਰ ਖਤਮ ਹੋਏ, ਸੰਕਲਪਾਂ 'ਚ ਵੀ ਚਲੇ ਗਏ ਵਿਕਾਰ, ਨਾਮ ਹੀ ਰਹਿ ਗਿਆ ਹਿਰਦੇ 'ਚ। ਕੂੜਾ ਰੰਗ ਕੁਸੰਭ ਕਾ, ਕਹਿੰਦੇ ਕੁਸੁੰਭਾ ਜਿਹੜਾ ਹੈ ਉਹਦਾ ਰੰਗ ਝੂਠਾ ਹੁੰਦਾ, ਕੱਚਾ ਰੰਗ ਹੈ, ਜੋ ਪਾਣੀ ਦੀ ਬੂੰਦ ਪੈਣ ਦੇ ਨਾਲ ਜਾਂ ਫਿਰ ਧੁੱਪ ਦੇ ਨਾਲ ਹੀ ਨਾਸ ਹੋ ਜਾਂਦਾ ਹੈ। ਇਸ ਪ੍ਰਕਾਰ ਇਹ ਵਿਸ਼ੇ ਵਿਕਾਰਾਂ ਦੇ ਜਿਹੜੇ ਨੰਦਨ, ਇਹ ਪਦਾਰਥ ਭੋਗੜ ਦੇ ਨਾਲ ਖਾਣ ਪਹਿਨਣ ਦਾ ਕੁਸੁੰਭੇ ਦੇ ਰੰਗ ਦੀ ਨਿਆਈ, ਕੂੜਾ ਝੂਠਾ ਹੀ ਆਇਆ ਹੈ। ਤੇ ਇਸ ਕਰਕੇ ਇਹਨਾਂ ਨੂੰ ਕਿਹਾ ਹੈ ਬਿਨ ਸਜਾਏ, ਬਿਨ ਸਜਾਏ ਦੁੱਖ ਰੋਏ। ਉਹ ਜਦੋਂ ਬਿਨ ਸਜਾਂਦਾ ਪਛਤਾਵਾ ਹੁੰਦਾ ਵੀ ਇਹੋ ਜਿਹਾ ਰੰਗ ਕਾਹਨੂੰ ਰੋਣਾ ਸੀ ਮੈਂ। ਤੇ ਇਹ ਜਿਹੜਾ ਵਿਸ਼ੇ ਵਿਕਾਰਾਂ ਦਾ ਰੰਗ ਹੈ ਇਹਦਾ ਵੀ ਪਿੱਛੋਂ ਪਛਤਾਵਾ ਹੀ ਹੁੰਦਾ ਹੈ। ਇਹ ਜਿਹੜਾ ਕੁਸੁੰਭ ਹੈ ਮੱਧ ਭਾਰਤ ਦੇ ਵਿੱਚ ਇੱਕ ਦਰਖਤ ਮੰਨਿਆ ਹੈ। ਉਹਦੇ ਫੁੱਲ ਜਿਹੜੇ ਨੇ, ਉਹਦੇ ਫੁੱਲਾਂ ਦੇ ਵਿੱਚੋਂ ਲੋਕੀ ਕੱਪੜੇ ਰੰਗਦੇ ਆ। ਉਹਦਾ ਕੱਚਾ ਜਿਹਾ ਰੰਗ ਹੁੰਦਾ ਹੈ, ਪਰ ਭੜਕੀਲਾ ਬਹੁਤ ਹੁੰਦਾ ਹੈ, ਕੱਚਾ ਰੰਗ ਹੁੰਦਾ ਹੈ, ਧੋਣ ਦੇ ਨਾਲ ਉਤਰ ਜਾਂਦਾ ਹੈ। ਪਰ ਪੰਜਾਬ ਦੀ ਧਰਤੀ ਦੇ ਵਿੱਚ ਆਮ ਹੀ ਪਿੰਡਾਂ ਦੇ ਵਿੱਚ ਸਾਡੇ ਇੱਕ ਦੇਖਿਆ ਗਿਆ, ਮੈਂ ਵੀ ਬਹੁਤ ਵਾਰ ਦੇਖਿਆ, ਕਸੁੰਬੜੇ ਦੀ ਇੱਕ ਬੂਟੀ ਹੁੰਦੀ ਹੈ, ਉਹਨੇ ਕੰਡੇ ਹੁੰਦੇ ਨੇ ਬੜੇ ਤਿੱਖੇ, ਫੁੱਲ ਬੜਾ ਉਹਦਾ ਹੁੰਦਾ ਜਿਵੇਂ ਕੇਸਰ ਦੀਆਂ ਤੁਰੀਆਂ ਐਮ ਹੁੰਦਾ ਹੈ, ਤੇ ਉਹਦੇ ਵਿੱਚੋਂ ਰੰਗ ਅਤਿਅੰਤ ਕੱਚਾ ਨਿਕਲਦਾ ਹੈ। ਕਹਿੰਦੇ ਵਿਸ਼ੇ ਵਿਕਾਰਾਂ ਦਾ ਜਿਤਨੇ ਤਨਮੰਤ ਕੁਲਵੰਤ ਮਿਲਖਵੰਤ ਦੀਸੈ ਮਨ ਮੇਰੇ ਸਭ ਬਿਨ ਸਜਾਏ ਜੋ ਰੰਭ ਕਸੁੰਭ ਕਚਾਣ। ਇਹ ਕੱਚਾ ਰੰਗ ਕਸੁੰਭ ਦਾ ਥੋੜੜਿਆਂ ਦਿਨ ਚਾਰ ਜੀਓ, ਇਹ 4 ਕੁ ਦਿਨਾਂ ਦਾ ਹੈ। ਪਰ ਪੱਕਾ ਰੰਗ ਜਿਹੜਾ ਉਹ ਮਜੀਠ ਦਾ ਹੈ। ਮਜੀਠ ਇੱਕ ਬੇਲ ਹੈ। ਕੱਚੇ ਤੇ ਪੱਕੇ ਰੰਗ ਦੇ ਵਿਸ਼ਿਆਂ ਦਾ ਕੱਚਾ ਰੰਗ ਹੈ, ਮਾਇਆ ਦਾ ਕੱਚਾ ਰੰਗ ਹੈ। ਬਿਨ ਸਜਾਏ ਜਦੋਂ ਵਿਸ਼ੇ ਚਲੇ ਗਏ ਦੁੱਖਾਂ ਦੇ ਵਿੱਚ ਰੋਂਦਾ ਹੈ, ਛੱਡ ਕੇ ਚਲੇਗਾ ਸਰੀਰ ਜਿਹਦੇ ਨਾਲ ਆਨੰਦ ਮਾਣਦਾ ਸੀ, ਫੇਰ ਰੋਂਦਾ ਹੈ। ਪਿੱਛੋਂ ਪਛਤਾਵਾ ਕਰਦਾ ਜਦੋਂ ਸਜ਼ਾਵਾਂ ਮਿਲਦੀਆਂ ਨੇ, ਜੇਲ੍ਹਾਂ ਹੋ ਜਾਂਦੀਆਂ ਨੇ, ਫੇਰ ਕਹਿੰਦਾ ਮੈਂ ਕਾਹਨੂੰ ਇਹੋ ਜਿਹੇ ਵਿਸ਼ੇ ਵਿਕਾਰ ਭੋਗਣੇ। ਇਹ ਕੱਚਾ ਰੰਗ ਹੈ ਤਾਂ ਲੈਂਦਾ ਹੈ। ਜਿਸ ਅੰਦਰ ਨਾਮ ਪ੍ਰਗਾਸ ਹੈ, ਜਿਨ੍ਹਾਂ ਗੁਰਮੁਖਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਗਿਆ ਹੈ, ਚਾਨਣਾ ਹੋ ਗਿਆ, ਉਹ ਸਦਾ ਸਦਾ ਥਿਰ ਹੋਏ। ਉਹ ਗੁਰਮੁਖ ਜਨ ਸਤ ਸਰੂਪ ਪਾ ਕੇ ਸਦਾ ਹਮੇਸ਼ਾ ਵਾਸਤੇ ਸਿਰ ਇਸਤਤ ਹੋ ਗਏ, ਇਸਤਤ ਹੋ ਜਾਂਦੇ ਨੇ, ਉਹ ਪ੍ਰਭੂ ਦਾ ਰੂਪ ਹੀ ਹੋ ਜਾਂਦੇ ਨੇ। ਇਹੋ ਜਨਮ ਪਦਾਰਥ ਪਾਇ ਕੇ, ਉਹਨਾਂ ਨੇ ਪਾਈ ਇਹ ਮਨੁੱਖਾ ਜਨਮ ਹੈ। ਇਹ ਜਨਮ ਪਦਾਰਥ ਨੂੰ ਪਾ ਕਰਕੇ, ਭਾਵ ਕਿ ਜਿਹੜੇ ਮਨੁੱਖ ਨਾਮ ਪਰਮੇਸ਼ਰ ਵਾਹਿਗੁਰੂ ਦੇ ਚੇਤੇ ਲਾ ਕਰਕੇ ਇਹ ਜਨਮ ਪਦਾਰਥ ਮਿਲਿਆ, ਬੜਾ ਕੀਮਤੀ ਪਦਾਰਥ ਹੈ ਜਿਹੜਾ ਮਨੁੱਖਾ ਸਰੀਰ ਮਿਲਿਆ ਪਾ ਕਰਕੇ। ਹਰ ਨਾਮ ਨ ਚੇਤੈ ਲਿਵ ਲਾਏ, ਫਿਰ ਨਾਮ ਨੂੰ ਚੇਤੇ ਨਾ ਕਰੇ, ਲਿਵ ਵਾਹਿਗੁਰੂ ਵਿੱਚ ਲਾਵੇ ਨਾ। ਮਨੁੱਖਾ ਸਰੀਰ ਜਨਮ ਪਦਾਰਥ ਮਿਲਿਆ ਹੋਇਆ, ਚੇਤੇ ਨਹੀਂ ਕਰਦੇ। ਅਮੋਲਕ ਜਨਮ ਜਿਹੜਾ ਹੈ ਉਹ ਅਜਾਈਂ ਗਵਾ ਲੈਂਦੇ ਹੈ। ਇਸ ਕਰਕੇ ਭਾਈ ਮਨੁੱਖਾ ਜਨਮ ਜਿਹੜਾ ਪਦਾਰਥ ਬੜਾ ਅਮੋਲਕ ਹੈ। ਬਾਕੀ ਸਾਰੀਆਂ ਜੂਨਾਂ ਦਾ ਸਰਦਾਰ ਹੈ। ਆਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੇਂ ਤੇਰੀ ਸਿਕਦਾਰੀ। ਧਰਮ ਸ਼ਾਸਤਰ ਦੇ 4 ਪਦਾਰਥ ਮੰਨੇ, ਧਰਮ ਅਰਥ ਕਾਮ ਮੋਖ। ਪਰ ਗੁਰਬਾਣੀ ਦੇ ਵਿੱਚ ਸੰਪਰਦਾਇ ਵਿਦਵਾਨਾਂ ਨੇ ਗੁਰਬਾਣੀ ਚੋਂ 5 ਸ਼ਬਦ ਲੈ ਕੇ ਪਦਾਰਥਾਂ ਦੀ ਲੜੀ ਬਣਾਈ ਹੈ ਕਿ ਪਹਿਲਾ ਪਦਾਰਥ ਕੀ ਹੈ? ਜਨਮ ਪਦਾਰਥ। ਬਹੁਤ ਸਾਰੇ ਥਾਵਾਂ ਤੇ ਜਿਵੇਂ ਹੁਣ ਇੱਥੇ ਆਇਆ ਇਹ ਜਨਮ ਪਦਾਰਥ ਪਾਇਕ ਹੈ, ਇਹ ਬਹੁਤ ਸਾਰੇ ਹੋਰ ਥਾਂ ਤੇ ਆਊਗਾ। ਇਹ ਸਾਰੇ ਪਦਾਰਥਾਂ ਤੋਂ ਅਮੋਲਕ ਪਦਾਰਥ ਹੈ। ਜਨਮ ਪਦਾਰਥ 84 ਲੱਖ ਜੋਨਾਂ ਦੇ ਵਿੱਚ ਥੋੜੀ ਜਿਹੀ ਗਿਣਤੀ ਹੈ ਆਪਣੀ, ਇਹ ਉਹਨਾਂ ਸਾਰਿਆਂ ਚੋਂ ਦੁਰਲੱਭ ਹੈ। ਮਨੁੱਖਾ ਸਰੀਰ ਦੁਰਲੱਭ ਪਦਾਰਥ ਹੈ। ਇਸ ਦੇ ਵਿੱਚ ਫਿਰ ਇਸ ਤੋਂ ਅੱਗੇ ਹੈ ਨਾਮ ਪਦਾਰਥ। ਮਨੁੱਖਾ ਸਰੀਰ ਸਫਲ ਕਿਵੇਂ ਹੁੰਦਾ ਹੈ? ਜੇ ਨਾਮ ਪਦਾਰਥ ਮਿਲ ਜਾਏ। ਤੇ ਨਾਮ ਪਦਾਰਥ ਕਿੱਥੋਂ ਮਿਲੂਗਾ? ਗੁਰੂ ਦੇ ਕੋਲੋਂ। ਨਾਮ ਪਦਾਰਥ ਨੇ ਮਨੁੱਖਾ ਜਨਮ ਹੈ ਜਿਹੜਾ ਇਹ ਜਨਮ ਪਦਾਰਥ ਸਫਲਾ ਕਰਨਾ ਹੈ। ਪਰ ਨਾਮ ਪਦਾਰਥ ਆਪਣੇ ਆਪ ਸਫਲਾ ਨਹੀਂ ਹੁੰਦਾ। ਜੇ ਪ੍ਰੇਮ ਪਦਾਰਥ ਮਿਲੂਗਾ ਤਾਂ ਨਾਮ ਪਦਾਰਥ ਸਫਲਾ ਹੋਊਗਾ। ਤੋ ਇਸ ਕਰਕੇ ਨਾਮ ਪਦਾਰਥ ਤੇ ਪ੍ਰੇਮ ਪਦਾਰਥ, ਜਨਮ ਪਦਾਰਥ, ਨਾਮ ਪਦਾਰਥ, ਪ੍ਰੇਮ ਪਦਾਰਥ, ਇਹ ਪਾ ਕਰਕੇ ਫਿਰ ਅੱਗੇ ਸਾਧ ਸੰਗਤ ਜੀ ਪ੍ਰੇਮ ਵੀ ਪ੍ਰਾਪਤ ਹੋ ਗਿਆ। ਤੇ ਗੁਰਾਂ ਦੇ ਕੋਲੋਂ ਫਿਰ ਗਿਆਨ ਪਦਾਰਥ ਨਾ ਮਿਲੇ, ਪ੍ਰੇਮ ਵੀ ਹੈਗਾ, ਨਾਮ ਵੀ ਜਪਿਆ, ਮਨੁੱਖ ਸਰੀਰ ਵੀ ਹੈ, ਗੱਲ ਨਹੀਂ ਬਣਦੀ। ਗੁਰਾਂ ਦੇ ਕੋਲੋਂ ਫਿਰ ਸਾਧ ਸੰਗਤ ਜੀ ਗਿਆਨ ਪਦਾਰਥ ਪ੍ਰਾਪਤ ਕਰੀ ਜਾਏ।
ਗਿਆਨ ਪਦਾਰਥ ਪਾ ਕੇ ਫਿਰ ਮੁਕਤ ਪਦਾਰਥ ਮਿਲਦਾ ਹੈ। ਜਿਹੜਾ ਇੱਥੇ ਪਾਇਆ ਇਹ ਵੀ ਜਨਮ ਪਦਾਰਥ ਦੇ ਨਾਲ ਇਹ ਲੜੀ ਹੈ ਤੇ ਮੁਕਤ ਪਦਾਰਥ ਦੇਣ ਸਤਿਗੁਰੂ ਮਹਾਰਾਜ ਜੀ ਦਿੰਦੇ ਆ ਉਹਨਾਂ ਨੂੰ। ਫਿਰ ਪਗ ਖਿਸਿਆ ਰਹਿਣਾ ਨਹੀਂ। ਇਹ ਭਾਈ ਜਦੋਂ ਜ਼ਿੰਦਗੀ ਵੱਲੋਂ ਪੱਗ ਖਿਸਿਆ, ਇਹਨੂੰ ਜਿਹੜਾ ਪੱਗ ਸ਼ਬਦ ਦਾ ਪੋਲਾ ਬੋਲਣਾ ਹੈ। ਜੇ ਪੱਗ ਕਹੇ ਤਾਂ ਸਿਰ ਦੀ ਦਸਤਾਰ ਬਣ ਜੂ, ਤੇ ਇਸ ਕਰਕੇ ਸਾਸ ਨਹੀਂ ਇਹਨੂੰ ਪੋਲਾ ਜੋ ਬੋਲਣਾ। ਪੱਗ ਖਿਸਿਆ, ਪੱਗ ਨਾਮ ਪੈਰਾ ਹੁੰਦਾ। ਜੇ ਪੈਰ ਬੁਢਾਪੇ 'ਚ ਥਿੜਕਦੇ ਆ, ਪੈਰ ਖਿਸਕਦੇ ਆ, ਸਿਰ ਕੰਪਿਓ, ਪੱਗ ਡਗਮਗ ਹੈ, ਉੱਥੇ ਵੀ ਪੱਗ ਕਹਿਣਾ। ਜ਼ਿੰਦਗੀ ਵੱਲੋਂ ਪੱਗ ਖਿਸਕ ਰਿਹਾ, ਫਿਰ ਰਹਿਣਾ ਨਹੀਂ ਮਿਲੇਗਾ ਇਸ ਥਾਂ ਤੇ। ਅੱਗੇ ਠੌਰ ਨਾ ਪਾਏ। ਅੱਗੇ ਪ੍ਰਲੋਕ 'ਚ ਠਾਉਣ ਥਾਂ ਨਹੀਂ ਮਿਲਦੀ, ਪ੍ਰਾਪਤ ਨਹੀਂ ਹੁੰਦਾ। ਮਨਮੁਖ ਜੀਵਾਂ ਨੂੰ ਪ੍ਰਭੂ ਦੀ ਪ੍ਰਾਪਤੀ ਮਨੁੱਖਾ ਜਨਮ ਵਿਸ਼ਿਆਂ ਦੇ ਵਿੱਚ ਨਾਸ ਕਰ ਲਿਆ ਹੈ। ਪੌੜੀ ਛੁਟਕੀ ਫਿਰ ਹੱਥ ਨਾ ਅਹਿਲਾ ਜਨਮ ਗਵਾ ਲਿਆ ਹੈ। ਉਹ ਵੇਲਾ ਹੱਥ ਨਾ ਆਵਈ। ਉਹ ਵੇਲਾ ਸਮਾਂ ਗਲਤੀਆਂ ਕਰਦਿਆਂ ਹੋਇਆਂ ਮੁੜ ਕੇ ਫਿਰ ਹੱਥ ਨਹੀਂ ਆਉਂਦਾ ਹੈ। ਫਿਰ ਹੋਊਗਾ ਕਿ ਉਹ ਦੱਸਦੇ ਨੇ ਅੰਤ ਗਿਆ ਪਛਤਾਏ। ਅੰਤ ਨੂੰ ਪਛਤਾਤਾਪ ਕਰਦਾ, ਸੰਸਾਰ ਤੋਂ ਤੁਰ ਗਿਆ, ਰੋਂਦਾ ਕਰਲਾਉਂਦਾ ਮਨਮੁਖ। ਨਾ ਗੁਰੂ ਧਾਰਨ ਕੀਤਾ, ਨਾ ਨਾਮ ਜਪਿਆ, ਜਨਮ ਪਦਾਰਥ ਖੋ ਕੇ ਚੱਲਿਆ, ਦੁਖੀਆ ਚੱਲਿਆ ਰੋਏ। ਫਿਰ ਜਿਸ ਨਦਰ ਕਰੇ ਸੋ ਉਬਰੈ। ਜਿਨ੍ਹਾਂ ਦੇ ਉੱਤੇ ਵਾਹਿਗੁਰੂ ਦੀ ਨਦਰ ਕਿਰਪਾ ਦ੍ਰਿਸ਼ਟੀ ਸਤਿਗੁਰੂ ਜੀ ਕਰ ਦੇਣ, ਸਤਿਗੁਰੂ ਕਿਰਪਾ ਦ੍ਰਿਸ਼ਟੀ ਕਰ ਦੇਣ ਜਿਨ੍ਹਾਂ ਜੀਵਾਂ ਦੇ ਉੱਤੇ, ਸੋ ਉਬਰੇ ਉਹ ਬਚ ਜਾਂਦੇ ਹਨ। ਹਰ ਸੇਤੀ ਲਿਵ ਲਾਏ। ਉਹ ਵਾਹਿਗੁਰੂ ਦੇ ਨਾਲ ਛੇਤੀ ਵੇਲੇ ਵੀ ਬਿਰਤੀ ਨੂੰ ਲਾ ਕੇ ਰੱਖਦੇ ਨੇ। ਦੇਖਾ ਦੇਖੀ ਸਭ ਕਰੇ। ਬਾਕੀ ਬਹੁਤੇ ਭਾਈ ਦੇਖਾ ਦੇਖੀ ਦੇ ਕਰਮ ਕਰਦੇ ਆ ਤੇ ਉਹਨਾਂ ਨੂੰ ਸਚਾਈ ਦਾ ਨਹੀਂ ਪਤਾ ਲੱਗਦਾ ਹੈ। ਕਰਮ ਧਰਮ ਦੀ ਸਚਾਈ ਵਾਲੇ ਨਹੀਂ ਹੁੰਦੇ, ਉਹ ਐਸੇ ਮਨਮੁਖ ਹਨ। ਮਨਮੁਖ ਬੂਝ ਨਾ ਪਾਏ। ਉਹਨਾਂ ਮਨਮੁਖਾਂ ਨੂੰ ਸਰੂਪ ਪਰਮਾਰਥ ਪਰਮੇਸ਼ਰ ਦੀ ਪ੍ਰਾਪਤੀ ਦੀ ਬੂਝ ਸਮਝ ਨਹੀਂ ਪਾਉਂਦੇ। ਇਹ ਦੇਖਾ ਦੇਖੀ ਰੀਸਿਆਂ ਕਰਨ ਵਾਲਿਆਂ ਦੇ ਉੱਤੇ ਨਾ, ਇੱਕ ਵਾਰੀ ਕਹਿੰਦੇ ਕੋਈ ਟੋਪੀਆਂ ਵੇਚਣ ਵਾਲਾ ਬ੍ਰਿੰਦਾਵਨ ਚਲਿਆ ਗਿਆ, ਟੋਪੀਆਂ ਵੇਚਦਾ ਹੁੰਦਾ ਸੀ। ਉੱਥੇ ਟੋਪੀਆਂ ਵਿਕਦੀਆਂ, ਲੋਕ ਪਾਉਂਦੇ ਆ ਟੋਪੀਆਂ। ਉਹ ਬੋਰੀ ਭਰੀ ਹੋਈ ਟੋਪੀਆਂ ਦੀ, ਕਿਤੇ ਥੱਕ ਗਿਆ, ਬਿਰਸ਼ਨਾ ਢੋਲ ਆ ਕੇ ਪੈ ਗਿਆ, ਨੀਂਦ ਆ ਗਈ। ਉਹ ਨੀਂਦ ਜਦੋਂ ਆਈ, ਬਾਂਦਰ ਉਤਰੇ, ਮਲਕ ਦੇ ਕੇ ਛੋਪਲੇ ਪੈਰੀ ਉਹਨਾਂ ਕਿਹਾ ਵੀ ਕੋਈ ਖਾਣ ਵਾਲੀ ਚੀਜ਼ ਹੈ। ਉਹ ਬੋਰੀ ਦੇ ਵਿੱਚੋਂ ਖੋਲੀਆਂ, ਬੋਰੀ ਦੇ ਜਿਹੜੇ ਟੋਪੀਆਂ। ਉਹ ਬਾਂਦਰ ਰੀਸ ਬਹੁਤ ਕਰਦਾ। ਉਹ ਬਾਂਦਰ ਸਾਰੇ ਇਕੱਠੇ ਹੋ ਗਏ। ਉਹ ਐ ਬਾਂਦਰ ਜਿਹੜਾ ਬੋਰੀ ਖੋਲੀ ਸੀ, ਇਕੱਲੇ ਇਕੱਲੇ ਨੂੰ ਵੰਡੀ ਜਾਂਦਾ। ਸਾਰਿਆਂ ਨੇ ਬਾਂਦਰਾਂ ਨੇ ਸਿਰ ਉੱਤੇ ਟੋਪੀਆਂ ਲੈ ਲਈਆਂ। ਟੋਪੀਆਂ ਲੈ ਕੇ ਉਹ ਦਰਖਤਾਂ ਤੇ ਚੜ੍ਹ ਗਏ। ਉਹ ਜਦ ਉਹਨੂੰ ਆਈ ਜਾਗ, ਜਿਹੜੀ ਸਿਰ ਤੇ ਟੋਪੀ ਸੀ ਉਹੀ ਰਹਿ ਗਈ, ਬੋਰੀ ਖਾਲੀ ਪਈ। ਉਹਨੇ ਕਿਹਾ ਵੀ ਬੜਾ ਕੰਮ ਖਰਾਬ ਹੋ ਗਿਆ, ਮੇਰੀ ਤਾਂ ਧਰਮ ਕਿਰਤ ਸੀ। ਬੜੇ ਚਣੇ ਵੀ ਦਿਖਾਏ ਉਹਨਾਂ ਨੂੰ ਵੀ ਤੁਸੀਂ ਆਹ ਲੈ ਲਓ ਟੋਪੀਆਂ ਤੋਂ, ਮਿੰਨਤਾਂ ਤਰਲੇ ਕਰੇ, ਪਰ ਬਾਂਦਰ ਕਾਹਨੂੰ ਦਿੰਦੇ ਟੋਪੀਆਂ। ਉਹ ਸਮਾਂ ਮੂੰਹ ਚੜਾਉਣ ਲੱਗ ਗਿਆ ਉਹਦੇ ਕੰਨੀ ਨੂੰ ਵੀ ਤੇਰੇ ਟੋਪੀ ਸਾਡੇ ਵੀ ਹੈਗੀ, ਤੂੰ ਵੀ ਬੰਦਾ ਅਸੀਂ ਵੀ ਹੈਗੇ। ਉਹ ਨਾ ਫਿਰ ਅਖੀਰ ਨੂੰ ਕਈ ਵਾਰੀ ਆਪਣੇ ਆਪ ਤੇ ਗੁੱਸਾ ਨਹੀਂ ਆ ਜਾਂਦਾ ਬੰਦੇ ਨੂੰ। ਉਹਨੇ ਕਿਹਾ ਵੀ ਮੈਂ ਬੋਰੀ ਤੇਰੇ ਨਾਲ ਸਰਾਣੇ ਲਾ ਦਿੰਦਾ। ਉਹਨੇ ਖਿੱਚ ਕੇ ਜਿਹੜੀ ਆਹ ਟੋਪੀ ਸੀ ਨਾ ਸਿਰ ਤੇ, ਐ ਮਾਰੀ ਭਗਾ ਕੇ ਕਹਿੰਦਾ ਆਹ ਵੀ ਲੈ ਜਾਓ ਜਿੱਥੇ ਮੇਰੀ ਬੋਰੀ ਚੱਕੀ ਹੈ। ਉਹ ਪਟਕ ਪਟਕ ਸਾਰੇ ਬਾਂਦਰਾਂ ਨੇ ਹੇਠਾਂ ਭਗਾ ਕੇ ਮਾਰੀਆਂ, ਬੋਰੀਆਂ ਇਕੱਠੀ ਕਰਕੇ ਉਹ ਬਣ ਤੁਰਦਾ ਲੱਗਿਆ। ਮੇਰੇ ਕਹਿਣ ਦਾ ਭਾਵ ਹੈ ਅੱਜ ਬਾਂਦਰਾਂ ਦੀ ਯਾਦ ਦੇ ਮਨੁੱਖ ਬਹੁਤ ਹੋ ਗਏ ਵੀ ਜਿਹੀ ਜੀ ਇੱਕ ਨੇ ਪੱਗ ਬੰਨ ਲਈ, ਸਾਰਿਆਂ ਨੇ ਬੰਨਣੀਆਂ ਹੋਈਆਂ ਵੀ ਉਹਦੀ ਬੰਨੀ ਹੋਈ ਹੈ। ਇਹ ਬਾਂਦਰ ਬਿਰਤੀ ਹੈ। ਜੇ ਉਹਨੇ ਸਟਾਈਲ ਵਾਲੇ ਦੂਜੇ, ਜੇ ਉਹਨੇ ਇਹੋ ਜਿਹੇ ਕੱਪੜੇ ਪਾਲੇ ਆ ਵੀ ਇਹਨੂੰ ਕਹਿੰਦੇ ਬਾਂਦਰ ਬਿਰਤੀ। ਇਹ ਦੇਖਾ ਦੇਖੀ ਸਭ ਕਰੇ, ਇਹ ਦੇਖਾ ਦੇਖੀ ਦੇ ਕਰਮ ਕਰਦੇ ਨੇ। ਮਹਾਰਾਜ ਕਹਿੰਦੇ ਰੀਸਾਂ ਕਰੇ ਤਨਾੜੀਆਂ ਜੋ ਸੇਵੇਦਾਰ ਖੜੀਆਂ। ਇਹ ਰੀਸਾਂ ਕਰਦੇ ਨੇ ਸੰਸਾਰ ਦੇ ਲੋਕ। ਜਿਨ੍ਹਾਂ ਗੁਰਮੁਖ ਹਿਰਦਾ ਸੁਧ ਹੈ, ਜਿਨ੍ਹਾਂ ਗੁਰਮੁਖਾਂ ਦਾ ਹਿਰਦਾ ਪਵਿੱਤਰ ਹੋ ਗਿਆ ਨਾਮ ਜਪ ਕੇ, ਸੇਵ ਪਈ ਦਿਨ ਥਾਏ। ਲੋ ਭਾਈ ਕਹਿੰਦੇ ਉਹਨਾਂ ਦੀ ਸੇਵਾ ਕੀਤੀ ਥਾਂ ਪੈ ਗਈ ਹੈ। ਹਰ ਗੁਣ ਗਾਵੇ ਹਰ ਨਿਤ ਪੜ੍ਹੈ। ਉਹ ਕਿਉਂਕਿ ਉਹਨਾਂ ਦੀ ਕਪਟ ਦੇ ਮਨ ਨਾਲ ਨਹੀਂ ਸੇਵਾ ਕੀਤੀ ਸੀ। ਇਹ ਪਿਛਲੇ ਅਰਥ ਨਾਲ ਸਮਝਣਾ। ਉਹਨਾਂ ਪ੍ਰਵਾਨ ਹੋ ਗਈ ਹੈ, ਸੁੱਧ ਮਨ ਦੇ ਨਾਲ ਸੇਵਾ ਭਾਵ ਸ਼ਰਧਾ ਭਾਵ ਨਾਲ ਸੇਵਾ ਕੀਤੀ, ਪ੍ਰੇਮ ਨਾਲ ਸੇਵਾ ਕੀਤੀ। ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਅਵਕਾਰ। ਇਸ ਕਰਕੇ ਫੇਰ ਬੋਲੋ ਜੀ, ਹਰ ਗੁਣ ਹਰ ਗੁਣ ਗਾਵੇ ਹਰ ਨਿਤ ਪੜ੍ਹੈ। ਉਹ ਹਰੀ ਪਰਮੇਸ਼ਰ ਦੇ ਗੁਣਾਂ ਨੂੰ ਕੀਰਤਨ ਰੂਪ ਚ ਗਾਉਂਦੇ ਨੇ ਅਤੇ ਪ੍ਰਭੂ ਦੇ ਗੁਣਾਂ ਦਾ ਪਾਠ। ਆਪ ਜਿਹੜੇ ਬਾਣੀ ਪੜ੍ਹਦੇ ਆ, ਗੁਣਾਂ ਦਾ ਪਾਠ ਕਰਦੇ ਹੋ ਵਾਹਿਗੁਰੂ ਦਾ। ਜਦੋਂ ਬਾਣੀ ਪੜ੍ਹਦੇ ਆ, ਜੇ ਕੋਈ ਕਹੇ ਵੀ ਬਾਣੀ ਪੜ੍ਹਨ ਦਾ ਕੀ ਫਾਇਦਾ ਹੈ, ਵਾਹਿਗੁਰੂ ਦੇ ਗੁਣ ਗਾਉਣ ਦਾ ਜਿਹੜਾ ਕੀਰਤਨ ਕਰਨ ਦਾ ਫਾਇਦਾ ਹੋ ਜਾਏ ਬਾਣੀ ਪੜ੍ਹਨ ਦਾ, ਉਹ ਜਿਹਾ ਬਾਣੀ ਸੁਣਨ ਦਾ। ਉਹ ਪੜ੍ਹਦੇ ਨੇ, ਧਰਮ ਸ਼ਾਸਤਰਾਂ ਦਾ ਪਠਨ ਕਰਦੇ ਆ। ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਹਰ ਗੁਣ ਗਾਏ ਸਮਾਏ। ਉਹ ਵਾਹਿਗੁਰੂ ਦੇ ਗੁਣਾਂ ਨੂੰ ਗਾ ਕੇ ਸਿਮਰ ਕੇ ਚੇਤੇ ਕਰਕੇ ਸਮਾਏ ਅਭੇਦ ਹੋ ਜਾਂਦੇ ਨੇ। ਇਹ ਸਮਾਏ ਸ਼ਬਦ ਹੈ ਜਿਹੜਾ ਫਾਰਸੀ ਦਾ ਹੈ। ਫਾਰਸੀ ਦੇ ਮਸਤੀ ਨੂੰ ਸਮਾਏ ਕਹਿੰਦੇ ਨੇ।
ਉਹ ਭਗਤੀ ਦੇ ਵਿੱਚ ਮਸਤ ਹੋ ਜਾਂਦੇ ਹਨ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ। ਮਹਾਰਾਜ ਕਹਿੰਦੇ ਭਾਈ ਤੈਨੂੰ ਨਾ ਗੁਰਮੁਖਾਂ ਦੀ ਮੂੰਹੋਂ ਬੋਲੀ ਹੋਈ ਬਾਣੀ ਸਦਾ ਸੱਚੀ ਹੋ ਜਾਂਦੀ ਹੈ, ਜੋ ਕਹਿਣ ਉਹੀ ਹੋ ਜਾਂਦਾ ਹੈ। ਤੇ ਇਸ ਕਰਕੇ ਸੱਚ ਸਰੂਪ ਦੇ ਨਾਲ ਜੋੜਨ ਵਾਲੀ ਬਾਣੀ ਸੱਚੀ ਆ ਉਹਨਾਂ ਦੀ। ਜਿਹੜੇ ਗੁਰਮੁਖ ਪਰਮੇਸ਼ਰ ਵਾਹਿਗੁਰੂ ਦੇ ਨਾਲ ਜੇ ਨਾਮ ਰਹੇ ਲਿਵ ਲਾਏ, ਜਿਹੜੇ ਗੁਰਮੁਖ ਵਾਹਿਗੁਰੂ ਦੇ ਨਾਲ ਲਿਵ ਬਿਰਤੀ ਲਾ ਕੇ ਰਹਿੰਦੇ ਐ, ਉਹ ਮਿਥਿਆ ਵਚਨ ਨਹੀਂ ਕਹਿੰਦੇ। ਉਹਨਾਂ ਦੇ ਮੁਖੋਂ ਜੋ ਵਚਨ ਨਿਕਲ ਜਾਂਦਾ ਹੈ, ਭਗਤ ਮੁਖੇ ਤੇ ਬੋਲਦੇ ਸੇ ਵਚਨ ਹੁੰਦੇ। ਕਰਮਖੰਡ ਕੀ ਬਾਣੀ ਜੋਰ, ਗਿਰ ਵਸਦਾ ਜਲ ਪਵਨ ਜਾਏ, ਕੋਈ ਇੱਕ ਸਾਧ ਵਚਨ ਅਟਲਦਾ। ਇਸ ਤਰ੍ਹਾਂ ਹੋ ਜਾਂਦਾ ਹੈ ਜੇ ਨਾਮ ਰਹੇ ਲਿਵ ਲਾਏ। ਤੇ ਦੁਬਾਰੇ ਬੋਲੇ ਜੀ, ਜੇ ਨਾਮ ਰਹੇ, ਜੇ ਨਾਮ ਰਹੇ ਲਿਵ ਲਾਏ। ਇਹ ਗੱਲਾਂ ਨਾਲ ਨਹੀਂ ਪ੍ਰਾਪਤ ਹੋਊਗਾ। ਜਿਹੜੇ ਨਾਮ ਦੇ ਨਾਲ ਬਿਰਤੀ ਜਿਨ੍ਹਾਂ ਦੀ ਲੱਗੀ, ਉਹਨਾਂ ਦੀ ਰਸਨਾ ਤੇ ਵਾਹਿਗੁਰੂ ਵਸਦਾ, ਪ੍ਰਭ ਜੀ ਵਸੈ। ਸਾਧ ਕੀ ਰਸਨਾ ਜੋ ਬੋਲਦੇ ਆ ਉਹ ਵਚਨ ਪੂਰੇ ਹੋ ਜਾਂਦੇ ਆ। ਇੱਥੇ ਹੁਣ ਸਮਾਪਤੀ ਹੈ। ਕੱਲ ਨੂੰ ਫਿਰ ਸਤਿਗੁਰੂ ਜੈਸੀ ਕਿਰਪਾ ਕਰਨਗੇ। ਆਓ, ਬਹੁਤ ਬਹੁਤ ਸਾਰੇ ਸਰੋਤੇ ਮਾਈ ਭਾਈ ਦਾ ਧੰਨਵਾਦ। ਤੇ ਆਪ ਸਾਰੇ ਗੁਰਮੁਖਾਂ ਨੇ ਜੋ ਪੋਥੀਆਂ ਦੇ ਵਿੱਚ ਪੜ੍ਹਿਆ ਵਿਚਾਰਿਆ। ਭਾਈ ਜਿਹੜੇ ਵਿਦਿਆਰਥੀ ਰੂਪ ਦੇ ਅੰਦਰ ਮਿਹਨਤ ਕਰਦੇ ਹੋ, ਮਿਹਨਤ ਨੂੰ ਵਾਹਿਗੁਰੂ ਫੜ ਲਾਉਂਦਾ ਹੈ। ਤਕੜੇ ਹੋ ਕੇ ਮਿਹਨਤ ਕਰਿਆ ਕਰੋ, ਅਰਥ ਵੀ ਚੇਤੇ ਕਰੋ, ਪਰ ਖਾਸ ਕਰਕੇ ਪਾਠ ਤਾਂ ਬਹੁਤੇ ਚੇਤੇ ਕਰਨ ਦੀ ਬਹੁਤੀ ਜ਼ਿਆਦਾ ਲੋੜ ਹੈ। ਅਰਥਾਂ ਦੀ ਵੀ ਉਨੀ ਲੋੜ ਹੈ, ਪਰ ਜਿੰਨੀ ਬੁੱਧ ਜਿੰਨੀ ਪਕੜੇ ਉਹਦੇ ਅਨੁਸਾਰ ਲਾਹਾ ਪ੍ਰਾਪਤ ਕਰੋ ਜੀ। ਆਓ ਇੱਥੇ ਸਮਾਪਤੀ। ਹਰ ਗੁਣ ਗਾਵਹਿ ਹਰ ਨਿਤ ਪੜ੍ਹੈ, ਹਰ ਗੁਣ ਗਾਏ ਸਮਾਏ। ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ, ਜੇ ਨਾਮ ਰਹੇ ਲਿਵ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।